ਆਉਣ ਵਾਲੀ ਹੈ? ਮੈਡਮ ਆਪਾਂ ਨਾ ਦੋ ਪਾਰਟੀਆਂ ਨੂੰ ਮੌਕਾ ਦੇ ਕੇ ਦੇਖ ਲਿਆ, ਇਸ ਵਾਰ ਆਪਾਂ ਤੀਜੀ ਪਾਰਟੀ ਨੂੰ ਮੌਕਾ ਦੇਣਾ ਚਾਹੁੰਦੇ ਹਾਂ, ਆਮ ਆਦਮੀ ਪਾਰਟੀ ਨੂੰ। ਹਵਾ ਦਾ ਰੁੱਖ ਇਹ ਕਹਿੰਦਾ ਜੀ ਸਾਡੇ ਬਿੱਟੂ ਪ੍ਰਧਾਨ ਜੀ ਰਾਜ ਕੁਮਾਰ ਗੁਪਤਾ ਜੀ, ਉਹ ਇਸ ਲਈ ਬਿਲਕੁਲ ਮਤਲਬ ਐਕਟਿਵ ਹੈਗੇ ਨੇ ਆਪਣੇ ਇਲਾਕੇ 'ਚ, ਤੇ ਸਾਡੇ ਸੁਜਾਨਪੁਰ ਦੇ ਬਿਲਕੁਲ ਜਾਣੇ ਪਛਾਣੇ ਬੰਦੇ ਹੈਗੇ ਨੇ, ਤੇ ਸਾਡੀਆਂ ਗੱਲਾਂ ਸੁਣਨ ਵਾਲੇ ਹੈਗੇ ਨੇ। ਦੇਖੋ ਇਹ ਸਾਡੀ ਤਾਂ ਇਹ ਹੈ ਕਿ ਪਾਰਟੀ ਪੂਰੀ ਕੋ ਨੇ ਆਪਣੇ ਸ਼ਹਿਰ ਦੇ ਬੰਦੇ ਨੂੰ ਦਿਆਂਗੇ, ਜਿਹੜਾ ਸਾਡਾ ਪ੍ਰਾਥਮਿਕਤਾ ਜਿਹੜਾ ਸੁਜਾਨਪੁਰ ਦਾ ਹੋਏਗਾ। ਕੋਈ ਜੀ ਸਭ ਤੋਂ ਪਹਿਲੇ ਅਸੀਂ ਇਹ ਕਰਨੇ ਆ ਵੀ ਜਿਹੜਾ ਇਸ ਵੇਲੇ ਮੁੱਖ ਮੰਤਰੀ ਬਣੇ ਚਰਨਜੀਤ ਚੰਨੀ, ਬਹੁਤ ਵਧੀਆ ਉਹਨੇ ਕੰਮ ਕੀਤੇ ਆ। ਕੀ ਮੰਨਣਾ ਹੈ ਜਿਹੜਾ ਪਿਛਲੇ 5 ਸਾਲ ਦਾ ਕਾਰਜਕਾਲ ਕਹਿ ਲਈਏ ਜਾਂ 3 ਟਰਮ ਤੋਂ ਵਿਧਾਇਕ ਰਹੇ ਨੇ ਦਿਨੇਸ਼ ਸਿੰਘ ਬੱਬੂ, 5 ਦੇ ਵਿੱਚੋਂ ਕਿੰਨੇ ਨੰਬਰ ਉਹ ਲੈਂਦੇ ਨੇ? ਮੇਰੇ ਹਿਸਾਬ ਨਾਲ ਤੇ 100 ਤੋਂ 100 ਲੈਂਦੇ ਨੇ। ਇਸ ਵਾਰੀ ਜੋ ਹਵਾ ਦਾ ਰੁੱਖ ਹੈ ਔਰ ਕੰਮਕਾਜ ਦੇਖਦੇ ਹੋਏ ਸਾਰੇ ਅਕਾਲੀ ਦਲ ਪਾਰਟੀ ਜਿਹੜੀ ਸਾਡੀ ਸ਼੍ਰੀ ਰਾਜ ਕੁਮਾਰ ਜੀ ਗੁਪਤਾ, ਇਹ ਸਾਡੇ ਬੜੇ ਹੀ ਜਿਹੜੇ ਇੱਕ ਕੰਮਕਾਰ ਵਾਲੇ ਬੰਦੇ ਜਿਹੜੇ ਸਾਰਿਆਂ ਦੀ ਸੁਣਦੇ ਆ ਔਰ ਲੋਕ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਵੀ ਕਰਦੇ ਆ। ਨਮਸਕਾਰ, ਤੁਸੀਂ ਦੇਖ ਰਹੇ ਹੋ ਟੁਡੇ ਹੈਡਲਾਈਨਸ ਤੇ ਮੈਂ ਹਾਂ ਨਿਸ਼ਾ ਪ੍ਰਭਾ। ਵਿਧਾਨ ਸਭਾ ਚੋਣਾਂ 2022 ਦਾ ਆਗਾਜ਼ ਹੋ ਚੁੱਕਿਆ ਹੈ, ਤਾਰੀਖ ਤੈਅ ਹੋ ਚੁੱਕੀ ਹੈ, ਜਿਸ ਦਿਨ ਉਮੀਦਵਾਰਾਂ ਦੀ ਜਿਹੜੀ ਕਿਸਮਤ ਹੈ ਉਹ ਕੈਦ ਹੋ ਜਾਵੇਗੀ ਉਸ EVM ਦੀ ਮਸ਼ੀਨ ਦੇ ਵਿੱਚ। ਹਾਲੇ ਤੱਕ ਉਮੀਦਵਾਰਾਂ ਦੇ ਨਾਂ ਤੇ ਪਾਰਟੀਆਂ ਜਿਹੜੀਆਂ ਹੈ ਉਹ ਕਲੈਰਿਟੀ ਨਹੀਂ ਦੱਸ ਸਕੀਆਂ, ਕਿਉਂਕਿ ਜੇ ਗੱਲ ਕਰੀਏ ਸੁਜਾਨਪੁਰ ਹਲਕੇ ਦੀ 001 ਸੁਜਾਨਪੁਰ ਹਲਕੇ ਵਿੱਚ ਵੀ ਕੇਵਲ ਇੱਕ ਹੀ ਪਾਰਟੀ ਹੈ ਜਿਨੇ ਆਪਣਾ ਉਮੀਦਵਾਰ ਹਾਲੇ ਤੱਕ ਐਲਾਨਿਆ ਹੈ, ਤੇ ਉਹ ਹੈ ਸ਼੍ਰੋਮਣੀ ਅਕਾਲੀ ਦਲ। ਬਾਕੀ ਜਿਹੜੇ ਪਾਰਟੀ ਜਿੰਨੀਆਂ ਵੀ ਪਾਰਟੀਆਂ ਨੇ ਉਹ ਹਾਲੇ ਤੱਕ ਇਸੇ ਛੱਛੋਪੰਚ ਪਈਆਂ ਨੇ ਕਿ ਕਿਹੜੇ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇ, ਔਰ ਪੱਤੇ ਖੋਲ੍ਹਣ ਦੀ ਜਿਹੜੀ ਹੈ ਗੱਲ ਉਹ ਹਾਲੇ ਤੱਕ ਕਿਸੇ ਵੀ ਨਜ਼ਰ ਨਹੀਂ ਆ ਰਹੀ। ਅੱਜ ਅਸੀਂ ਸੁਜਾਨਪੁਰ ਹਲਕੇ ਦੇ ਵਿੱਚ ਆ, ਲੋਕਾਂ ਦੇ ਵਿੱਚ ਜਾ ਕੇ ਜਾਣਾਂਗੇ ਕਿ ਕੀ ਮਾਹੌਲ ਹੈ, ਕਿਹੜੀ ਪਾਰਟੀ ਹੈ ਔਰ ਜਿਹਨੂੰ ਇਸ ਵਾਰੀ ਲੋਕਾਂ ਦਾ ਜਿਹੜਾ ਵੋਟ ਹੈ, ਲੋਕਾਂ ਦਾ ਵਿਸ਼ਵਾਸ ਹਾਸਿਲ ਹੋਏਗਾ। ਅੱਜ ਅਸੀਂ ਗੱਲਬਾਤ ਕਰਾਂਗੇ ਸੁਜਾਨਪੁਰ ਦੇ ਵਰਕਰਸ ਦੇ ਨਾਲ। ਗੱਲਬਾਤ ਕਰਦੇ ਹਾਂ ਕੁਝ ਦੁਕਾਨਾਂ ਤੇ ਕੁਝ ਲੋਕ ਜਿਹੜੇ ਲੋਕਲ ਰੈਜ਼ੀਡੈਂਟਸ ਨੇ ਇੱਥੋਂ ਦੇ, ਉਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਨਮਸਕਾਰ। ਨਮਸਕਾਰ ਮੈਡਮ, ਕੀ ਨਾਮ ਤੁਹਾਡਾ? ਮੇਰਾ ਨਾਮ ਜੀ ਕੁਲਵੀਰ ਸਿੰਘ ਹੈ। ਜਿਹੜੇ ਚੁਣਾਵ ਨੇ ਵਿਧਾਨ ਸਭਾ ਚੋਣਾਂ 2022, ਕੀ ਕਹਿਣਾ ਚਾਹੁੰਦੇ ਹੋ ਇਸ ਵਾਰ ਜਿਹੜੀ ਕਿਹੜੀ ਪਾਰਟੀ ਤੁਹਾਡੇ ਅਕੋਰਡਿੰਗ ਸੱਤਾ 'ਚ ਆਉਣ ਵਾਲੀ ਹੈ? ਮੈਡਮ ਆਪਾਂ ਨਾ ਦੋ ਪਾਰਟੀਆਂ ਨੂੰ ਮੌਕਾ ਦੇ ਕੇ ਦੇਖ ਲਿਆ, ਇਸ ਵਾਰ ਆਪਾਂ ਤੀਜੀ ਪਾਰਟੀ ਨੂੰ ਮੌਕਾ ਦੇਣਾ ਚਾਹੁੰਦੇ ਹਾਂ, ਆਮ ਆਦਮੀ ਪਾਰਟੀ ਨੂੰ। ਤੇ ਅਸੀਂ ਤਾਂ ਦੇਖ ਰਹੇ ਸੁਜਾਨਪੁਰ ਦੀ ਟਿਕਟ ਕਦੋਂ ਡਿਕਲੇਅਰ ਹੁੰਦੀ ਹੈ, ਤੇ ਉਹਦੇ ਬਾਅਦ ਫਿਰ ਨਾਲ ਹੀ ਜੋਰਾ ਸ਼ੋਰਾ ਨਾਲ ਆਪਣਾ ਕੰਮ ਜਿਹੜੇ ਸ਼ੁਰੂ ਕਰ ਦਾਂਗੇ ਆਪਾਂ। ਟਿਕਟ ਹਾਲੇ ਤੱਕ ਡਿਕਲੇਅਰ ਨਹੀਂ ਕੀਤੀ ਆਮ ਆਦਮੀ ਪਾਰਟੀ, ਤੁਸੀਂ ਭਰੋਸਾ ਜਤਾ ਰਹੇ ਹੋ। ਆਮ ਆਦਮੀ ਪਾਰਟੀ ਨੇ ਹਾਲੇ ਤੱਕ ਆਪਣਾ ਉਮੀਦਵਾਰ ਐਲਾਨਿਆ ਨਹੀਂ ਹੈ, ਇਸ ਦੇਰੀ ਨੂੰ ਕਿਸ ਤਰ੍ਹਾਂ ਮੰਨਦੇ ਹੋ? ਕੁਝ ਵੀ ਹਾਈ ਕਮਾਂਡ ਕੁਛ ਨਾ ਕੁਛ ਸੋਚ ਰਹੀ ਹੈ, ਕੋਈ ਨਾ ਟਿਕਟ ਆਏਗੀ ਤੇ ਫਿਰ ਆਪਾਂ ਜੋਰਾ ਸ਼ੋਰਾ ਨਾਲ ਹੀ ਚੱਲਾਂਗੇ। ਟਿਕਟ ਆਏਗੀ ਜ਼ਰੂਰ, ਸੁਜਾਨਪੁਰ ਦੇ ਹੱਕ 'ਚ ਹੀ ਆਏਗੀ। ਕਿਹੜਾ ਉਮੀਦਵਾਰ ਹੈ ਜਿਹਨੂੰ ਤੁਸੀਂ ਮੰਨਦੇ ਹੋ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਟਿਕਟ ਜਿਹੜੀ ਮਿਲਣੀ ਚਾਹੀਦੀ? ਦੇਖੋ ਜੀ, ਜੇ ਤੇ ਟਿਕਟ ਬਾਬਾ ਬਿਸ਼ਨ ਸਾਹਿਬ ਜੀ ਨੂੰ ਮਿਲਦੀ ਹੈ ਤੇ ਉਹ ਟਿਕਟ ਜ਼ਰੂਰ ਕੱਢਣਗੇ ਤੇ 100% ਕੱਢਣਗੇ, ਕਿਉਂਕਿ ਉਹਨਾਂ ਨੇ ਬਹੁਤ ਜਿਹੜੇ ਹੈ ਪਾਰਟੀ ਨੂੰ ਪਿੱਛੇ ਰੱਖ ਕੇ ਵੀ ਪਾਰਟੀ ਤੋਂ ਇਲਾਵਾ ਬਹੁਤ ਕੰਮ ਇੱਦਾਂ ਦੇ ਨੇ ਜਿਹੜੇ ਬਾਬਾ ਜੀ ਨੇ ਕੀਤੇ ਨੇ, ਤੇ ਦੁਨੀਆ ਉਹਨਾਂ ਨੂੰ ਸ਼ਹਿਰ ਦੀ ਧਾਰ ਬਲਾਕ ਆਪਣਾ ਸੁਜਾਨਪੁਰ ਹਲਕਾ ਤਾਂ ਸਾਰਾ ਹੀ ਜਾਣਦਾ, ਲਗਭਗ ਪੂਰਾ ਪੰਜਾਬ ਹੀ ਜਾਣਦਾ ਹੈਗਾ, ਤੇ ਵਧੀਆ ਬੰਦੇ ਹੈਗੇ ਨੇ, ਬਹੁਤ ਅੱਛੇ ਇਨਸਾਨ ਨੇ, ਤੇ ਟਿਕਟ ਜਿਹੜੇ ਉਹ ਕੱਢ ਸਕਦੇ ਨੇ ਆਮ ਆਦਮੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਵੀ ਲਾਡੀ ਵੈਨ ਜੀ। ਮੈਨੂੰ ਤੁਸੀਂ ਇਹ ਦੱਸੋ ਕਿ ਪਿਛਲਾ ਜਿਹੜਾ ਕਾਰਜਕਾਲ ਰਿਹਾ ਹੈ, ਨਿਵਰਤਮਾਨ ਜਿਹੜੇ ਵਿਧਾਇਕ ਨੇ ਉਹਨਾਂ ਦੇ ਬਾਰੇ, ਜੇ 5 ਸਾਲ ਦਾ ਜਿਹੜਾ ਰਿਪੋਰਟ ਕਾਰਡ ਜੇ ਅਸੀਂ ਕਹੀਏ, 5 ਦੇ ਵਿੱਚੋਂ ਕਿੰਨੇ ਨੰਬਰ ਵਿਧਾਇਕ ਨੂੰ ਜਾਂਦੇ ਨੇ? ਵਿਧਾਇਕ ਨੂੰ ਤਾਂ 0 ਨੰਬਰ ਚਾਹੀਦਾ ਜੀ। ਪਿਛਲੇ 5 ਸਾਲ ਤੋਂ ਸਾਡੇ ਦਿਨੇਸ਼ ਸਿੰਘ ਬੱਬੂ ਹੈ, ਅਸੀਂ ਉਹਨਾਂ ਨੂੰ ਪਹਿਲੇ 15 ਸਾਲ ਜਿਤਾਉਂਦੇ ਆਏ ਹੋਏ ਨੇ। ਉਹਦੇ ਸ਼੍ਰੀਮਾਨ ਸਰਕਾਰ ਬਣ ਗਈ ਕਾਂਗਰਸ ਦੀ, ਤੇ ਉਹਨਾਂ ਕੋਲ ਜਦੋਂ ਕੋਈ ਕੰਮ ਕਰਾਉਣ ਜਾਂਦੇ ਸੀ ਤਾਂ ਉਹ ਕਹਿੰਦੇ ਸੀ ਮੇਰੀ ਸਰਕਾਰ ਆ ਨਹੀਂ। ਇਸ ਟਾਈਮ ਕਿ ਅਸੀਂ ਦੋਨਾਂ ਪਾਰਟੀਆਂ ਤੋਂ ਤੰਗ ਆ ਕੇ ਇਸ ਇੱਕ ਮੌਕਾ ਤੀਜੀ ਪਾਰਟੀ ਆਮ ਆਦਮੀ ਪਾਰਟੀ ਨੂੰ ਦੇਣਾ ਚਾਹੁੰਦੇ ਹਾਂ ਜੀ। ਤੇ ਜੇਕਰ ਪੰਜਾਬ ਦੇ ਵਿੱਚ ਸਰਕਾਰ ਫੇਰ ਆਮ ਆਦਮੀ ਪਾਰਟੀ ਦੀ ਨਹੀਂ ਬਣਦੀ ਤੇ ਮੰਨ ਲਓ ਕਿ ਸੁਜਾਨਪੁਰ ਦੇ ਵਿੱਚ ਆਮ ਆਦਮੀ ਪਾਰਟੀ ਜਿੱਤਦੀ ਹੈ, ਤੇ ਫਿਰ ਵੀ ਜਿਹੜੇ ਸਮੀਕਰਨ ਨੇ ਉਹ ਇਦਾਂ ਦੇ ਹੀ ਰਹਿਣਗੇ ਕਿ ਉਦੋਂ ਇੱਥੋਂ ਦੇ ਵਿਧਾਇਕ ਆਮ ਆਦਮੀ ਪਾਰਟੀ ਦੇ ਜੇ ਵਿਧਾਇਕ ਜਿੱਤਦੇ ਨੇ ਤੇ ਕੀ ਉਹਨਾਂ ਦਾ ਜਵਾਬ ਜਿਹੜਾ ਉਹ ਬਦਲੇਗਾ, ਜਾਂ ਉਹ ਵੀ ਦਿਨੇਸ਼ ਸਿੰਘ ਬੱਬੂ ਵਰਗੇ ਹੀ ਕਹਿਣਗੇ 5 ਸਾਲ ਇਹੀ ਕਿ ਬਈ ਮੇਰੀ ਤਾਂ ਸਰਕਾਰ ਹੀ ਨਹੀਂ? ਨਹੀਂ ਜੀ ਨਹੀਂ, ਇਦਾਂ ਤਾਂ ਨਹੀਂ। ਉਹਨਾਂ ਦਿਨੇਸ਼ ਸਿੰਘ ਬੱਬੂ ਨੇ ਆਪਣਾ ਆਪ ਬਣਾ ਲਿਆ, ਉਹਨਾਂ ਨੂੰ ਕਿਸੇ ਚੀਜ਼ ਦੀ ਹੁਣ ਲੋੜ ਹੀ ਨਹੀਂ ਹੈ। ਬਾਬਾ ਬਿਸ਼ਨ ਸ਼ਾਹ ਜਿਹੜੇ ਸੁਜਾਨਪੁਰ ਦੇ ਕੈਂਡੀਡੇਟ ਇੱਥੋਂ ਟਿਕਟ ਦੇ ਦਾਅਵੇਦਾਰ ਨੇ, ਉਹਨਾਂ ਨੂੰ ਅਸੀਂ ਹਾਈ ਕਮਾਂਡ ਤੇ ਹੋਰ ਕਹਿੰਦੇ ਆ ਕਿ ਜਿਹੜੀ ਟਿਕਟ ਸੁਜਾਨਪੁਰ ਦੀ ਕੱਢ ਸਕਦੇ ਉਹ ਬਾਬਾ ਬਿਸ਼ਨ ਸ਼ਾਹ ਹੀ ਕੱਢ ਸਕਦੇ ਨੇ ਇੱਥੋਂ ਦੀ। ਧੰਨਵਾਦ ਗੱਲ ਕਰਨ ਲਈ। ਆ ਦੱਸੋ ਆਪਣਾ। ਤਰੁਣ ਜੀ। ਕੀ ਕਹਿਣਾ ਚਾਹੁੰਦੇ ਹੋ? ਹਵਾ ਦਾ ਰੁਖ ਕੀ ਕਹਿੰਦਾ ਇਸ ਵੇਲੇ, ਕਿਹੜੀ ਪਾਰਟੀ ਜਿਹੜੀ ਆ ਉਹ ਸੁਜਾਨਪੁਰ ਦੇ ਵਿੱਚ ਜੇਤੂ ਹੋ ਸਕਦੀ ਹੈ? ਹਵਾ ਦਾ ਰੁੱਖ ਇਹ ਕਹਿੰਦਾ ਜੀ ਸਾਡੇ ਬਿੱਟੂ ਪ੍ਰਧਾਨ ਜੀ ਰਾਜ ਕੁਮਾਰ ਗੁਪਤਾ ਜੀ,
ਉਹ ਇਸ ਲਈ ਬਿਲਕੁਲ ਮਤਲਬ ਐਕਟਿਵ ਹੈਗੇ ਨੇ ਆਪਣੇ ਇਲਾਕੇ 'ਚ ਤੇ ਸਾਡੇ ਸੁਜਾਨਪੁਰ ਦੇ ਬਿਲਕੁਲ ਜਾਣੇ ਪਛਾਣੇ ਬੰਦੇ ਹੈਗੇ ਨੇ ਤੇ ਸਾਡੀਆਂ ਗੱਲਾਂ ਸੁਣਨ ਵਾਲੇ ਹੈਗੇ ਨੇ। ਬੀਜੇਪੀ ਜਿਹੜੀ ਪਾਰਟੀ ਇੱਕ ਐਸੀ ਹੈ ਜਿਹਨੂੰ ਬਿੱਟੂ ਪ੍ਰਧਾਨ ਉਹਨਾਂ ਨੇ 30 ਸਾਲ ਤੋਂ ਵੱਧ ਦਾ ਸਮਾਂ ਦਿੱਤਾ, ਉਸ ਪਾਰਟੀ ਨੇ ਉਹਨਾਂ ਤੇ ਵਿਸ਼ਵਾਸ ਨਹੀਂ ਜਤਾਇਆ। ਤੁਹਾਨੂੰ ਕੀ ਲੱਗਦਾ ਹੈ ਬਿੱਟੂ ਪ੍ਰਧਾਨ ਲੋਕਾਂ ਦਾ ਵਿਸ਼ਵਾਸ ਜਿੱਤ ਸਕਣਗੇ? ਬਿੱਟੂ ਪ੍ਰਧਾਨ ਉਹਨਾਂ ਨੇ ਹੀ ਸੁਜਾਨਪੁਰ ਦੇ ਵਿੱਚ ਬੀਜੇਪੀ ਨੂੰ ਸਟੈਂਡ ਕੀਤਾ ਹੋਇਆ ਜੀ, ਠੀਕ ਹੈ ਜੀ। ਬੱਬੂ ਨੂੰ ਕੋਈ ਨਹੀਂ ਜਾਣਦਾ ਸੀਗਾ ਜੀ, ਠੀਕ ਹੈ ਜੀ। ਬਿੱਟੂ ਪ੍ਰਧਾਨ ਜੀ ਨੂੰ ਮਤਲਬ ਉਹਨਾਂ ਨੇ ਇੰਨਾ ਜ਼ਿਆਦਾ ਕੰਮ ਕਰਾਇਆ ਹੈਗਾ ਤੇ ਆਪਣੇ ਕੀ ਨਾਂ ਦਾ ਨਗਰ ਕੌਂਸਲ 'ਚ ਪ੍ਰਧਾਨ ਰਹੇ ਨੇ 5 ਸਾਲ। ਮੇਰਾ ਸਵਾਲ ਉਹੀ ਹੈ ਕਿ ਜਿਸ ਪਾਰਟੀ ਨੂੰ ਉਹਨਾਂ ਨੇ 35 ਸਾਲ ਤੱਕ ਸੇਵਾ ਕੀਤੀ ਹੈ, ਉਸ ਪਾਰਟੀ ਨੇ ਉਹਨਾਂ ਤੇ ਵਿਸ਼ਵਾਸ ਨਹੀਂ ਜਤਾਇਆ ਤੇ ਲੋਕਾਂ ਦਾ ਵਿਸ਼ਵਾਸ ਜਿੱਤਣ 'ਚ ਕਾਮਯਾਬ ਹੋਣਗੇ। ਤੁਹਾਨੂੰ ਕੀ ਲੱਗਦਾ ਹੈ ਕਿੰਨੇ ਕੁ ਵੋਟ ਜਿਹੜੇ ਉਹਨਾਂ ਨੂੰ? ਦੇਖੋ ਜੀ, ਜਿਹੜਾ ਆਪਣੇ ਸਾਡੇ ਬੱਬੂ ਜੀ ਹੈ ਨਾ, ਇੱਥੇ ਬੱਬੂ ਜੀ ਨੇ ਮਤਲਬ ਬੇਸ਼ੱਕ ਉਹਨਾਂ ਨੇ ਜੋ ਮਰਜ਼ੀ ਹੈ, ਉਹਨਾਂ ਨੇ ਪਰ ਧੋਖਾ ਕੀਤਾ ਹੈਗਾ ਬਿੱਟੂ ਪ੍ਰਧਾਨ ਜੀ ਨਾਲ ਜੀ, ਠੀਕ ਹੈ ਜੀ। ਹਰ ਟਾਈਮ ਉਹਨਾਂ ਨੇ ਸਿਰਫ ਉਹ ਚਾਹੁੰਦੇ ਆ ਕਿ ਸਿਰਫ ਮੈਂ ਅੱਗੇ ਆਇਆ ਹਾਂ, ਠੀਕ ਹੈ ਜੀ। ਉਹਨਾਂ ਨੂੰ ਮਤਲਬ ਸਾਡੇ ਬਿੱਟੂ ਪ੍ਰਧਾਨ ਜੀ ਨੇ ਉਹਨਾਂ ਦਾ ਇੰਨਾ ਸਾਥ ਦਿੱਤਾ ਹੈ, ਫਿਰ ਉਹਨਾਂ ਨੇ ਉਹਨਾਂ ਨਾਲ ਧੋਖਾ ਦਿੱਤਾ ਹੈ ਜੀ। 5 ਦੇ ਵਿੱਚੋਂ ਕਿੰਨੇ ਨੰਬਰ ਨਿਵਰਤਮਾਨ ਜਿਹੜੇ ਵਿਧਾਇਕ ਨੇ ਦਿਨੇਸ਼ ਸਿੰਘ ਬੱਬੂ? ਦਿਨੇਸ਼ ਸਿੰਘ ਬੱਬੂ ਨੂੰ ਅਸੀਂ ਤੇ ਮੰਨਦੇ ਨਹੀਂ ਜੀ, ਅਸੀਂ ਸ਼ਹਿਰ ਦਾ ਪ੍ਰਧਾਨ ਹੀ ਨਹੀਂ ਮੰਨਦੇ ਜੀ ਉਹਨੂੰ। ਉਹ ਹੈ ਹੀ ਨਹੀਂ ਜੀ, ਉਹ ਨਾ ਸਾਡੇ ਉਹਨਾਂ ਨੂੰ ਜੇ ਅੱਜ ਪੁੱਛੋ ਕਿ ਸੁਜਾਨਪੁਰ 'ਚ ਕੀ ਮਿਲਿਆ ਜਾਂ ਸਾਨੂੰ ਵੋਟ ਦਿੰਦੇ ਆ, ਉਹ ਸਾਫ਼ ਮਨਾ ਕਰਦੇ ਸੁਜਾਨਪੁਰ ਨੇ ਕੋਈ ਵੋਟ ਨਹੀਂ ਪਾਇਆ ਸਾਨੂੰ। ਤੇ ਜਿਹੜਾ ਬੰਦਾ ਸਾਨੂੰ ਇਹ ਕਹਿੰਦਾ ਤੇ ਉਹਦਾ ਮਤਲਬ ਕਿ ਉਹ ਸਾਡਾ ਹੈ ਹੀ ਨਹੀਂ, ਪ੍ਰਧਾਨ ਹੀ ਨਹੀਂ ਹੈਗਾ ਜੀ ਉਹ ਸਾਡਾ। ਹਾਂਜੀ, ਇਸ ਕਰਕੇ ਬਹੁਤ ਧੰਨਵਾਦ ਗੱਲ ਕਰਨ ਲਈ। ਸੁਜਾਨਪੁਰ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਵਿਧਾਨ ਸਭਾ ਚੋਣਾਂ 2022 ਦੇ ਤਹਿਤ, ਔਰ ਸਾਡੇ ਨਾਲ ਕੁਝ ਯੂਥ ਇੱਥੇ ਨੇ, ਯੁਵਾ। ਉਹਨਾਂ ਨੂੰ ਜਿਹੜੇ ਯੁਵਾ ਹੈ ਉਹਨਾਂ ਦੀ ਨਬਜ਼ ਟਟੋਲਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਵੀ ਚੋਣਾਂ ਆਉਂਦੀਆਂ ਨੇ ਬਹੁਤ ਸਾਰੀ ਵੋਟਿੰਗ ਜਿਹੜੀ ਹੈ ਉਹ ਯੁਵਾ ਦੇ ਹੱਥ ਵਿੱਚ ਹੁੰਦੀ ਹੈ। ਤੇ ਅਸੀਂ ਗੱਲਬਾਤ ਕਰਨਾ ਜਾਰੀ ਰੱਖਾਂਗੇ। ਪਹਿਲਾਂ ਤੇ ਤੁਸੀਂ ਕੁਝ ਪੰਫਲੇਟਸ ਆਪਣੇ ਨਾਲ ਲੈ ਕੇ ਆਏ ਹੋ, ਇਹਨਾਂ ਬਾਰੇ ਕੁਝ ਦੱਸੋ। ਦੇਖੋ ਜੀ, ਅਰਵਿੰਦ ਕੇਜਰੀਵਾਲ ਦੀ ਗਰੰਟੀ ਆਈ ਸੀ ਇਹ ਵਪਾਰੀਆਂ ਦੇ ਲਈ ਕਿ ਆਪਾਂ ਵਪਾਰੀ ਨੂੰ 24 ਘੰਟੇ ਬਿਜਲੀ ਦੇਵਾਂਗੇ ਤੇ ਉਹਦੇ ਆਪਾਂ ਗਰੰਟੀ ਕਾਰਡ ਆਪਾਂ ਦੁਕਾਨ ਜਾ ਕੇ ਦੇ ਰਹੇ ਹਾਂ। ਇਹ ਗਰੰਟੀ ਕਾਰਡ ਜਿਹੜੇ ਹੈ ਉਹ ਪਿਛਲੀ ਸਰਕਾਰ ਨੇ ਵੀ ਬਹੁਤ ਸਾਰੇ ਗਰੰਟੀ ਕਾਰਡ ਵੰਡੇ ਸੀ। ਤੁਸੀਂ ਕੀ ਕਹਿੰਦੇ ਹੋ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਿਸ ਤਰ੍ਹਾਂ ਵੱਖਰਾ ਕਰਨ ਜਾ ਰਹੀ ਹੈ? ਪਹਿਲੀ ਗੱਲ, ਉਹ ਤਾਂ ਝੂਠੇ ਵਾਅਦੇ ਸੀ। ਇਸ ਵਾਰ ਅਰਵਿੰਦ ਕੇਜਰੀਵਾਲ ਨੇ ਆਪਣੇ ਬਦੌਲਤ ਸਾਈਨ ਕਰਕੇ ਗਰੰਟੀ ਦਿੱਤੀ ਹੈ। ਜੇ ਕੱਲ ਨੂੰ ਇਹ ਝੂਠੇ ਹੁੰਦੇ ਕਿ ਤੁਸੀਂ ਕੇਸ ਕਰ ਸਕਦੇ ਹੋ ਹਾਈ ਕੋਰਟ 'ਚ ਜਾ ਕੇ। ਤੇ ਇਹ ਜਿਹੜਾ ਫਰਕ ਤੁਸੀਂ ਮੰਨਦੇ ਹੋ ਤੇ ਤੁਹਾਨੂੰ ਲੱਗਦਾ ਹੈ ਕਿ ਸੁਜਾਨਪੁਰ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਉਹਦਾ ਇੰਨਾ ਬੇਸ ਹੈਗਾ ਕਿ ਸੀਟ ਜਿਹੜੀ ਕੱਢਣ 'ਚ ਕਾਮਯਾਬ ਹੋਵੇਗੀ ਆਮ ਆਦਮੀ ਪਾਰਟੀ? ਇਕੱਲਾ ਸੁਜਾਨਪੁਰ ਨਹੀਂ, ਪੂਰੇ 117 ਹਲਕੇ 'ਚ ਜ਼ੋਰ ਹੈ ਜੀ ਆਮ ਆਦਮੀ ਪਾਰਟੀ ਦਾ। ਇਸ ਵਾਰ ਸਰਕਾਰ 100% ਬਣਾਏਗੀ। ਹਰ ਵਾਰੀ ਇਹ ਦੇਖਿਆ ਗਿਆ, ਪਿਛਲੀ ਵਾਰ ਵੀ ਇਹ ਦੇਖਿਆ ਗਿਆ ਸੀ ਕਿ ਆਮ ਆਦਮੀ ਪਾਰਟੀ ਲਈ ਲੋਕਾਂ ਨੇ ਪਹਿਲਾਂ ਹੁਲਾਰਾ ਬਹੁਤ ਦਿੱਤਾ, ਹੁੰਗਾਰਾ ਭਰਿਆ ਕਿ ਆਮ ਆਦਮੀ ਪਾਰਟੀ, ਕਿਉਂਕਿ ਚੇਂਜ ਬਹੁਤ ਜ਼ਰੂਰੀ ਹੈ। ਲੋਕਾਂ ਨੇ ਪਹਿਲਾਂ ਕਿਹਾ, ਜਦੋਂ ਵੀ ਅਸੀਂ ਸਰਵੇ ਕਰਦੇ ਹਾਂ ਲੋਕ ਇਹ ਕਹਿੰਦੇ ਨੇ। ਲੇਕਿਨ ਕੀ ਹੁੰਦਾ ਹੈ ਕਿ ਈਵੀਐਮ ਦੇ ਕੋਲ ਜਾ ਕੇ ਰਵਾਇਤੀ ਪਾਰਟੀਆਂ ਨੂੰ ਹੀ ਫਿਰ ਵੋਟਿੰਗ ਜਿਹੜੀ ਹੋ ਜਾਂਦੀ ਹੈ। ਦੇਖੋ ਜੀ, ਪਿਛਲੀ ਵਾਰੀ 2017 'ਚ ਸਾਡੀ ਪਾਰਟੀ ਕੋਲ ਕੁਝ ਗਲਤੀਆਂ ਹੋ ਗਈ, ਸੀਐਮ ਦਾ ਚਿਹਰਾ ਅਨਾਉਂਸ ਨਹੀਂ ਕੀਤਾ ਸੀ ਇੱਦਾਂ। ਇਸ ਵਾਰੀ ਸਾਡਾ ਜਿਹੜਾ ਸੀਐਮ ਦਾ ਚਿਹਰਾ ਅਨਾਉਂਸ ਕਰਕੇ ਆਪਾਂ ਮੈਦਾਨ 'ਚ ਉਤਰਾਂਗੇ। ਕਦੋਂ ਤੱਕ ਜਿਹੜੀ ਹੈ ਉਹ, ਕਿਉਂਕਿ 15 ਤੱਕ ਲੋਹੜੀ ਤੋਂ ਪਹਿਲਾਂ ਕਿਹਾ ਸੀ, ਲੋਹੜੀ ਬੀਤ ਚੁੱਕੀ ਹੈ। 17-18 'ਚ ਹੋ ਜਾਏਗਾ। 17-18 ਤਰੀਕ ਤੱਕ ਤੁਸੀਂ ਮੰਨਦੇ ਹੋ ਕਿ ਸੀਐਮ, ਔਰ ਇਹ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਸੀਐਮ ਦਾ ਚਿਹਰਾ ਅਨਾਉਂਸ ਹੋਣਾ ਹੀ ਇੱਕ ਐਸਾ ਫੈਕਟਰ ਰਹੇਗਾ ਜਿਹਦੇ ਨਾਲ ਜਿੱਤ ਜਿਹੜੀ ਆ ਉਹ ਯਕੀਨੀ ਬਣੇਗੀ? ਬਿਲਕੁਲ ਬਿਲਕੁਲ। ਤੇ ਯੁਵਾ ਜਿਹੜੀ ਸੋਚਾਂ ਦਾ ਮੰਨਣਾ ਇਹ ਹੈ ਕਿ ਸੀਐਮ ਦਾ ਚਿਹਰਾ ਜਿਹੜਾ ਹੈ ਉਹ ਬਹੁਤ ਜਲਦ ਐਲਾਨਿਆ ਜਾਵੇਗਾ। ਸੁਜਾਨਪੁਰ ਦੇ ਕੁਝ ਯੁਵਾ ਜਿਹੜੇ ਗੱਲ ਕਰ ਰਹੇ ਸੀ। ਵਿਧਾਨ ਸਭਾ ਚੋਣਾਂ 2022 ਦੇ ਤਹਿਤ ਅੱਜ ਅਸੀਂ ਸੁਜਾਨਪੁਰ ਹਲਕੇ ਦੇ ਵਿੱਚ ਲੋਕਾਂ ਦੀ ਰਾਏ ਜਾਣਨ ਲਈ ਆਏ ਹਾਂ। ਇਸ ਵੇਲੇ ਸੁਜਾਨਪੁਰ ਦੇ ਵਿਸ਼ਕਰਮਾ ਚੌਕ ਦੇ ਵਿੱਚ ਅਸੀਂ ਖੜੇ ਹਾਂ ਔਰ ਸੁਜਾਨਪੁਰ ਹਲਕਾ ਇਹੋ ਜਿਹਾ ਹਲਕਾ ਹੈ ਜਿੱਥੇ ਦੀ ਸੀਟ ਜਿਹੜੀ ਹੈ ਉਹ ਹਰ ਵਾਰ ਹੌਟ ਸੀਟ ਮੰਨੀ ਜਾਂਦੀ ਹੈ, ਕਿਉਂਕਿ ਹਮੇਸ਼ਾ ਹੀ ਪਾਰਟੀਆਂ ਦੇ ਵਿੱਚ ਬਹੁਤ ਸਾਰੀ ਖਿੱਚਤਾਨ ਇੱਥੇ ਇਸ ਪਾਰਟਿਕੂਲਰ ਸੀਟ ਦੇ ਉੱਤੇ ਦੇਖੀ ਜਾਂਦੀ ਹੈ। ਜਿੱਦਾਂ ਕਿ ਅਸੀਂ ਪਹਿਲਾਂ ਵੀ ਦੱਸਿਆ ਤੁਹਾਨੂੰ ਕਿ ਹਾਲੇ ਤੱਕ ਕੇਵਲ ਔਰ ਕੇਵਲ ਸ਼੍ਰੋਮਣੀ ਅਕਾਲੀ ਦਲ ਦਾ ਹੀ ਉਮੀਦਵਾਰ ਜਿਹੜਾ ਉਹ ਐਲਾਨਿਆ ਗਿਆ ਹੈ। ਬਾਕੀ ਸਾਰੀਆਂ ਪਾਰਟੀਆਂ ਇੱਕ ਦੂਜੇ ਦਾ ਮੂੰਹ ਹਾਲੇ ਤੱਕ ਤੱਕ ਰਹੀਆਂ ਨੇ ਔਰ ਕਦੋਂ ਤੱਕ ਉਮੀਦਵਾਰਾਂ ਦਾ ਐਲਾਨ ਹੋਵੇਗਾ ਇਹ ਪਾਰਟੀਆਂ ਹੀ ਦੱਸ ਸਕਦੀਆਂ ਨੇ। ਫਿਲਹਾਲ ਜਨਤਾ ਨਾਲ, ਕੁਝ ਲੋਕਾਂ ਨਾਲ ਅਸੀਂ ਗੱਲਬਾਤ ਕਰ ਲੈਂਦੇ ਹਾਂ ਕਿ ਉਹਨਾਂ ਦੀ ਕੀ ਰਾਏ ਹੈ ਇਸ ਮਾਮਲੇ 'ਚ। ਨਮਸਕਾਰ, ਨਾਮ ਦੱਸੋ ਜੀ ਆਪਣਾ। ਮੇਰਾ ਵਿਜੇ ਕੁਮਾਰ ਜੀ। ਜਿਹੜਾ ਇਹ ਚੁਣਾਵ ਹੈ ਇਹ ਪਿਛਲੇ ਚੁਣਾਵਾਂ ਤੋਂ ਕਿਸ ਤਰ੍ਹਾਂ ਅਲੱਗ ਹੋਵੇਗਾ, ਤੁਹਾਨੂੰ ਕੀ ਲੱਗਦਾ? ਇੱਦਾਂ ਹੀ ਹਾਲੇ ਤਾਂ ਕਿਸੇ ਆਪਣੇ ਸਿਵਾ ਅਕਾਲੀ ਦਲ ਤੋਂ ਹੋਰ ਕਿਸੇ ਵੀ ਪਾਰਟੀ ਨੇ ਆਪਣਾ ਕੋਈ ਉਮੀਦਵਾਰ ਘੋਸ਼ਿਤ ਨਹੀਂ ਕੀਤਾ। ਤੇ ਤੁਹਾਨੂੰ ਕੀ ਲੱਗਦਾ ਕਿਹੜੀ ਪਾਰਟੀ ਜਿਹੜੀ ਹੈ ਉਹ ਨੰਬਰ ਲੈ ਜਾਏਗੀ ਇਸ ਵਾਰ?
ਦੇਖੋ ਇਹ ਸਾਡੀ ਤੇ ਇਹ ਹੈ ਕਿ ਪਾਰਟੀ ਪੂਰੀ ਨੇ ਆਪਣੇ ਸ਼ਹਿਰ ਦੇ ਬੰਦੇ ਨੂੰ ਦਿਆਂਗੇ, ਜਿਹੜਾ ਸਾਡਾ ਪ੍ਰਾਥਮਿਕਤਾ ਜਿਹੜਾ ਸਿਆਮਪੁਰ ਦਾ ਹੋਏਗਾ ਉਹਦੇ ਨੂੰ ਸਾਨੂੰ ਅਸੀਂ ਉਹਨੂੰ ਲਾਈਕ ਕਰਾਂਗੇ। ਜਿਹੜੇ ਨਿਵਰਤਮਾਨ ਵਿਧਾਇਕ ਨੇ ਉਹ ਵੀ ਸੁਜਾਨਪੁਰ ਦੇ ਹਲਕੇ ਦੇ ਹੀ ਸੀਗੇ, ਕੀ ਤੁਹਾਨੂੰ ਲੱਗਦਾ ਹੈ ਕਿ ਉਹ ਤੁਹਾਡੀ ਕਸੌਟੀ ਤੇ ਖਰੇ ਉਤਰੇ ਨੇ? ਬਿਲਕੁਲ ਨਹੀਂ, 15 ਸਾਲ 'ਚ ਕੁਝ ਨਹੀਂ ਕੀਤਾ ਉਹਨੂੰ। ਜੇ ਅਸੀਂ ਪਿਛਲੇ 5 ਸਾਲ ਦਾ ਰਿਕਾਰਡ ਦੇਖੀਏ, ਪੰਜਾਂ ਦੇ ਵਿੱਚੋਂ ਕਿੰਨੇ ਨੰਬਰ ਵਿਧਾਇਕ ਨਿਵਰਤਮਾਨ ਵਿਧਾਇਕ ਨੂੰ ਜਾਂਦੇ ਨੇ? 5-7 ਨੰਬਰ। 5 ਦੇ ਵਿੱਚੋਂ ਤੁਸੀਂ 5 ਨੰਬਰ ਦੇ 5 ਦੇ ਵਿੱਚੋਂ 0। 5 ਦੇ ਵਿੱਚੋਂ 0 ਨੰਬਰ ਦੇ ਦਿਓ। ਕੋਈ ਇਹੋ ਜਿਹਾ ਕੰਮ ਕੋਈ ਨਹੀਂ ਕੀਤਾ ਉਹਨੇ। ਕੀ ਕੀਤਾ ਕਮਲ ਕੇ ਦਾ? ਕੋਈ ਨਹੀਂ। ਇੱਕ ਬੱਸ ਸਟੈਂਡ ਤੱਕ ਨਹੀਂ ਬਣ ਸਕਿਆ ਜੋ ਹੁੰਦਾ ਹਿੰਦੁਸਤਾਨ ਪਾਕਿਸਤਾਨ ਜੇ ਆਪਣੇ ਯਾਦ ਹੈ ਸਿਆਮਪੁਰ ਚ ਸੀਵਰੇਜ ਦੀ ਜਿਹੜਾ ਉਹ ਨਹੀਂ ਬਣ ਸਕਿਆ। ਨਹਿਰ ਦੇਖੋ ਇੰਨਾ ਬਹੁਤ ਬੁਰਾ ਹਾਲ ਹੈ, ਗੰਦਗੀ ਪੈਦੀ ਹੈ, ਥਾਂ ਥਾਂ ਕੂੜੇ ਢੇਰ ਲੱਗੇ ਆ। ਹਾਂਜੀ, ਇਸ ਕਰਕੇ ਕੋਈ ਵਿਕਾਸ ਨਹੀਂ ਕੀਤਾ। ਤੇ ਜੇ ਪੰਜਾਬ ਸਰਕਾਰ ਨੂੰ ਤੁਹਾਨੂੰ 5 ਦੇ ਵਿੱਚੋਂ ਨੰਬਰ ਦੇਣੇ ਹੋਣ, ਕਿੰਨੇ ਨੰਬਰ ਪੰਜਾਬ ਸਰਕਾਰ ਨੂੰ ਜਾਂਦੇ? ਕਿਹੜੀ ਚੰਨੀ ਸਰਕਾਰ ਨੂੰ ਦੀ ਜਾਂ ਕੈਪਟਨ ਸਰਕਾਰ ਨੂੰ? ਅੱਛਾ ਜੀ, ਪਹਿਲੇ ਕੈਪਟਨ ਸਰਕਾਰ ਨੂੰ। ਹਾਂਜੀ, ਕੈਪਟਨ ਨੇ ਚਲੋ ਫਿਰ ਥੋੜੇ ਬਹੁਤੇ ਕੰਮ ਕੀਤੇ। ਚੰਨੀ ਤੇ ਸਰ ਮੈਂ ਵੀ ਟਾਫੀਆਂ ਵੰਡ ਰਹੇ ਆ, ਕੁਝ ਨਹੀਂ, ਕੋਈ ਕੁਝ ਨਹੀਂ ਕਰ ਰਿਹਾ। ਕੈਪਟਨ ਸਾਹਿਬ ਨੂੰ ਜੇ ਨੰਬਰ ਦੇਣੇ ਹੋਣ ਤੇ ਕਿਉਂਕਿ ਨਵੀਂ ਇੱਕ ਪਾਰਟੀ ਬਣਾ ਚੁੱਕੇ ਨੇ ਉਹ, ਤੇ 5 ਦੇ ਨੰਬਰ ਦੇ ਵਿੱਚੋਂ ਕਿੰਨੇ ਨੰਬਰ ਤੁਸੀਂ ਉਹਨਾਂ ਨੂੰ ਦਿਓ? ਉਹਨੂੰ 5 ਚੋਂ 5 ਦੇਵਾਂਗੇ ਜੀ। 5 ਚੋਂ 5 ਨੰਬਰ ਦੇਣੇ। ਇਸ ਵਾਰੀ ਤੁਹਾਨੂੰ ਕੀ ਲੱਗਦਾ ਸੁਜਾਨਪੁਰ ਦੇ ਵਿੱਚ ਹਵਾ ਜਿਹੜੀ ਆ ਉਹ ਕਿਸ ਰੁਖ? ਹਾਲੀ ਤੱਕ ਤੇ ਕਿਸੇ ਵੀ ਕੋਈ ਕਿਸੇ ਵੀ ਪਾਰਟੀ ਨੇ ਤੱਕ ਆਪਣਾ ਉਮੀਦਵਾਰ ਕੁਛ ਨਹੀਂ ਕੀਤਾ ਸੋ ਅਕਾਲੀ ਦਲ ਬਾਸਪਾ ਤੋਂ। ਬਸ ਉਹੀ ਰਾਜਕੁਮਾਰ ਗੁਪਤਾ ਹੀ ਆ ਉਹ ਹੋਏਦਾ। ਇਸ ਕਰਕੇ ਲੋਕਾਂ ਦੀ ਇਹ ਹੈ ਕਿ ਆਪਣੇ ਸ਼ਹਿਰ ਦਾ ਬੰਦਾ ਆਏ, ਕੋਈ ਹੈ ਰਾਜਕੁਮਾਰ ਗੁਪਤਾ ਆਏ, ਨਰੇਸ਼ਪੁਰੀ ਆ ਜੇ, ਕੋਈ ਵੀ ਐਨੀਵਨ ਕੋਈ ਵੀ ਆ ਜੇ। ਤੇ ਜੇ ਸਾਰੇ ਹੀ ਉਮੀਦਵਾਰ ਜਿਹੜੇ ਹੈ ਪਾਰਟੀ ਦੇ ਉਹ ਸ਼ਹਿਰ ਦੇ ਵਿੱਚੋਂ ਹੀ ਹੋਣਗੇ, ਫਿਰ ਤੁਹਾਡਾ ਜਿਹੜਾ ਬਾਹਰ ਹੈ ਉਹ ਕੀ ਹੋਵੇਗਾ? ਕਿਹੜੀ ਐਲੀਜੀਬਿਲਿਟੀ ਰਹੇਗੀ? ਫਿਰ ਵੀ ਇਹ ਜਿਹੜਾ ਹਿੰਦੂ ਮਾਈਂਡਡ ਆਪਣਾ ਉਮੀਦਵਾਰ ਹੋਏਗਾ ਉਹਨੂੰ ਵੋਟ ਪਾਵਾਂਗੇ। ਬਹੁਤ ਬਹੁਤ ਧੰਨਵਾਦ ਗੱਲ ਕਰਨ ਲਈ। ਇੱਥੇ ਕੁਝ ਹੋਰ ਲੋਕ ਨੇ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਆਪਣਾ ਨਾਮ ਦੱਸੋ। ਮੇਰਾ ਨਾਮ ਰਮੇਸ਼ ਕੁਮਾਰ ਜੀ। ਵਾਰਡ ਨੰਬਰ 4 ਹੈ ਤੇ 59 ਤੇ ਗਲੀ ਨਾਲੀ ਬਿਲਕੁਲ ਟੁੱਟੀ ਦੀਆਂ, ਕੋਈ ਨਹੀਂ ਬਣਾਈ ਕਿਨੇ 5 ਸਾਲ। ਵੋਟਾਂ ਪੈਣ ਜਾ ਰਹੀਆਂ ਨੇ, ਤੁਹਾਡਾ ਵੋਟ ਕਿਹੜੀ ਪਾਰਟੀ ਨੂੰ ਜਾਵੇ? ਉਹ ਜਿਹੜਾ ਕੰਮ ਕਰੇਗਾ ਉਹਨੂੰ ਦਿਆਂਗੇ, ਇੰਨਾ ਥੋੜੀ ਕਿਸੇ ਨੂੰ ਦੇ ਦੇਣਾ। ਕੋਈ ਸ਼ਰਾਬ ਪੀ ਕੇ ਥੋੜੀ ਦੇ ਦੇਣਾ ਕਿਸੇ ਨੂੰ ਵੋਟ, ਜਾਂ ਰੋਟੀ ਖਾ ਕੇ ਥੋੜੀ ਦੇ ਦੇਣਾ। ਜਿਹੜੀ ਪਿਛਲੀ ਸਰਕਾਰ ਰਹੀ ਹੈ ਉਹਨਾਂ ਨੇ ਕੰਮ ਕਰਵਾਇਆ ਕਿ ਨਹੀਂ ਕਰਵਾਇਆ? ਅਜੇ ਤੱਕ ਕਣਕ ਨਹੀਂ ਸਾਨੂੰ ਫਰੀ ਵਾਲੀ ਮਿਲੀ। ਜਿਹੜੀ ਫਰੀ ਨਵੰਬਰ ਮਹੀਨੇ ਦੀ ਕਣਕ ਉਹ ਡੱਕੀ ਦੀ ਇਹਨਾਂ ਨੇ। ਜਨਵਰੀ ਮਹੀਨਾ ਆ ਗਿਆ, ਨਾ ਪੈਨਸ਼ਨ ਹੈ ਕੋਈ। 3 ਵਾਰੀ ਕਾਪੀਆਂ ਬਣਾਈਆਂ ਲੇਬਰ ਕੋਡ ਦੀ ਇਹਨਾਂ ਨੇ, ਕੱਖ ਕੋਈ ਫਾਇਦਾ ਨਹੀਂ। ਪੈਸੇ ਲੈ ਲੈਂਦੇ ਨੇ ਤੇ ਇਹਨਾਂ ਕਲੀਅਰ ਪਤਾ ਨਹੀਂ ਦਿੰਦੇ ਨਹੀਂ, ਕੋਈ ਨਾ ਬਦਲੀ ਕਰਦੇ ਰਹਿੰਦੇ ਨੇ। 2000 ਰੁਪਏ ਮੇਰਾ ਬਰਬਾਦ ਕੀਤਾ ਨਾ ਕਾਪੀਆਂ 'ਚ, ਕੱਖ ਨਹੀਂ ਦਿੱਤਾ। ਜਿਹੜੇ ਪਿਛਲੇ ਵਿਧਾਇਕ ਨੇ ਦਿਨੇਸ਼ ਸਿੰਘ ਬੱਬੂ, 5 ਦੇ ਵਿੱਚੋਂ ਕਿੰਨੇ ਨੰਬਰ ਦਵੋਗੇ? ਸਾਡੇ ਸਿਆਣਪੁਰ 'ਚ ਇੱਥੇ ਆਂਦਾ ਕੋਈ ਨਹੀਂ। ਇੱਥੇ ਆਏਗਾ ਤੇ ਫਿਰ ਉਹਨੂੰ ਅਸੀਂ ਦਿਖਾਂਗੇ ਵੀ ਕੰਮ ਕਰਾਇਆ, ਤੇ ਕੰਮ ਤੇ ਕੋਈ ਹੈ ਨਹੀਂ। ਗਲੀ ਟੁੱਟੀ ਦੀ, ਬੱਤੀ ਹੈ ਨਹੀਂ। ਤੇ ਇਹਨਾਂ ਆਪਣੇ ਬੂਹੇ ਅੱਗੇ ਨੇ ਸਾਰੇ ਬਲਬ ਲਾਏ ਦੇ ਕਮੇਟੀ ਦੇ। ਸਾਡੇ ਬੂਹੇ ਅੱਗੇ ਦੇਖ ਲਓ ਜਾ ਕੇ ਗਲੀ ਬਿਲਕੁਲ ਕੋਈ ਬਲਬ ਨਹੀਂ। ਆਮ ਆਦਮੀ ਦੇ ਜਿਹੜੇ ਮੁੱਦੇ ਨੇ ਉਹ ਉੱਥੇ ਦੇ ਉੱਥੇ ਖੜੇ ਨੇ। ਹਾਲੇ ਵੀ ਜਿਹੜੀ ਸਿਆਸਤ ਹੈ ਉਹ ਕੇਵਲ ਮੰਚਾਂ ਦੇ ਉੱਤੇ ਹੀ ਰਹੀ ਹੈ, ਕਿਉਂਕਿ ਜਿਹੜੇ ਮੂਲਭੂਤ ਸੁਵਿਧਾਵਾਂ ਨੇ ਉਹ ਹਾਲੇ ਤੱਕ ਸਹੂਲਤਾਂ ਜਿਹੜੀਆਂ ਨੇ ਉਹ ਆਮ ਆਦਮੀ ਦੀ ਪਹੁੰਚ ਦੇ ਵਿੱਚ ਨਹੀਂ ਪਹੁੰਚ ਪਾਈਆਂ, ਹਾਲੇ ਤੱਕ ਨਹੀਂ ਪਹੁੰਚ ਪਾਈ। ਕੁਝ ਹੋਰ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਨਾ ਦੱਸੋ ਜੀ। ਮੇਰਾ ਨਾਮ ਰਾਮਮੂਰਤੀ ਸ਼ਰਮਾ। ਕੀ ਕਹਿਣਾ ਚਾਹੁੰਦੇ ਹੋ, ਕਿਸ ਤਰ੍ਹਾਂ ਦਾ ਰੁਖ ਇਸ ਵੇਲੇ ਰਾਜਨੀਤੀ ਕਿਸ ਰੁਖ ਹੈ? ਕਿ ਰਾਜਨੀਤੀ ਦਾ ਮੈਡਮ ਇਦਾਂ ਹੈ ਵੀ ਰਾਜਨੀਤੀ ਦਾ ਹਲੇ ਕੋਈ ਰੁਖ ਨਹੀਂ, ਕਿਉਂਕਿ ਹਲੇ ਵੀ ਕਿਸੇ ਪਾਰਟੀ ਨੂੰ ਟਿਕਟਾਂ ਵੰਡੀਆਂ ਨਹੀਂ ਹੈ, ਕੋਈ ਹਵਾ ਨਹੀਂ ਹੈ। ਸਿਰਫ ਰਾਜਕੁਮਾਰ ਗੁਪਤਾ ਨੂੰ ਟਿਕਟ ਮਿਲੀ ਦੀ ਹੈ ਤੇ ਉਹ ਲੋਕਾਂ ਨੂੰ ਲੱਗਦਾ ਵੀ ਖਰੀ ਉਹੀ ਹੈ, ਕਿਉਂਕਿ ਜਦੋਂ ਸਾਰੀ ਪਾਰਟੀਆਂ ਵਾਲੀ ਟਿਕਟਾਂ ਵੰਡਣਗੇ ਫਿਰ ਰਾਜਨੀਤੀ ਦੇ ਰੁਖ ਦਾ ਪਤਾ ਲੱਗਣਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਨੁਕਸਾਨ ਕਰੇਗੀ ਪਾਰਟੀਆਂ ਲਈ? ਜਿਹੜੇ ਉਮੀਦਵਾਰ ਐਲਾਨੇ ਨਹੀਂ ਗਏ, ਇਹ ਨੁਕਸਾਨ ਹੋਵੇਗਾ ਪਾਰਟੀਆਂ ਨੂੰ? ਨਹੀਂ, ਨੁਕਸਾਨ ਕੋਈ ਨਹੀਂ ਹੈ, ਕਿਉਂਕਿ ਇਹ ਅੱਗੇ ਵੀ ਇਦਾਂ ਹੀ ਵੰਡਦੀਆਂ ਟਿਕਟਾਂ। ਕਿਉਂਕਿ ਇਹ ਤੇ ਮਤਲਬ ਬੀਜੇਪੀ ਛੱਡ ਕੇ ਤੇ ਅਕਾਲੀ ਦਲ 'ਚ ਹੋਏ ਤੇ ਇਹਨੂੰ ਟਿਕਟ ਦੇ ਦਿੱਤੀ ਉਹਨਾਂ ਨੇ। ਅੱਗੇ ਵੀ ਇਲੈਕਸ਼ਨ ਹੋਏ ਨੇ, ਕਦੀ ਡੀਏ ਦੀ ਟਿਕਟਾਂ ਨਹੀਂ ਮਿਲਦੀਆਂ, ਟਿਕਟਾਂ ਮਿਲ ਜਾਣੀਆਂ ਨੇ, ਕੋਈ ਨੁਕਸਾਨ ਵਾਲੀ ਕੋਈ ਗੱਲ ਨਹੀਂ ਹੈ। ਤੇ ਸੁਜਾਨਪੁਰ ਦੇ ਵਿੱਚ ਹਮੇਸ਼ਾ ਹੀ ਦੇਖਿਆ ਜਾਂਦਾ ਹੈ ਕਿ ਟਿਕਟ ਦੀ ਜਿਹੜੀ ਐਲਾਨ ਹੈ ਉਹ ਸਭ ਤੋਂ ਬਾਅਦ ਵਿੱਚ ਹੁੰਦਾ ਹੈ, ਭੋਆ ਤੇ ਪਠਾਨਕੋਟ ਹਲਕੇ ਤੋਂ ਬਾਅਦ ਹੁੰਦਾ ਹੈ। ਇਹਦਾ ਕਾਰਨ ਕੀ? ਇਹਦਾ ਕਾਰਨ ਇਹ ਹੈ ਵੀ ਦੇਖੋ, ਜਿੱਥੇ ਪਠਾਨਕੋਟ ਦੇ ਭੋਏ ਦੀ ਗੱਲ ਹੈ ਉੱਥੇ ਹੁੰਦੇ ਆ ਤੇ ਇੱਕ ਦੋ ਕੈਂਡੀਡੇਟ ਜਿਹੜੇ ਮਤਲਬ ਕਰਦੇ ਨੇ, ਮਤਲਬ ਕਿ ਟਿਕਟ ਲੈਣ ਵਾਸਤੇ ਜਾਂਦੇ ਆ। ਸੁਜਾਨਪੁਰ ਜਿਹੜੀ ਕੰਸਟੀਚੁਐਂਸੀ ਹੈ ਇਹ ਇਹਦੀ ਬਦਕਿਸਮਤੀ ਸਮਝ ਲਓ ਤੁਸੀਂ ਵੀ ਇੱਥੇ ਜਿਹੜੇ ਵੀ ਲੀਡਰ ਨੇ ਉਹ ਸਾਰੇ ਟਿਕਟ ਹੀ ਲੱਭਦੇ, ਐਮਐਲਏ ਬਣਨਾ ਚਾਹੁੰਦੇ ਆ। ਤੇ ਇਸ ਕਰਕੇ ਪਾਰਟੀ ਜਿਹੜੀ ਹੈ ਹਾਈ ਕਮਾਨ ਹੈ ਉਹ ਸੋਚਦੀ ਹੈ ਵੀ ਪਹਿਲਾਂ ਸਾਰੀਆਂ ਟਿਕਟਾਂ ਡਿਕਲੇਅਰ ਹੋ ਲੈਂਦੇ ਹੋ, ਬੀਜੇਪੀ ਦੀਆਂ ਵੀ ਹੋ ਲੈਂਦੇ ਹੋ, ਆਪ ਦੀਆਂ ਵੀ ਹੋ ਲੈਂਦੇ ਹੋ, ਅਕਾਲੀਆਂ ਦੀ ਵੀ ਹੋ ਲੈਂਦੇ, ਸਾਰੀਆਂ ਦੀ ਹੋ ਜਾਣਗੇ ਜਿਸਲੇ ਐਮਐਲਏ ਜਿਹੜੇ ਫਿੱਟ ਹੋ ਜਾਣਗੇ ਸਾਰੇ, ਤੇ ਫਿਰ ਲਾਸਟ ਜਾ ਕੇ ਸੁਜਾਨਪੁਰ ਦੀ ਕਰ ਦਾਂਗੇ
ਕਿਉਂਕਿ ਕੋਈ ਬੰਦਾ ਵੀ ਟੁੱਟੇਗਾ ਨਹੀਂ, ਕੋਈ ਪਾਰਟੀ ਦੂਜੀ ਵੀ ਨਹੀਂ ਜਾਏਗਾ। ਇਸ ਕਰਕੇ ਇਹਨਾਂ ਨੇ ਇੱਕ ਸਟ੍ਰੈਟਜੀ ਬਣਾਈ ਦੀ ਹੈ ਵੀ ਅਸੀਂ ਸੁਜਾਨਪੁਰ ਦੀ ਜਿਹੜੀ ਸੀਟ ਹੈ ਇਹ ਸਭ ਤੋਂ ਲਾਸਟ 'ਚ ਡਿਕਲੇਅਰ ਕਰਨੀ ਹੈ, ਮਗਰ ਲਾਸਟ ਡਿਕਲੇਅਰ ਕਰਨ ਦਾ ਇਹਨਾਂ ਨੂੰ ਨੁਕਸਾਨ ਹੁੰਦਾ ਹੈ। ਪੰਜਾਬ ਦੀ ਜੇ ਅਸੀਂ ਗੱਲ ਕਰੀਏ, ਪੂਰੀ ਰਾਜਨੀਤੀ ਜੇ ਅਸੀਂ ਉੱਧਰ ਦੀ ਗੱਲ ਕਰੀਏ, ਇਸ ਵੇਲੇ ਤੁਹਾਨੂੰ ਕੀ ਲੱਗਦਾ ਹੈ ਕਿ ਰੁਖ ਜਿਹੜਾ ਹੈ ਉਹ ਹਵਾ ਦਾ ਰੁਖ ਕੀ ਕਹਿ ਰਿਹਾ, ਕਿਹੜੀ ਪਾਰਟੀ ਨੂੰ ਜ਼ਿਆਦਾ ਜਿਹੜੇ ਵੋਟ ਆ ਮਿਲਣ ਵਾਲੇ ਨੇ? ਦੇਖੋ ਜੀ, ਮੈਂ ਗੱਲ ਇੱਦਾਂ ਹੈ ਵੀ ਹਵਾ ਦਾ ਰੁਖ ਦੇ ਲਈ ਕੋਈ ਨਹੀਂ ਹੈ। ਹਾਂ, ਅਗਰ ਸਿੱਧੂ ਜਿਹੜੇ ਇਸ ਲਈ ਸਾਡੀ ਕਾਂਗਰਸ ਦੇ ਜਿਹੜੇ ਨੇ ਪ੍ਰੈਜ਼ੀਡੈਂਟ ਨੇ, ਇਹ ਆਪਣੀਆਂ ਜਿਹੜੀਆਂ ਮੂੰਹ ਫਟ ਜਿਹਨੂੰ ਕਹਿੰਦੇ ਆ ਅਸੀਂ, ਇਹਦੇ ਤੋਂ ਬਾਜ ਆ ਜਾਣ ਤੇ ਹੱਲੇ ਵੀ ਕੁਛ ਨਹੀਂ ਵਿਗੜਦਾ, ਕਿਉਂਕਿ ਹੱਲੇ ਵੀ ਪੰਜਾਬ 'ਚ ਕਾਂਗਰਸ ਰਿਪੀਟ ਹੋ ਸਕਦੀ ਹੈ। ਮਗਰ ਸਾਡੀ ਸਮਝ ਤੋਂ ਬਾਹਰ ਹੈ ਵੀ ਹਾਈ ਕਮਾਂਡ ਦੇ ਦਿਮਾਗ 'ਚ ਕੀ ਚੱਲ ਰਿਹਾ। ਪਿਛਲੀ ਕਾਂਗਰਸ ਸਰਕਾਰ ਨੂੰ 5 ਦੇ ਵਿੱਚੋਂ ਕਿੰਨੇ ਨੰਬਰ ਤੁਹਾਡੇ ਵੱਲੋਂ? ਤੇ 5 ਦੇ ਪਿਛਲੀ ਜਿਹੜੀ ਮਨਿੰਦਰ ਦੀ ਸਰਕਾਰ ਹੈ ਉਹ ਅਸੀਂ 5 ਦੇ ਵਿੱਚੋਂ 3.5 ਨੰਬਰ ਦੇਵਾਂਗੇ। ਬਾਕੀ ਜਿਹੜਾ 1.5 ਨੰਬਰ ਹੈ ਉਹ ਚੰਨੀ ਨੇ ਜਿਹੜਾ ਕੀਤਾ ਹੈ, ਕਿਉਂਕਿ ਉਹਨਾਂ ਨੇ ਵੀ ਠੀਕ ਕੰਮ ਕੀਤੇ ਆ। ਦੇਖੋ, ਹਰ ਸਰਕਾਰਾਂ ਦਾ ਹਰ ਸਰਕਾਰ ਦਾ ਇਹ ਕੰਮ ਹੁੰਦਾ ਹੈ। ਅੱਜ 70 ਸਾਲ ਹੋ ਗਿਆ ਸਾਡਾ ਭਾਰਤ ਆਜ਼ਾਦ ਹੋਏ ਦੇ, ਜਿਹੜੀਆਂ ਵੀ ਸਰਕਾਰਾਂ ਆਈਆਂ ਨੇ ਉਹ ਆਮ ਜਨਤਾ ਨੂੰ ਲੋਲੀਪੌਪ ਹੀ ਦਿੱਤਾ ਹੈ, ਕਿਉਂਕਿ ਝੂਠ ਹੀ ਮਾਰਿਆ ਹੈ। ਕਿਉਂਕਿ ਜਦੋਂ ਵੀ ਇਲੈਕਸ਼ਨ ਆਉਂਦੇ ਆ ਉਦੋਂ ਇਹ ਝੂਠੇ ਵਾਅਦੇ ਕਰਦੇ ਆ। ਸੁਜਾਨਪੁਰ ਦੇ ਵਿੱਚ ਬੀਜੇਪੀ ਜਿਹੜੀ ਹੈ ਉਹ ਪਿਛਲੇ 3 ਟਰਮਸ ਦੇ ਤੋਂ ਕਾਬਿਜ਼ ਹੈ, ਉਹਨਾਂ ਨੂੰ 5 ਦੇ ਵਿੱਚੋਂ ਕਿੰਨੇ ਨੰਬਰ ਤੁਹਾਡੇ ਵੱਲੋਂ? ਦੇਖੋ ਜੀ, ਅਗਰ ਬੀਜੇਪੀ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਅਸੀਂ 2, 2.5, 3 ਨੰਬਰ ਦੇ ਦਾਂਗੇ। ਮਗਰ ਜਿਹੜਾ ਸਾਡਾ MLA ਸਾਹਿਬ ਹੈ ਉਹ ਸੁਜਾਨਪੁਰ ਕੰਸਟੀਚੁਐਂਸੀ ਵਾਸਤੇ ਉਹਨੂੰ ਕੁਛ ਨਹੀਂ ਕੀਤਾ। ਦੇਖੋ ਜੀ, ਮੇਨ ਜਿਹੜੇ ਸੁਜਾਨਪੁਰ ਦੇ ਮੁੱਦੇ ਨੇ, ਹਸਪੀਟਲ ਮੇਨ ਮੁੱਦਾ ਹੈ। ਇੱਥੇ ਕੋਈ ਹਸਪੀਟਲ ਹੈ ਮਗਰ ਇੱਥੇ ਕੋਈ ਡਾਕਟਰ ਨਹੀਂ ਹੁੰਦੇ। ਬੱਸ ਸਟੈਂਡ ਮੇਨ ਮੁੱਦਾ ਹੈ, ਕੋਈ ਬੱਸ ਸਟੈਂਡ ਨਹੀਂ। ਰਘਨਾਥ ਸਾਹਿਬਪੁਰੀ ਜੀ ਨੇ ਇੱਥੇ ਬੱਸ ਸਟੈਂਡ ਜਿਹੜੀ ਸਟੈਬਲਿਸ਼ ਕੀਤਾ ਸੀ, ਮਗਰ ਉਹਨੂੰ ਕੋਈ ਚਲਾਇਆ ਕਿਸੇ ਨੇ ਨਹੀਂ ਹੈ। ਉਹਦੇ ਬਾਅਦ ਸੀਵਰੇਜ ਮੇਨ ਮੁੱਦਾ ਹੈ, ਕਿਉਂਕਿ ਛੋਟੇ ਸ਼ਹਿਰਾਂ ਛੋਟੇ ਪਿੰਡਾਂ 'ਚ ਵੀ ਸੀਵਰੇਜ ਬਣ ਗਿਆ, ਮਗਰ ਸੁਜਾਨਪੁਰ 'ਚ ਕੋਈ ਸੀਵਰੇਜ ਨਹੀਂ ਬਣਿਆ। ਤੁਹਾਨੂੰ ਨਹੀਂ ਲੱਗਦਾ ਕਿ ਹਰ 5 ਸਾਲ ਬਾਅਦ ਜਦੋਂ ਵੀ ਅਸੀਂ ਇਸ ਸਰਵੇ ਨੂੰ ਕਰਦੇ ਆ, ਇਹੀ ਮੁੱਦੇ ਬਾਰ-ਬਾਰ ਘੁੰਮ-ਘੁਮਾ ਕੇ ਆਉਂਦੇ ਨੇ ਕਿ ਆਵਾਜ਼ ਨਹੀਂ ਪਹੁੰਚ ਪਾਉਂਦੀ ਜਾਂ ਜਾਣਬੁੱਝ ਕੇ ਤੁਹਾਡੀ ਆਵਾਜ਼ ਨੂੰ ਅਣਗੌਲਿਆ ਜਾਂਦਾ ਹੈ? ਕਿਉਂਕਿ ਹਰ ਵਾਰ ਮੁੱਦੇ ਇਹੀ ਰਹਿੰਦੇ ਨੇ, ਫਿਰ ਵੀ ਹੱਲ ਨਹੀਂ ਹੁੰਦਾ। ਦੇਖੋ ਜੀ, ਜਿੰਨਾ ਚਿਰ ਸਾਨੂੰ ABC ਨਹੀਂ ਆਏਗੀ ਅਸੀਂ ਅਗਲਾ ਲੈਸਨ ਕਿੱਦਾਂ ਪੜਾਂਗੇ? ਸਾਡੇ ਜਿਹੜੇ ਮੇਨ ਮੁੱਦੇ ਨੇ, ਜਨਤਾ ਦੇ ਜਿਹੜੇ ਮੇਨ ਮੁੱਦੇ ਨੇ, ਉਹ ਜਿਹੜੀ ਜਿੰਨੇ ਵੀ ਸਰਕਾਰਾਂ ਜਿਹੜੀਆਂ ਨੇ, ਇਹ ਜਿੰਨੇ ਵੀ ਇੱਥੇ ਬਣੇ ਨੇ, ਸਰਕਾਰ ਬਣੀ ਨੇ, ਜੇ ਕਾਂਗਰਸ ਦੀ ਬਣੀ ਹੈ, BJP ਬਣੀ ਹੈ, ਜੋ ਵੀ ਬਣੀ ਹੈ, ਉਹ ਉਹਨਾਂ ਦੇ ਕੋਈ ਵੀ ਦੇਖਭਾਲ ਨਹੀਂ ਕੀਤੀ ਜਾਂਦੀ, ਕਿਉਂਕਿ ਉਹ ਸੋਚਦੇ ਨੇ ਹੁਣ ਅਸੀਂ ਇਲੈਕਸ਼ਨ ਜਿੱਤ ਲਿਆ, ਫਿਰ ਅਗਲੀ ਵਾਰੀ ਇਹਨਾਂ ਨੂੰ ਹੋਰ ਮੁੱਦਿਆਂ 'ਚ ਉਲਝਾ ਦੇਵਾਂਗੇ, ਕਿਸੇ ਕੰਮ 'ਚ ਉਲਝਾ ਦੇਵਾਂਗੇ। ਮਗਰ ਸਾਡੇ ਸੁਜਾਨਪੁਰ ਦੀ ਬਦਕਿਸਮਤੀ ਹੈ। ਮੈਂ ਸਰਕਾਰਾਂ ਅੱਗੇ ਅਪੀਲ ਕਰਨਾ ਚਾਹੁੰਦਾ ਵੀ ਜਿਹੜੇ ਵੀ ਪਾਰਟੀ ਵਾਲੇ ਜਿਹੜੇ ਵੀ ਗਲਤ ਲੋਕਾਂ ਨੂੰ ਮਤਲਬ ਕਿ ਮੁਫਤ ਚੀਜ਼ਾਂ ਵੰਡਦੇ ਨੇ, ਮਤਲਬ ਕੋਈ ਕਹਿੰਦਾ ਲਾਈਟ ਫਰੀ ਦੇ ਦਾਂਗੇ, ਕੋਈ ਕਹਿੰਦਾ 1000 ਰੁਪਏ ਦੇ ਦਾਂਗੇ, ਕੋਈ ਕਹਿੰਦਾ 200 ਯੂਨਿਟ ਦੇ ਦਾਂਗੇ, ਕੋਈ ਕਹਿੰਦਾ 400 ਯੂਨਿਟ ਦੇ ਦਾਂਗੇ। ਮੈਂ ਇਹਨਾਂ ਨੂੰ ਕਹਿਣਾ, ਆਪਣਾ ਜਿੰਨੇ ਵੀ ਇਲੈਕਸ਼ਨ ਕਮਿਸ਼ਨ ਹੈ ਇਹਨਾਂ ਦਾ ਮੈਨੀਫੈਸਟੋ ਜਿਹੜਾ ਰਜਿਸਟਰਡ ਹੋਣਾ ਚਾਹੀਦਾ। ਜਿਹੜੀ ਸਰਕਾਰ ਬਣਦੀ ਹੈ ਉਹ ਆਪਣੇ ਮੈਨੀਫੈਸਟੋ ਤੇ ਖਰੀ ਨਹੀਂ ਤੁਰਦੀ, ਉਹਨਾਂ ਨੂੰ ਸਾਲ ਇੱਕ ਦੇਖ ਕੇ ਉਸ ਸਰਕਾਰ ਨੂੰ ਡਿਸਕੁਆਲੀਫਾਈਡ ਕਰੋ, ਕਿਉਂਕਿ 70 ਸਾਲ ਹੋ ਗਏ ਲੋਕਾਂ ਨੂੰ ਇਹ ਬੇਵਕੂਫ ਬਣਾ ਰਹੇ ਨੇ। ਮਗਰ ਮੈਂ ਆਪਣੀ ਜਨਤਾ ਅੱਗੇ ਵੀ ਬੇਨਤੀ ਕਰਦਾ ਕਿ ਹੁਣ ਤੁਸੀਂ ਬੇਵਕੂਫ ਨਾ ਬਣੋ, ਪੜ੍ਹੇ ਲਿਖੇ ਵਾਲੇ ਕੰਮ ਕਰੋ, ਚੰਗੇ ਕੰਮ ਕਰੋ। ਜਿਹੜੀ ਸਰਕਾਰ ਤੁਹਾਨੂੰ ਪੈਸਾ ਦਿੰਦੀ ਹੈ, ਸ਼ਰਾਬ ਦਿੰਦੀ ਹੈ, ਗਲਤ ਕੰਮਾਂ ਵਾਸਤੇ ਤੁਹਾਨੂੰ ਪੈਸੇ ਦੇ ਕੇ ਮੁੜ ਕੇ ਤੁਹਾਨੂੰ ਮਹੀਨਾ ਇੱਕ ਤਰਲੇ ਕਰਕੇ 5 ਸਾਲ ਤੁਹਾਡੇ ਤਰਲੇ ਕਰਾਉਂਦੇ ਆ, ਇਸ ਸਰਕਾਰ ਨੂੰ ਬਿਲਕੁਲ ਵੀ ਇਗਨੋਰ ਕਰੋ। ਤੇ ਜਿਹੜੀ ਸਰਕਾਰ ਕੰਮ ਕਰੇਗੀ, ਜਿਹੜੀ ਪਾਰਟੀ ਕੰਮ ਕਰੇਗੀ, ਜਿਹੜਾ ਉਮੀਦਵਾਰ ਜਿਹੜਾ ਹੈ ਲੋਕਾਂ ਦੀ ਉਮੀਦਾਂ ਤੇ ਖਰਾ ਉਤਰੇਗਾ, ਉਹਨੂੰ ਵੋਟ ਪਏਗੀ। ਤੁਹਾਡਾ ਚੁਣਾਵ ਜਿਹੜੇ ਨੇ ਉਹਨਾਂ ਦੀ ਤਰੀਕ ਤੈਅ ਹੋ ਚੁੱਕੀ ਹੈ, ਕੀ ਲੱਗਦਾ ਤੁਹਾਨੂੰ ਇਸ ਵਾਰ ਸੁਜਾਨਪੁਰ ਦੀ ਜਨਤਾ ਕਿਹਦੇ ਤੇ ਵਿਸ਼ਵਾਸ ਜਤਾਏਗੀ? ਦੇਖੋ ਜੀ, ਸਭ ਤੋਂ ਪਹਿਲੇ ਅਸੀਂ ਇਹ ਕਰਨੇ ਆ ਵੀ ਜਿਹੜਾ ਇਸ ਵੇਲੇ ਮੁੱਖ ਮੰਤਰੀ ਬਣੇ ਚਰਨਜੀਤ ਚੰਨੀ, ਬਹੁਤ ਵਧੀਆ ਉਹਨੇ ਕੰਮ ਕੀਤੇ ਆ। 2 ਕਿਲੋ ਬਾੜ ਵਾਲਿਆਂ ਦਾ ਜਿਹੜਾ ਉਹ ਬਿੱਲ ਮਾਫ ਕੀਤੇ ਆ। ਉਹਦੇ ਬਾਅਦ ਹੁਣ ਜਿਹੜੀ 4 ਰੁਪਏ 20 ਪੈਸੇ ਯੂਨਿਟ ਸੀ ਉਹ 1 ਰੁਪਏ 20 ਪੈਸੇ ਕੀਤੀ ਹੈ, ਜਿਹੜੀ 576 ਸੀ ਉਹ 276 ਕੀਤੀ ਹੈ। ਮਤਲਬ 3 ਰੁਪਏ ਯੂਨਿਟ ਦਾ ਹਰ ਕਿਸੇ ਨੇ ਕੀਤਾ। ਇੰਨੇ ਥੋੜੇ ਸਮੇਂ ਦੇ ਵਿੱਚ ਇੰਨਾ ਕੰਮ ਕਰਨਾ, ਮੈਂ ਕਹਿੰਦਾ ਕਿ ਬਹੁਤ ਵਧੀਆ ਕੰਮ ਕੀਤਾ। ਇਹੋ ਜਿਹਾ ਕੋਈ ਵੀ ਮੁੱਖ ਮੰਤਰੀ ਜਿਹੜਾ ਉਹਨੇ ਅਜੇ ਤੱਕ ਨਹੀਂ ਕੀਤਾ। ਕਈ ਹਜ਼ਾਰ ਕਰੋੜ ਦਾ ਜਿਹੜਾ ਕਰਜ਼ਾ ਹੈ ਉਹ ਪੰਜਾਬ ਦੇ ਸਿਰ ਤੇ ਆ ਚੁੱਕਿਆ, ਔਰ ਜਿਹੜੇ ਐਲਾਨ ਮੁੱਖ ਮੰਤਰੀ ਸਾਹਿਬ ਕਰ ਰਹੇ ਸੀਗੇ, ਔਰ ਉਹਦਾ ਜਿਹੜਾ ਅਸਰ ਹੈ ਉਹ ਸਿੱਧੇ ਪੰਜਾਬ ਦੇ ਬਜਟ ਤੇ ਪਿਆ। ਕਰਜ਼ਾ ਬਹੁਤ ਵੱਧ ਗਿਆ ਜਿਹੜੇ ਵੀ ਐਲਾਨ ਹੋਏ ਨੇ, ਇਹਦਾ ਕੋਈ ਫੁੱਲ ਪ੍ਰੂਫ ਪਲਾਨ ਕਾਂਗਰਸ ਦੇ ਕੋਲ ਹੋਵੇਗਾ? ਮੈਂ ਤੁਹਾਨੂੰ ਦੱਸਾਂ, ਇਹ ਜਿਹੜੇ ਕਰਜ਼ਿਆਂ ਦੀ ਗੱਲ ਕਰਦੇ, ਜਿਹੜੀ ਵੀ ਸਰਕਾਰ ਕਹੇਗੀ ਉਹਨਾਂ ਦੇ ਕਰਨਾ ਹੀ ਕਰਨਾ ਕੰਮ, ਉਹਨਾਂ ਨੇ ਲੋਸਮੈਂਟਾਂ ਕਰਨੀਆਂ ਨਾ, ਉਹਨਾਂ ਕੰਮ ਕਰਾਣੇ ਕਰਜ਼ੇ ਚੜ੍ਹਨੇ ਚੜ੍ਹਨੇ। ਸੁਜਾਨਪੁਰ ਦੇ ਵਿੱਚ ਕੈਂਡੀਡੇਟ ਦਾ ਹਾਲੇ ਤੱਕ ਕੋਈ ਐਲਾਨ ਨਹੀਂ ਹੋਇਆ, ਤੁਹਾਨੂੰ ਕੀ ਲੱਗਦਾ ਟਿਕਟ ਕਿਹਨੂੰ ਜਾਵੇਗੀ? ਇਹਦੇ ਜੇ ਟਿਕਟ ਮਿਲਣ ਤੇ ਹੀ ਆ ਨਾ, ਕਿਹੜੇ ਕੈਂਡੀਡੇਟ ਆਉਂਦੇ ਆ। ਬਹੁਤ ਸਾਰੇ ਕੈਂਡੀਡੇਟ ਚੁਣਾਵ ਮੈਦਾਨ 'ਚ ਨੇ, ਤੁਹਾਨੂੰ ਕੀ ਲੱਗਦਾ ਕਿਹਨੂੰ ਟਿਕਟ ਜਾਣੀ ਚਾਹੀਦੀ ਹੈ?
ਟਿਕਟ ਦੇ ਵਿੱਚ ਇਸ ਵੇਲੇ ਅਮਿਤ ਮੰਟੂ ਵੀ ਠੀਕ ਹੈ ਤੇ ਉਹ ਨਰੇਸ਼ਪੁਰੀ ਠੀਕ ਹੈ। ਫਾਈਟ ਹੈ ਜਿਹੜੀ ਉਹ ਨਰੇਸ਼ਪੁਰੀ ਕੱਢੇਗਾ ਇੱਥੋਂ। ਤੁਹਾਨੂੰ ਲੱਗਦਾ ਨਰੇਸ਼ਪੁਰੀ ਨੂੰ ਜੇ ਟਿਕਟ ਦਿੰਦੇ ਆ ਤੇ ਉਹ ਜਿੱਤ ਸਕਣਗੇ? ਹਾਂ, ਆਮ ਆਦਮੀ ਪਾਰਟੀ ਦਾ ਕੀ ਬੇਸ ਮੰਨਦੇ ਹੋ? ਕੋਈ ਉਹਦੇ ਆਧਾਰ ਹੀ ਕੁਝ ਨਹੀਂ। ਆਮ ਆਦਮੀ ਪਾਰਟੀ ਨਿਵਰਤਮਾਨ ਵਿਧਾਇਕ ਜਿਹੜੇ ਪਿੱਛੇ ਦੀ ਗੱਲ ਕਰੋ, ਉਧਰ ਹੋਏਗਾ, ਇੱਧਰ ਤੇ ਆਮ ਆਦਮੀ ਦਾ। ਦਿਨੇਸ਼ ਸਿੰਘ ਬੱਬੂ ਨੂੰ ਕਿੰਨੇ ਨੰਬਰ 5 ਦੇ ਵਿੱਚੋਂ? 5 ਦੇ ਵਿੱਚੋਂ ਲੈ ਲਓ 2 ਨੰਬਰ ਦਿੰਦੇ ਨੇ 5 ਦੇ ਵਿੱਚੋਂ। ਤੇ ਸੁਜਾਨਪੁਰ ਦੇ ਲੋਕਾਂ ਦੀ ਨਬਜ਼ ਟਟੋਲ ਰਹੇ ਹਾਂ ਅਸੀਂ, ਔਰ ਵਿਧਾਨ ਸਭਾ ਚੋਣਾਂ 2022 ਦੇ ਲਈ ਕੀ ਵਿਚਾਰ ਨੇ ਇਹ ਅਸੀਂ ਜਾਣ ਰਹੇ ਹਾਂ। ਇਸ ਵੇਲੇ ਅਸੀਂ ਸੁਜਾਨਪੁਰ ਦੇ ਪੁਲ ਨੰਬਰ 4 ਤੇ ਖੜੇ ਹਾਂ। ਕੁਝ ਹੋਰ ਨਾਗਰਿਕਾਂ ਦੇ ਨਾਲ ਗੱਲਬਾਤ ਜਾਰੀ ਰੱਖਾਂਗੇ। ਨਾਂ ਦੱਸੋ ਜੀ ਆਪਣਾ। ਮੇਰਾ ਨਾਮ ਅਸ਼ਵਨੀ ਕੁਮਾਰ ਹੈ ਜੀ। ਕੀ ਲੱਗਦਾ ਹੈ ਇਹ ਚੁਣਾਵ ਜਿਹੜੇ ਹੈ ਉਹ ਕਿਸ ਤਰ੍ਹਾਂ ਪਿਛਲੇ ਚੁਣਾਵ ਤੋਂ ਅਲੱਗ ਹੋਣਗੇ? ਸਰਕਾਰ ਜਿਹੜੀ ਹੈ ਉਹ ਬਦਲੇਗੀ ਜਾਂ ਫਿਰ ਉਹੀ ਪਾਰਟੀ ਜਿਹੜੀ ਵਾਪਸ ਆਏਗੀ? ਸਾਡੇ ਹਿਸਾਬ ਨਾਲ ਤਾਂ ਇਹ ਲੱਗਦਾ ਹੈ ਜੀ ਇਸ ਵਾਰੀ ਜਿਹੜੇ ਚੁਣਾਵ ਹੈ ਉਹ ਬਦਲਣੇ ਚਾਹੀਦੇ। ਲੋਕਾਂ ਦਾ ਰੁਝਾਨ ਹੈ ਕਿ ਇਸ ਵਾਰੀ ਚੇਂਜ ਚਾਹੀਦਾ। ਚੇਂਜ ਤੁਸੀਂ ਕਿਸ ਨੂੰ ਪਾਰਟੀ ਜਿਹੜੀ ਰਵਾਇਤੀ ਪਾਰਟੀਆਂ ਨੇ ਕਾਂਗਰਸ ਤੇ ਬੀਜੇਪੀ ਉਹਦੇ ਵਿਚਕਾਰ ਹੀ ਮੁਕਾਬਲਾ ਰਹੇਗਾ ਜਾਂ ਤੀਸਰੀ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਹੈ ਉਹ ਸਰਕਾਰ ਬਣਾ ਸਕਦੀ ਹੈ? ਤੇ ਰੁਝਾਨ ਦੇ ਜਿਹੜੇ ਜੱਜ ਸਾਹਿਬ ਦੀ ਪੋਜੀਸ਼ਨ ਹੈ ਜੀ, ਇਹ ਤੇ ਕਹਿੰਦੀ ਹੈ ਕਿ ਜਿਹੜੀ ਬੀਜੇਪੀ ਨੂੰ ਵੀ ਲੋਕੀ ਕਈ ਪਸੰਦ ਕਰਦੇ ਨੇ, ਮੋਦੀ ਨੂੰ ਕਾਫੀ ਪਸੰਦ ਕਰਦੇ ਨੇ, ਠੀਕ ਹੈ ਜੀ। ਕੁਝ ਬੰਦੇ ਜਿਹੜੇ ਉਹ ਵਿੱਚੋਂ ਕਹਿ ਰਹੇ ਕਿ ਨਹੀਂ ਜੀ ਪਾਰਟੀ ਅੱਛੀ ਨਹੀਂ ਹੈਗੀ, ਠੀਕ ਹੈ ਜੀ। ਤੇ ਕੁਝ ਇਹ ਕਹਿ ਰਹੇ ਆ ਕਿ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਪਸੰਦ ਕਰ ਰਹੇ ਆ। ਤੁਹਾਡਾ ਪਰਸਨਲੀ ਕੀ ਮੰਨਣਾ ਹੈ ਜਿਹੜਾ ਪਿਛਲੇ 5 ਸਾਲ ਦਾ ਕਾਰਜਕਾਲ ਕਹਿ ਲਈਏ ਜਾਂ 3 ਟਰਮ ਤੋਂ ਵਿਧਾਇਕ ਰਹੇ ਨੇ ਦਿਨੇਸ਼ ਸਿੰਘ ਬੱਬੂ, 5 ਦੇ ਵਿੱਚੋਂ ਕਿੰਨੇ ਨੰਬਰ ਉਹ ਲੈਂਦੇ ਨੇ? ਮੇਰੇ ਹਿਸਾਬ ਨਾਲ ਤੇ 100 ਤੋਂ 100 ਲੈਂਦੇ ਨੇ ਜੀ ਉਹ। 5 ਚੋਂ 5 ਨੰਬਰ ਤੁਸੀਂ ਮਤਲਬ ਪੂਰੇ ਨੰਬਰ ਦੇ? ਪੂਰੇ ਨੰਬਰ ਦੇ ਰਹੇ ਨੇ। ਕਿਹੜੇ 2 ਕੰਮ ਤੁਸੀਂ ਗਿਣਾ ਸਕਦੇ ਹੋ ਦਿਨੇਸ਼ ਸਿੰਘ ਬੱਬੂ ਦੇ? ਦੀ ਸਭ ਤੋਂ ਵੱਡੀ ਤੇ ਗੱਲ ਇਹ ਹੈ ਜੀ ਉਹਦੇ ਰਾਜ ਦੇ ਵਿੱਚ ਕੋਈ ਗੁੰਡਾਗਰਦੀ ਨਹੀਂ ਹੋਈ। ਤੁਸੀਂ ਇਹ ਮੰਨਦੇ ਹੋ ਕਿ 5 ਸਾਲ ਦੇ ਵਿੱਚ ਉਹਨਾਂ ਨੇ ਕੋਈ ਬਿਲਕੁਲ ਗੁੰਡਾਗਰਦੀ ਕੋਈ ਨਹੀਂ ਹੁੰਦੀ। ਜਿੱਦਾਂ ਆਮ ਜਨਤਾ ਪਬਲਿਕ ਆ ਉਹਨੂੰ ਉਹਦੇ ਨਾਲ ਪੂਰਾ ਸਹਿਯੋਗ ਕੀਤਾ। ਬਾਕੀ ਤੁਸੀਂ ਇਹ ਕਹਿ ਸਕਦੇ ਹੋ ਕਿ ਉਹਨਾਂ ਨੇ ਜਿਹੜੇ ਕੰਮ ਆਪਣੇ ਤੌਰ ਤੇ ਹੋਣੇ ਸੀ ਉਹ ਕਰਵਾਏ ਆ ਜਦ ਤੱਕ ਉਹਦੀ ਪਹੁੰਚ ਸੀ, ਠੀਕ ਹੈ ਜੀ। ਜਿੰਨੇ ਉਹ ਜਦ ਤੱਕ ਉਹਦੀ ਪਹੁੰਚ ਲੱਗਦੀ ਸੀ। ਉੱਪਰ ਸਰਕਾਰ ਦੂਜੀ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਕਾਫੀ ਅੱਛੇ ਕੰਮ ਕਰਵਾਏ। ਬੀਜੇਪੀ ਤੋਂ ਵਿਛੜ ਕੇ ਇਸ ਵਾਰ ਰਾਜਕੁਮਾਰ ਗੁਪਤਾ ਜੀ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਤੌਰ ਤੇ ਮੈਦਾਨ 'ਚ ਨੇ। ਕੀ ਲੱਗਦਾ ਤੁਹਾਨੂੰ ਕਿੰਨੀ ਕੜੀ ਟੱਕਰ ਜਿਹੜੀ ਆ ਉਹ ਬੀਜੇਪੀ ਦੇ ਉਮੀਦਵਾਰ ਨੂੰ ਦੇਣਗੇ? ਇਸ ਵਾਰੀ ਇਹ ਤਾਂ ਨਹੀਂ ਕੁਝ ਕਹਿ ਸਕਦੇ ਪੱਕਾ ਜੀ, ਲੇਕਿਨ ਉਹ ਸ਼ਹਿਰ ਦੇ ਵੋਟਾਂ ਦੇ ਉੱਤੇ ਰੁਝਾਨ ਹੈ ਕਿ ਉਹ ਕਿੱਦਾਂ ਦਾ ਲੋਕ ਪਸੰਦ ਕਰਦੇ ਆ ਉਹਨਾਂ ਨੂੰ, ਠੀਕ ਹੈ ਜੀ। ਬਾਕੀ ਆਮ ਬੰਦਾ ਤੇ ਕੋਸ਼ਿਸ਼ ਕਰੇਗਾ ਜੀ ਸ਼ਹਿਰ ਦੇ ਲੋਕੀ ਉਹਨਾਂ ਨੂੰ ਪਸੰਦ ਕੀਤਾ ਜਾਵੇ। ਧੰਨਵਾਦ ਗੱਲ ਕਰਨ ਲਈ। ਇਸ ਵੇਲੇ ਸੁਜਾਨਪੁਰ ਦੇ ਨਗਰ ਕੌਂਸਲ ਪੂਰਵ ਅਧਿਕਸ਼ ਸਾਡੇ ਨਾਲ ਨੇ, ਉਹਨਾਂ ਨਾਲ ਵੀ ਜ਼ਰੂਰ ਗੱਲ ਕਰਾਂਗੇ। ਤੇ ਸੁਜਾਨਪੁਰ ਦੇ ਬਾਜ਼ਾਰਾਂ ਦੇ ਵਿੱਚ ਅੱਜ ਕੌਂਸਟੀਚੁਐਂਸੀ ਦੇ ਵਿੱਚ ਕੀ ਚੋਣਾਂ ਦੇ ਪ੍ਰਤੀ ਹਾਲਾਤ ਨੇ ਔਰ ਕੀ ਲੋਕਾਂ ਦਾ ਕਹਿਣਾ ਹੈ ਇਹ ਜਾਣ ਰਹੇ ਹਾਂ ਅਸੀਂ। ਗੱਲਬਾਤ ਜਾਰੀ ਰੱਖਾਂਗੇ। ਨਾਂ ਦੱਸੋ ਜੀ ਆਪਣਾ। ਕਰਨ ਸਿੰਘ। ਕੀ ਕਹਿਣਾ ਚਾਹੁੰਦੇ ਹੋ? ਹਵਾ ਦਾ ਰੁਖ ਕੀ ਕਹਿੰਦਾ? ਕਿਹੜੀ ਪਾਰਟੀ ਜਿਹੜੀ ਹੈ ਉਹ ਸਰਕਾਰ ਬਣਾਉਣ ਜਾ ਰਹੀ ਹੈ ਇਸ ਵਾਰੀ? ਇਸ ਵਾਰੀ ਜੋ ਹਵਾ ਦਾ ਰੁਖ ਹੈ ਔਰ ਕੰਮਕਾਜ ਦੇਖਦੇ ਹੋਏ ਸਾਰੇ ਅਕਾਲੀ ਦਲ ਪਾਰਟੀ ਜਿਹੜੀ ਸਾਡੀ ਸ਼੍ਰੀ ਰਾਜਕੁਮਾਰ ਜੀ ਗੁਪਤਾ, ਇਹ ਸਾਡੇ ਬੜੇ ਹੀ ਜਿਹੜੇ ਇੱਕ ਕੰਮਕਾਰ ਵਾਲੇ ਬੰਦੇ ਜਿਹੜੇ ਸਾਰਿਆਂ ਦੀ ਸੁਣਦੇ ਆ ਔਰ ਲੋਕ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਵੀ ਕਰਦੇ ਆ ਔਰ ਸਾਰੇ ਹੀ ਜਿੰਨੇ ਵੀ ਸਾਡੇ ਹਲਕਾ ਸੁਜਾਨਪੁਰ ਦੇ ਲੋਕ ਆ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ। ਇਸ ਕਰਕੇ ਰਾਜਕੁਮਾਰ ਗੁਪਤਾ ਜੀ ਦੀ ਇਸ ਲਈ ਅਪਰੋਚ ਬਹੁਤ ਜ਼ਿਆਦਾ ਹੈ। ਪਿਛਲੇ ਕਾਰਜਕਾਲ ਦੇ ਤੌਰ ਤੇ ਜੇ ਗੱਲ ਕਰੀਏ 5 ਸਾਲਾਂ ਦਾ ਰਿਕਾਰਡ ਦੇਖੀਏ, 5 ਦੇ ਵਿੱਚੋਂ ਕਿੰਨੇ ਨੰਬਰ ਵਿਧਾਇਕ ਦਿਨੇਸ਼ ਸਿੰਘ ਬੱਬੂ ਨੂੰ ਦੇਵੋਗੇ? ਬਿਲਕੁਲ ਨਹੀਂ ਨੰਬਰ ਦੇਵਾਂਗੇ ਅਸੀਂ ਉਹਨਾਂ ਨੂੰ 10 ਚੋਂ 0 ਨੰਬਰ ਦੇਵਾਂਗੇ ਕਿਉਂਕਿ ਪੂਰੇ 5 ਸਾਲ ਦੇ ਵਿੱਚ ਨਾ ਤੇ ਉਹਨਾਂ ਨੇ ਕਿਸੇ ਬਿਜ਼ਨਸਮੈਨ ਦਾ, ਨਾ ਕਿਸੇ ਗਰੀਬ ਦਾ ਔਰ ਨਾ ਹੀ ਕਿਸੇ ਲਾਗੇ ਛਾਗੇ ਪਿੰਡਾਂ ਦਾ ਜਿਹੜਾ ਉਹਨਾਂ ਨੇ ਸੋਚਿਆ ਨਾ ਉਹ ਮਿਲੇ ਹੈ। ਇਸ ਕਰਕੇ ਉਹਨਾਂ ਨੂੰ 0 ਨੰਬਰ ਦਿੱਤਾ ਜਾਏਗਾ। ਪੰਜਾਬ ਸਰਕਾਰ ਕਾਂਗਰਸ ਸਰਕਾਰ ਜਿਹੜੀ ਰਹੀ ਹੈ ਉਹਨੂੰ 5 ਦੇ ਵਿੱਚੋਂ ਕਿੰਨੇ ਨੰਬਰ? ਉਹ ਹਾਲਾਤ ਦੇਖਦੇ ਹੋਏ ਉਹਨਾਂ ਦਾ ਵੀ ਜਿਹੜਾ 0 ਨੰਬਰ ਹੈ ਕਿਉਂਕਿ ਉਹਨਾਂ ਨੇ ਵੀ ਅੱਜ ਤੱਕ ਕੋਈ ਕੰਮ ਨਹੀਂ ਕਰਵਾਇਆ ਔਰ ਤੁਸੀਂ ਦੇਖਿਆ ਕਿ ਹੁਣ ਜਿਹੜਾ ਪਿਛਲੇ ਹਫ਼ਤਾ ਇੱਕ ਪਹਿਲੇ ਸਾਡੇ ਪੀਐਮ ਦੀ ਸੁਰੱਖਿਆ ਵਿੱਚ ਜਿਹੜੀ ਉਹਨਾਂ ਨੇ ਚੂਕ ਕੀਤੀ ਹੈ ਉਸ ਕਾਰਨ ਅਸੀਂ ਉਹਨਾਂ ਨੂੰ 0 ਨੰਬਰ ਦੇਵਾਂਗੇ ਕਿਉਂਕਿ ਜਿਹੜੀ ਕਾਂਗਰਸ ਸਰਕਾਰ ਸਾਡੇ ਪੀਐਮ ਦੇਸ਼ ਦੇ ਪ੍ਰਧਾਨ ਮੰਤਰੀ ਸੁਰੱਖਿਆ ਨਹੀਂ ਕਰ ਸਕਦੀ, ਉਹ ਇੱਕ ਗਰੀਬ ਲੋਕਾਂ ਦੀ ਕੀ ਸੁਰੱਖਿਆ ਕਰੇਗੀ। ਧੰਨਵਾਦ ਗੱਲ ਕਰਨ ਲਈ ਜੀ। ਸਭਾ ਚੋਣਾਂ 2022 ਤੇ ਸੁਜਾਨਪੁਰ ਹਲਕੇ ਦੇ ਵਿੱਚ ਅੱਜ ਲੋਕਾਂ ਦੀ ਨਬਜ਼ ਟਟੋਲਣ ਵਾਸਤੇ ਅਸੀਂ ਹਾਜ਼ਰ ਹਾਂ। ਕੁਝ ਹੋਰ ਲੋਕਾਂ ਨਾਲ ਗੱਲਬਾਤ ਕਰਾਂਗੇ। ਨਾਂ ਦੱਸੋ ਜੀ ਆਪਣਾ। ਵਿਸ਼ਵਦੇਵ ਜੋਸ਼ੀ ਜੀ। ਸੁਜਾਨਪੁਰ ਦੇ ਵਿੱਚ ਕੀ ਲੱਗ ਰਿਹਾ ਤੁਹਾਨੂੰ?
ਕੀ ਸਰਕਾਰ ਜਿਹੜੀ ਹੈ ਉਹ ਕਿੰਨੂੰ ਜ਼ਿਆਦਾ ਵੋਟਾਂ ਮਿਲਣਗੀਆਂ? ਕਾਂਗਰਸ ਨੂੰ ਮਿਲਣਗੇ ਜੀ। ਕਾਂਗਰਸ ਦੇ ਵਿੱਚ ਜਿਹੜੀ ਲੜਾਈ ਹੈ ਉਹ ਹਰ ਵਾਰ ਜਾਰੀ ਰਹਿੰਦੀ ਹੈ, ਕੈਂਡੀਡੇਟਸ ਦੇ ਵਿੱਚ ਟਿਕਟ ਹੀ ਤੈਅ ਨਹੀਂ ਹੋ ਪਾਉਂਦੀ, ਇਸ ਵਾਰ ਦਾ ਕਿੱਦਾਂ ਅਲੱਗ ਹੋਵੇਗਾ? ਤੇ ਕਾਂਗਰਸ ਜੇ ਲੜਾਈ ਪਾਉਂਦੇ ਰਹਿਣਗੇ ਤੇ ਜੇ ਨਰੇਸ਼ ਨੂੰ ਟਿਕਟ ਨਹੀਂ ਦੇਣਗੇ ਤਾਂ ਫਿਰ ਲੜਾਈ ਤੇ ਪੈਣੀ ਹੈ। ਜੇ ਨਰੇਸ਼ ਨੂੰ ਟਿਕਟ ਦੇ ਦੇਣਗੇ ਤਾਂ ਕੋਈ ਲੜਾਈ ਨਹੀਂ ਹੈ। ਤੇ ਤੁਹਾਨੂੰ ਲੱਗਦਾ ਹੈ ਕਿ ਜੇ ਨਰੇਸ਼ ਪੁਰੀ ਨੂੰ ਟਿਕਟ ਮਿਲਦੀ ਹੈ ਤਾਂ ਹੀ ਕਾਂਗਰਸ ਜਿਹੜੀ ਜਿੱਤ ਸਕੇਗੀ? ਬਿਲਕੁਲ ਜਿੱਤੇਗੀ, ਕਿਉਂ ਨਹੀਂ ਜਿੱਤੇਗੀ। ਤੇ ਜੇਕਰ ਪਿਛਲੇ ਜਿਹੜੇ ਵਿਧਾਇਕ ਰਹੇ ਨੇ ਉਹਨਾਂ ਦਾ ਕਾਰਜਕਾਲ ਨੂੰ ਦੇਖੀਏ, ਕਿੰਨੇ ਨੰਬਰ ਤੁਸੀਂ 5 ਦੇ ਵਿੱਚੋਂ ਕਿੰਨੇ ਨੰਬਰ ਉਹਨਾਂ ਨੂੰ ਦਿਓਗੇ? ਨੰਬਰ ਉਹਨਾਂ ਨੂੰ ਕੀ ਦੇਣਾ, ਉਹਨਾਂ ਆਪਣਾ ਕੰਮ ਕਰਨਾ, ਜਿਹੜੇ ਕਾਂਗਰਸ ਦੇ ਕੈਂਡੀਡੇਟ ਆਣ ਉਹਨਾਂ ਆਪਣਾ ਕੰਮ ਕਰਨਾ। ਪਰ ਪਿੱਛੇ ਜਿਹੜੇ ਵਿਧਾਇਕ ਰਹੇ ਨੇ ਉਹਨਾਂ ਦਾ ਕੋਈ ਕਾਰਜਕਾਲ ਜਿਹੜਾ ਰਿਹਾ ਕੰਮ ਜਿਹੜਾ ਉਹਨਾਂ ਕੰਮ ਕੀਤਾ ਆਪਣੇ ਦਾਇਰੇ ਦੇ ਮੁਤਾਬਕ ਠੀਕ ਕੀਤਾ ਹੋਵੇਗਾ, ਨਹੀਂ ਕੀਤਾ ਪਰ ਉਹਨਾਂ ਨੂੰ ਨਹੀਂ ਮਿਲਿਆ ਕੰਮ ਤੇ ਉਹਨਾਂ ਨੂੰ ਨਹੀਂ ਲੋਕ ਪਸੰਦ ਕਰਨਗੇ ਤੇ ਕਾਂਗਰਸ ਨੂੰ ਦੇਣਗੇ ਵੋਟ ਲੋਕ। ਪੰਜਾਬ 'ਚ ਜੇ ਗੱਲਬਾਤ ਕਰੀਏ ਕਾਂਗਰਸ ਦੀ, ਤੁਸੀਂ ਸੰਤੁਸ਼ਟ ਹੋ ਜੋ ਵੀ ਕੰਮ ਕਾਂਗਰਸ ਨੇ ਪੰਜਾਬ 'ਚ ਕੀਤੇ ਨੇ? ਜਿਹੜੇ ਕੀਤੇ ਆ ਉਹ ਠੀਕ ਹੈ। ਜੇਕਰ ਟਿਕਟ ਕਿਸੇ ਹੋਰ ਕੈਂਡੀਡੇਟ ਨੂੰ ਜਾਂਦੀ ਹੈ ਨਰੇਸ਼ ਪੁਰੀ ਤੋਂ ਇਲਾਵਾ, ਕੀ ਸਮਰਥਨ ਤੁਹਾਡਾ ਰਹੇਗਾ? ਅਸੀਂ ਤਾਂ ਨਰੇਸ਼ ਦੇ ਮਗਰ ਚੱਲਣਾ ਜੀ ਬਸ। ਧੰਨਵਾਦ ਗੱਲ ਕਰਨ ਲਈ। ਨਾਂ ਦੱਸੋ। ਸਾਜਨ ਯੁਵਾ ਹੋ ਤੁਸੀਂ, ਤੁਹਾਡਾ ਵੋਟ ਕਿਹੜੀ ਪਾਰਟੀ ਨੂੰ? ਮੇਰਾ ਵੋਟ ਆਮ ਆਦਮੀ ਪਾਰਟੀ ਨੂੰ ਇਸ ਵਾਰ। ਇਹਦਾ ਕੋਈ ਖਾਸ ਕਾਰਨ? ਇਹਦਾ ਖਾਸ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਦਾ ਤੁਸੀਂ ਕੰਮ ਦੇਖ ਲਓ, ਦਿੱਲੀ 'ਚ ਦੇਖ ਲਓ, ਚਾਹੇ ਆਪਣੇ ਪੰਜਾਬ 'ਚ ਭਗਵੰਤ ਮਾਨ ਜੀ ਦਾ ਦੇਖ ਲਓ, ਉਹਨਾਂ ਨੇ ਕੰਮ ਕਾਫੀ ਕੀਤੇ ਹੋਏ ਨੇ। ਉਹ ਇੱਕ ਇਹੋ ਜਿਹੇ ਲੀਡਰ ਹੈਗੇ ਨੇ ਜਿਹੜੇ ਲੋਕਾਂ ਵਿੱਚ ਜਾ ਕੇ ਖੁਦ ਕੰਮ ਕਰਦੇ ਹੈਗੇ ਨੇ। ਜਿਹੜੀ ਪਿਛਲੀ ਸਰਕਾਰ ਰਹੀ ਹੈ ਕਾਂਗਰਸ ਦੀ ਪੰਜਾਬ ਦੇ ਵਿੱਚ, ਉਹਨੂੰ 5 ਸਾਲਾਂ ਦਾ ਜਿਹੜਾ ਰਿਕਾਰਡ ਅਸੀਂ ਰਿਪੋਰਟ ਕਾਰਡ ਵੀ ਇੱਕ ਦੇ ਰਹੇ ਹਾਂ, ਉਹਦਾ ਪੰਜਾਂ ਦੇ ਵਿੱਚੋਂ ਕਿੰਨੇ ਨੰਬਰ? ਮੈਂ ਤਾਂ ਕੋਈ ਨੰਬਰ ਨਹੀਂ ਦਾਂਗਾ। ਦੇਖ ਲਓ ਬੇਰੋਜ਼ਗਾਰ ਤੁਹਾਡੇ ਸਾਹਮਣੇ ਘੁੰਮੇ ਗਏ ਨੇ ਪਿਛਲੇ 5 ਸਾਲਾਂ ਦੇ, ਨੌਕਰੀ ਕੋਈ ਨਿਕਲੇ ਨਹੀਂ ਕਰਦੀ ਹੈਗੀ, ਜੇ ਨਿਕਲਦੀ ਹੈ ਤਾਂ ਕੈਂਸਲ ਹੋ ਜਾਂਦੀ ਹੈ। ਚਾਹੇ ਦੀ ਪੰਜਾਬ 5 ਦੀ ਜਿਹੜੀ ਗ੍ਰੇਡਿੰਗ ਹੈ ਕਿੰਨੀ ਦਵੋਗੇ? ਮੈਂ ਤਾਂ 0 ਹੀ ਰੱਖਾਂਗਾ ਜੀ, ਕਾਂਗਰਸ ਨੂੰ ਨਹੀਂ ਮੇਰੇ ਲਈ। ਜੀ ਨਾਮ ਦੱਸੋ। ਜਸ਼ਪਾਲ। ਇਲੈਕਸ਼ਨਸ ਨੂੰ ਦੇਖਦੇ ਹੋਏ ਕੀ ਲੱਗਦਾ ਹੈ ਇਸ ਵਾਰ ਹਵਾ ਦਾ ਰੁਖ ਕੀ ਕਹਿੰਦਾ, ਕਿਹੜੀ ਪਾਰਟੀ ਸੱਤਾ 'ਚ ਆ ਸਕਦੀ ਹੈ? ਇਸ ਵਾਰ ਨਾ ਮੈਂ ਕੰਮ ਹੈ ਮਿਕਸ, ਕਿਉਂਕਿ ਪਾਰਟੀਆਂ ਬਹੁਤ ਜ਼ਿਆਦਾ ਹੋਈਆਂ, ਕੋਈ ਪਤਾ ਨਹੀਂ ਲੱਗ ਰਿਹਾ ਝਮੇਲੇ 'ਚ ਵੀ ਸਰਕਾਰ ਕਿਹਦੀ ਆਏਗੀ ਇਸ ਵਾਰੀ। ਮਤਲਬ ਤੁਹਾਨੂੰ ਲੱਗਦਾ ਹੈ ਕਿ ਕਲੀਅਰ ਮੈਜੋਰਿਟੀ ਜਿਹੜੀ ਆ ਉਹ ਕੋਈ ਨਹੀਂ ਆਏਗੀ? ਕਲੀਅਰ ਮੈਜੋਰਟੀ ਜਿਹੜੀ ਹੈ ਮੁਸ਼ਕਲ ਹੈ ਇਸ ਵਾਰ, ਕਿਉਂਕਿ ਪਾਰਟੀਆਂ ਬਹੁਤ ਹੋਣ ਕਾਰਨ। ਜੇ ਸੁਜਾਨਪੁਰ ਅਸੀਂ ਕਨਸਟੀਟਿਊਂਸੀ ਦੀ ਗੱਲ ਕਰੀਏ, ਪਿਛਲੇ ਜਿਹੜੇ ਵਿਧਾਇਕ ਰਹੇ ਨੇ ਨਿਵਰਤਮਾਨ ਵਿਧਾਇਕ ਦਿਨੇਸ਼ ਸਿੰਘ ਬੱਬੂ, ਉਹਨਾਂ ਦੇ ਕਾਰਜਕਾਲ ਨੂੰ ਜੇ ਦੇਖੀਏ 5 ਸਾਲਾਂ ਦੇ, ਜੇ 5 ਨੰਬਰ ਅਸੀਂ ਤੈਅ ਕਰੀਏ, ਕਿੰਨੇ ਨੰਬਰ ਤੁਹਾਡੇ ਵੱਲੋਂ ਦਿੱਤੇ ਜਾਣੇ? ਸਾਡੇ ਵੱਲ ਤਾਂ ਸੁਜਾਨਪੁਰ ਦੇ ਜਿਹੜੇ ਜੇ ਸ਼ਹਿਰ ਦੀ ਲਈਏ ਤੇ ਨੰਬਰ ਤੇ 1 ਹੀ ਹੈ ਵੱਧ ਤੋਂ ਵੱਧ, ਕਿਉਂਕਿ ਹਮੇਸ਼ਾ ਵਿਤਕਰਾ ਹੋਇਆ ਸ਼ਹਿਰ ਨਾਲ, ਸ਼ਹਿਰ ਦਾ ਕੋਈ ਸੁਧਾਰ ਨਹੀਂ ਹੋਇਆ। ਤੇ ਪਿੰਡਾਂ 'ਚ ਵੀ ਜਾਈਏ, ਕੱਲ ਭਨਵਾਲ ਵਾਲੇ ਵੀ ਰੌਲਾ ਪਾਉਂਦੇ, ਰਾਤੀ ਦਿਖੀ ਵਾਈਡ ਵੀ ਬਹੁਤ ਜ਼ਿਆਦਾ ਸੜਕਾਂ ਟੁੱਟੀਆਂ ਹਰ ਪਾਸੇ, ਬਹੁਤ ਬੁਰਾ ਹਾਲ ਹੈ। ਤੇ ਜੇ ਪੰਜਾਬ ਦੀ ਸਰਕਾਰ ਕਾਂਗਰਸ ਸਰਕਾਰ ਦੀ ਗੱਲ ਕਰੀਏ, ਉਹਨਾਂ ਨੂੰ 5 ਦੇ ਵਿੱਚੋਂ ਕਿੰਨੇ ਨੰਬਰ? ਉਹਨਾਂ ਦਾ ਫਿਰ ਕੈਪਟਨ ਸਾਹਿਬ ਰਹੇ 3 ਨੰਬਰ ਤੇ ਹੈ ਹੀ ਨਾ। 3 ਨੰਬਰ ਦੇਵੋਗੇ? ਤੇ ਇਹੋ ਜਿਹਾ ਕੋਈ ਮੁੱਦਾ ਸੁਜਾਨਪੁਰ ਦਾ ਜਿਹੜਾ ਤੁਸੀਂ ਅੱਜ ਇਸ ਟੀਵੀ ਦੇ ਮਾਧਿਅਮ ਨਾਲ ਤੁਸੀਂ ਕਹਿਣਾ ਚਾਹੋਗੇ ਉਹਨਾਂ ਸਾਰੀ ਰਾਜਨੀਤਿਕ ਪਾਰਟੀਆਂ ਨੂੰ ਕਿ ਇਹ ਮੁੱਦਾ ਜਿਹੜਾ ਸੁਜਾਨਪੁਰ ਦਾ ਹੈ, ਇਹਦਾ ਹੱਲ ਪ੍ਰਾਇੋਰਟੀ ਬੇਸਿਸ ਤੇ ਹੋਣਾ ਚਾਹੀਦਾ? ਦੇਖੋ ਜੀ, ਮੁੱਦੇ ਹਮੇਸ਼ਾ 3 ਰਹੇ ਨੇ ਸੁਜਾਨਪੁਰ ਦੇ। ਇੱਕ ਤੇ ਸੀਵਰੇਜ ਮੇਨ ਰਿਹਾ, ਸਾਰਿਆਂ ਨੇ ਆਸ਼ਵਾਸਨ ਦਿੱਤਾ ਲੇਕਿਨ ਬਣਾਇਆ ਕਿਸੇ ਨੇ ਵੀ ਨਹੀਂ। ਦੂਜਾ ਬੱਸ ਸਟੈਂਡ ਪੁਰੀ ਸਾਹਿਬ ਨੇ ਬਣਾਇਆ ਸੀਗਾ, ਤਾਂ ਬੱਸਾਂ ਖੜੀਆਂ ਹੁੰਦੀਆਂ ਸੀਗੀਆਂ, ਉਹਦੇ ਬਾਅਦ ਉਹ ਵੀ ਬੜੀ ਜਿਹੜੀ ਖੜੀ ਬੱਸਾਂ ਜਿਹੜੀਆਂ ਉਹ ਖੜੀਆਂ ਹੋਣੀਆਂ ਬੰਦ ਹੋ ਗਈਆਂ, ਕੋਈ ਬੱਸ ਖੜੀ ਨਹੀਂ ਹੁੰਦੀ 5 ਨੰਬਰ। ਜਿੰਨੇ ਵੀ ਜਾਣਾ ਵਿਚਾਰਿਆਂ ਨੂੰ ਕਿਸੇ ਨੂੰ ਜਾਂ ਸਰਨੇ ਜਾਣੇ ਪੈਂਦਾ ਤੇ ਜਾਂ ਸਿੱਧਾ ਲਖਨਪੁਰ ਦੀ ਟਿਕਟ ਦਿੰਦੇ ਨੇ। ਤੀਸਰਾ ਮੁੱਦਾ ਹਸਪੀਟਲ ਦਾ, ਕਿ ਮੇਨ ਡਾਕਟਰ ਨਹੀਂ ਹੁੰਦੇ ਹਸਪੀਟਲ। ਜੋ ਰਾਤ ਨੂੰ ਕੋਈ ਐਕਸੀਡੈਂਟ ਹੋਇਆ, ਪਰਸੋਂ ਇੱਕ ਐਕਸੀਡੈਂਟ ਹੋਇਆ ਫਿਰੋਜ਼ਪੁਰ ਲਾਗੇ, ਉਹ ਰਾਤ ਨੂੰ ਲੈ ਕੇ ਗਏ ਲੇਕਿਨ ਉਹਨਾਂ ਨੂੰ ਕੁਝ ਨਹੀਂ ਮਿਲੀ ਜੀ। ਤੇ ਸਿਹਤ, ਸਿੱਖਿਆ, ਇਹ ਜਿਹੜੀ ਕੁਝ ਸਾਡੀਆਂ ਬੇਸਿਕ ਨੀਡਸ ਨੇ, ਇਹ ਹਾਲੇ ਤੱਕ ਸਾਨੂੰ ਫੈਸਿਲਿਟੀਆਂ ਜਿਹੜੀਆਂ ਸੁਜਾਨਪੁਰ ਦੇ ਵਿੱਚ ਨਹੀਂ ਮਿਲ ਰਹੀਆਂ। ਕੁਝ ਹੋਰ ਦਰਸ਼ਕਾਂ ਨਾਲ ਗੱਲ ਕਰਾਂਗੇ, ਇੱਥੇ ਨਾਗਰਿਕ ਨੇ ਇੱਥੋਂ ਦੇ। ਨਾਮ ਦੱਸੋ ਜੀ ਆਪਣਾ। ਹਾਂ, ਮੇਰਾ ਨਾਮ ਦਿਲਾਵਰ। ਜੀ ਕੀ ਕਹਿਣਾ ਚਾਹੁੰਦੇ ਹੋ ਇਲੈਕਸ਼ਨਸ ਨੂੰ ਦੇਖਦੇ ਹੋਏ, ਤੁਹਾਨੂੰ ਕੀ ਲੱਗਦਾ ਇਸ ਵਾਰ ਕਿਹੜੀ ਪਾਰਟੀ ਜਿਹੜੀ ਆ ਉਹ ਸੱਤਾ 'ਚ ਆ ਸਕਦੀ ਹੈ? ਦੇਖੋ ਜੀ, ਗੱਲ ਇਹ ਹੈਗੀ ਹੈ ਕਿ ਪਾਰਟੀ ਤਾਂ ਇੱਕੋ ਹੀ ਹੈ ਇਸ ਵੇਲੇ ਫਿਲਹਾਲ ਤੇ ਜਿਹੜੀ ਲੱਭ ਰਹੀ ਹੈ। ਜ਼ਮੀਨੀ ਲੈਵਲ ਤੇ ਜੇ ਗੱਲ ਕੀਤੀ ਜਾਵੇ ਤਾਂ ਪਾਰਟੀ ਇੱਕੋ ਹੀ ਹੈ, ਕਾਂਗਰਸ। ਠੀਕ ਹੈ ਜੀ, ਅੱਗੇ ਦੇਖੋ ਕੀ ਬੰਦਾ ਹੈਗਾ, ਕਿਉਂਕਿ ਕਾਂਗਰਸ ਪਾਰਟੀ ਇੱਕ ਇਹੋ ਜਿਹੀ ਪਾਰਟੀ ਹੈਗੀ ਹੈ ਕਿ ਜਿਹੜੇ ਲਗਭਗ ਜਿਹੜੀ ਹੁਣ 113-14 ਦਿਨ ਦੀ ਸਰਕਾਰ ਬਣੀ ਚੰਨੀ ਦੀ, ਇਸ 3 ਮਹੀਨਿਆਂ ਵਿੱਚ ਚੰਨੀ ਨੇ ਕੁਝ ਇਹੋ ਜਿਹੇ ਕੰਮ ਕੀਤੇ ਹੈ ਜਿਹੜੇ ਆਮ ਪਬਲਿਕ ਨਾਲ ਜੁੜੇ ਹੋਏ ਹੈ। ਹਾਂ, ਉਹਦੇ ਕਾਰਨ ਹੋਇਆ ਕਿ ਲੋਕਾਂ ਦਾ ਜੁੜਾਵ ਹੋਇਆ ਹੈ। ਕੁਝ ਗਿਣਾਉਣਾ ਚਾਹੋਗੇ? 1-2 ਕੰਮ ਤਾਂ ਸਾਨੂੰ ਜ਼ਰਾ ਜ਼ਰੂਰ ਗਿਣਾ ਦਿਓ। ਹਾਂ, ਚੰਨੀ ਨੇ ਜਿਵੇਂ ਹੁਣ ਕੋਈ ਪਿੱਛੇ ਜੀ ਕਿਸਾਨਾਂ ਵਾਸਤੇ ਮੇਨ ਕੰਮ ਕੀਤਾ ਹੈਗਾ। ਕਿਸਾਨਾਂ ਵਾਸਤੇ ਮੈਂ ਇੰਨੀ ਡੀਪਲੀ ਨਹੀਂ ਜਾਂਦਾ, ਕਿਉਂਕਿ ਕੀਤੇ ਅਸੀਂ ਅਖਬਾਰਾਂ 'ਚ ਪੜ੍ਹਦੇ ਰਹਿੰਦੇ ਆ। ਹੋਰ ਵੀ ਕੁਝ ਕੰਮ ਹੈਗੇ ਜਿਹੜੇ ਮੇਰੀ ਨੌਲੇਜ ਤੋਂ ਇੰਨੇ ਨਹੀਂ ਹੈ, ਪਰ ਕੀਤੇ ਦੇ ਹੈਗੇ ਆ। ਹਾਂ, ਤੇ ਜੇ ਤੁਸੀਂ ਆਪਣੇ ਸੁਜਾਨਪੁਰ ਹਲਕੇ ਦੇ ਜਿਹੜੇ ਨਿਵਰਤਮਾਨ ਵਿਧਾਇਕ ਰਹੇ ਨੇ ਦਿਨੇਸ਼ ਸਿੰਘ ਬੱਬੂ, ਉਹਨਾਂ ਦੇ ਕਾਰਜਕਾਲ ਨੂੰ ਦੇਖੀਏ, ਕਿੰਨੇ ਕੁ ਸੰਤੁਸ਼ਟ ਹੋ ਤੁਸੀਂ? ਨਹੀਂ, ਸੰਤੁਸ਼ਟੀ ਦੀ ਗੱਲ ਹੀ ਛੱਡੋ ਤੁਸੀਂ, ਸੰਤੁਸ਼ਟੀ ਬਿਲਕੁਲ ਨਹੀਂ ਹੈਗੀ ਹੈ।
ਕਿਉਂਕਿ ਮੈਂ ਬੱਬੂ ਪਿੱਛੇ ਜੀ ਸਾਡੇ ਵਾਰਡ 'ਚ ਵੀ ਆਇਆ ਹੋਇਆ ਸੀ। ਮੈਂ ਉਹਨੂੰ ਪੁੱਛਿਆ ਕਿ MLA ਸਾਹਿਬ ਤੁਸੀਂ ਸਾਨੂੰ ਕੋਈ 5 ਕੰਮ ਗਿਣਾ ਦਿਓ ਜਿਹੜੇ ਤੁਸੀਂ ਕੀਤੇ ਆ ਆਪਣੇ 15 ਸਾਲਾਂ ਵਿੱਚ, ਕੋਈ ਪੰਜ ਕੰਮ ਗਿਣਾ ਦਿਓ। ਉਹ 5 ਕੰਮ ਗਿਣਾਉਣ ਵਾਸਤੇ ਉਹਨਾਂ ਨੂੰ ਸੋਚਣਾ ਪਿਆ। ਕੰਮ ਕੋਈ ਨਹੀਂ ਕੀਤਾ ਉਹਨੇ, MLA ਨੇ, ਬੱਬੂ ਨੇ। ਸਵਾਦ ਸਿਰਫ ਗੱਲਾਂ, ਕੰਮ ਕੋਈ ਨਹੀਂ ਹੋਇਆ ਹੈਗਾ। ਹਾਂਜੀ। ਤੇ ਕਿੰਨੇ ਨੰਬਰ 5 ਦੇ ਵਿੱਚੋਂ ਦੇਣਾ ਚਾਹੋਗੇ? 5 ਦੇ ਨੰਬਰ ਵਿੱਚੋਂ ਤੇ ਮੈਂ ਉਹਨੂੰ ਕੋਈ ਨੰਬਰ ਨਹੀਂ ਦੇਣਾ ਚਾਹੁੰਦਾ ਹੈਗਾ। ਕੋਈ ਕੰਮ, ਕੋਈ ਡਿਵੈਲਪਮੈਂਟ ਕੁਝ ਨਹੀਂ ਕੀਤੀ ਉਹਨੇ। ਜੇ ਪੰਜਾਬ ਦੀ ਕਾਂਗਰਸ ਸਰਕਾਰ ਜਿਹੜੀ ਰਹੀ ਹੈ ਪਿਛਲੀ, ਉਹਨੂੰ ਕਿੰਨੇ ਨੰਬਰ 5 ਦੇ ਵਿੱਚੋਂ ਦਵੋਗੇ? ਹਾਂ, ਜਿਹੜੇ ਉਹਨਾਂ ਨੂੰ ਜਿਹੜੇ ਨੰਬਰ ਮਿਲੇ ਆ 5 ਸਾਲ ਦੇ ਨਹੀਂ ਮਿਲੇ, ਨੰਬਰ ਮਿਲਿਆ 115 ਦਿਨਾਂ ਦੇ। ਉਹ 5 to 5। ਮਤਲਬ ਤੁਹਾਡੇ ਮੁਤਾਬਿਕ ਕੈਪਟਨ ਨੇ ਕੁਝ ਨਹੀਂ ਨਹੀਂ, ਕੈਪਟਨ ਨੇ ਬੇੜਾ ਗਰਕੀ ਕੀਤਾ। ਕੀਤਾ। ਕੈਪਟਨ ਨੂੰ 0 ਨੰਬਰ ਦੇ ਰਹੇ ਨੇ। ਕੁਝ ਹੋਰ ਨਾਗਰਿਕ ਸਾਡੇ ਨਾਲ ਗੱਲਬਾਤ ਕਰਾਂਗੇ। ਨਾ ਦੱਸੋ ਜੀ ਆਪਣਾ। ਮੈਡਮ ਜੀ ਰਾਜੂ ਮਾਡਲ ਮੇਰਾ ਨਾਮ ਹੈ ਜੀ। ਕੀ ਕਹਿਣਾ ਚਾਹੁੰਦੇ ਹੋ? ਇਸ ਵੇਲੇ ਚੁਣਾਵ ਜਿਹੜੇ ਹੈ ਸਿਰ ਤੇ ਨੇ, ਬਿਲਕੁਲ ਤਰੀਕ ਤੈਅ ਹੋ ਚੁੱਕੀ ਹੈ, ਲੇਕਿਨ ਹਾਲੇ ਤੱਕ ਉਮੀਦਵਾਰਾਂ ਦੇ ਨਾਂ ਦਾ ਐਲਾਨ ਇੱਥੇ ਨਹੀਂ ਕੀਤਾ ਗਿਆ। ਦੇਖੋ ਜੀ, ਉਮੀਦਵਾਰਾਂ ਦੇ ਐਲਾਨ ਨਾਵਾਂ ਦੇ ਇਸ ਕਰਕੇ ਨਹੀਂ ਹੋਏ, ਜਿੱਥੇ ਥੋੜਾ ਕਿ ਟਿਕਟਾਂ ਦੇ ਬਾਰੇ ਪਾਰਟੀ ਦੇ ਵਿੱਚ ਥੋੜਾ ਕਿ ਚੱਕਰ ਰਹਿੰਦਾ ਕਿ ਹਰ ਜਿਹੜਾ ਬੰਦਾ ਇੱਕ ਦੂਜੇ ਤੋਂ ਜ਼ਿਆਦਾ ਵਰਕ ਕਰਕੇ ਬੈਠੇ ਦਾ, ਔਰ ਟਿਕਟ ਇਸ ਕਰਕੇ ਨਹੀਂ ਹਲੇ ਕਨਫਰਮ ਕਰੇ ਕਰਦੇ ਕਿਉਂਕਿ ਇਹਨਾਂ ਦੇ ਵਿੱਚ ਸਹਿਮਤੀ ਬਣਾਉਣੀ ਬਹੁਤ ਜ਼ਰੂਰੀ ਹੈ ਅਗਰ ਕਾਂਗਰਸ ਨੂੰ ਆਉਣਾ ਤਾਂ। ਇਸ ਕਰਕੇ ਟਿਕਟ ਥੋੜੀ। ਤੁਹਾਡਾ ਵੋਟ ਕਿਸ ਪਾਰਟੀ ਨੂੰ? ਦੇਖੋ, ਮੈਂ ਪਾਰਟੀ ਨੂੰ ਵੋਟ ਨਹੀਂ ਦਿੰਦਾ। ਆਪਾਂ ਜਿਹੜਾ ਬੰਦਾ ਕੰਮ ਕਰੇਗਾ ਆਪਾਂ ਵੋਟ ਉਹਨੂੰ ਦੇਣਾ ਹੈ। ਪਾਰਟੀ ਨੂੰ ਵੋਟ ਕਿਸ ਬੇਸ ਤੇ? ਇਹ ਪਾਰਟੀ ਦੇ ਸਾਰੀ ਕਰਪਸ਼ਨ ਹੈ ਜੀ। ਬਹੁਤ ਸਾਰੇ ਕੈਂਡੀਡੇਟ ਇਸ ਵਾਰ ਕਾਂਗਰਸ ਦੀ ਤਰਫ ਤੋਂ ਵੀ ਮੈਦਾਨ 'ਚ ਨੇ। ਉਧਰ ਜੇ ਦੇਖੀਏ ਕਿ ਬੀਜੇਪੀ ਦੇ ਵੀ ਬਹੁਤ ਸਾਰੇ ਨੇਤਾ ਇਸ ਵੇਲੇ ਟਿਕਟ ਦੀ ਦਾਅਵੇਦਾਰੀ ਜਤਾ ਰਹੇ ਨੇ। ਇੱਕੋ ਹੀ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹਾਲੇ ਤੱਕ ਉਮੀਦਵਾਰ ਐਲਾਨੇ ਗਏ ਨੇ, ਇਹਨਾਂ ਵਿੱਚੋਂ ਜੇ ਦੇਖੀਏ ਤੁਹਾਨੂੰ ਕੀ ਲੱਗਦਾ ਕਿਹੜਾ ਕੈਂਡੀਡੇਟ ਤੁਹਾਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਸੁਜਾਨਪੁਰ ਦੇ ਲਈ ਬੈਟਰ ਸਾਬਿਤ ਹੋ ਸਕਦਾ ਹੈ? ਦੇਖੋ ਮੈਡਮ ਜੀ, ਸੁਜਾਨਪੁਰ ਦੇ ਵਿੱਚ ਅਗਰ ਕੋਈ ਵੀ ਪਾਰਟੀ ਜਾਂ ਕੋਈ ਵੀ ਕੈਂਡੀਡੇਟ ਦਾ ਨਾਂ ਨਹੀਂ ਮੈਂ ਲਵਾਂਗਾ, ਅਗਰ ਕੰਮ ਕਿਸੇ ਨੇ ਕੀਤਾ ਅਸੀਂ ਸੁਣਿਆ ਆ, ਕਿਉਂਕਿ ਅਸੀਂ ਤੇ ਹੁਣ ਹੀ 15 ਸਾਲ ਤੋਂ ਜਦੋਂ ਦੇ ਰਾਜਨੀਤੀ ਦੇ ਵਿੱਚ ਥੋੜਾ ਇੰਟਰਸਟ ਰੱਖਣ ਲੱਗੇ ਆ। ਉਸ ਤੋਂ ਪਹਿਲੇ ਰਘੁਨਾਥ ਸਾਹਿਬਪੁਰੀ ਜੀ ਦਾ ਨਾਂ ਸੁਣਿਆ, ਜਿਨ੍ਹਾਂ ਨੇ ਬਹੁਤ ਹੀ ਜ਼ਿਆਦਾ ਵਰਕ ਕਰਾਇਆ ਦਾ। ਅੱਜ ਵੀ ਰਘੁਨਾਥ ਸਾਹਿਬਪੁਰੀ ਨੂੰ ਬਹੁਤ ਹੀ ਲੋਕੀ ਜਿਹੜੇ ਆ ਕਿ ਲਾਈਕ ਕਰਦੇ ਆ। ਔਰ ਤੁਸੀਂ ਕਹਿ ਰਹੇ ਹੋ ਕਿ ਅਕਾਲੀ ਗਠਬੰਧਨ ਸਰਕਾਰ ਦਾ ਜਿਹੜਾ ਉਮੀਦਵਾਰ ਮੈਦਾਨ 'ਚ ਉਤਾਰਿਆ। ਦੇਖੋ, ਇਸ ਵਾਰੀ ਚਾਹੇ ਕੁਝ ਵੀ ਹੈ, ਮੈਂ ਪਾਰਟੀ ਵਾਈਜ਼ ਦੀ ਗੱਲ ਨਹੀਂ ਕਰਾਂਗਾ। MLA ਜਿਹੜਾ ਉਹ ਸੁਜਾਨਪੁਰ ਦਾ ਬਣਨਾ ਹੈ, ਜਿਹੜਾ ਵੀ ਹੈ। ਸੁਜਾਨਪੁਰ ਬਹੁਤ ਪਿਛੜ ਗਿਆ ਪੁਰੀ ਸਾਹਿਬ ਦੇ ਕਾਰਨ। ਹੁਣ ਇਸ ਕਰਕੇ ਮੈਂ ਕਹਿ ਰਿਹਾ ਕਿ ਦੇਖੋ, ਪੁਰੀ ਸਾਹਿਬ ਸੀਗੇ ਸੁਜਾਨਪੁਰ ਦੇ, ਉਹਨਾਂ ਨੇ ਬਹੁਤ ਵਰਕ ਕਰਾਇਆ ਦਾ, ਬਹੁਤ ਜ਼ਿਆਦਾ ਕੰਮ ਕਰਾਇਆ ਦਾ, ਜਿਹਨੂੰ ਲੋਕੀ ਅੱਜ ਵੀ ਯਾਦ ਕਰਦੇ ਆ। ਔਰ ਲੱਗ ਰਿਹਾ ਕਿ ਸ਼ਾਇਦ ਇਸ ਵਾਰੀ ਜਿਹੜਾ MLA ਦੀ ਟਿਕਟ ਹੈ ਉਹ ਨਰੇਸ਼ਪੁਰੀ ਨੂੰ ਦਿੱਤੀ ਜਾ ਰਹੀ ਹੈ, ਔਰ ਸੁਜਾਨਪੁਰ ਦਾ ਹੀ MLA ਬਣੇਗਾ ਜਿਹੜਾ ਵੀ ਬਣੇਗਾ। ਬਾਹਰ ਦੇ ਕੈਂਡੀਡੇਟ ਨੂੰ ਪ੍ਰੈਫਰ ਨਹੀਂ ਕਰੇਗਾ ਕੋਈ ਵੀ ਇੱਥੇ ਵੀ। ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਇੱਕ ਗੱਲ ਜਿਹੜੀ ਹੈ ਉਹ ਸਾਫ਼ ਤੌਰ ਤੇ ਸਾਹਮਣੇ ਆ ਰਹੀ ਹੈ ਕਿ ਜਿਹੜੇ ਪ੍ਰਸ਼ੰਸਕ ਨੇ ਉਹ ਚਾਹੁੰਦੇ ਨੇ ਕਿ ਕਾਂਗਰਸ ਦੀ ਜਿਹੜੀ ਟਿਕਟ ਆ ਉਹ ਨਰੇਸ਼ਪੁਰੀ ਨੂੰ ਹੀ ਜਾਏ। ਜੇਕਰ ਲੋਕਲ ਔਰ ਦੂਸਰੀਆਂ ਪਾਰਟੀਆਂ ਨੂੰ ਵੀ ਇਹ ਮੈਸੇਜ ਜਿਹੜਾ ਹੈ ਉਹ ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ ਕਿ ਜੇਕਰ ਉਮੀਦਵਾਰ ਲੋਕਲ ਹੋਵੇਗਾ, ਇੱਥੋਂ ਦਾ ਰੈਜ਼ੀਡੈਂਟ ਹੋਵੇਗਾ, ਤਾਂ ਹੀ ਜਿਹੜੀਆਂ ਵੋਟਾਂ, ਔਰ ਕਿਉਂਕਿ ਪੈਰਾਸ਼ੂਟ ਜਿਹੜੇ ਉਮੀਦਵਾਰ ਹੈ ਉਹ ਨਾ ਹੀ ਉਤਾਰੇ ਜਾਣ। ਵਿਧਾਨ ਸਭਾ ਚੋਣਾਂ 2022 ਦੇ ਤਹਿਤ ਉਸ ਮੱਦੇਨਜ਼ਰ ਅੱਜ ਅਸੀਂ ਸੁਜਾਨਪੁਰ ਹਲਕੇ ਦੇ ਦੌਰੇ ਤੇ ਹਾਂ ਤੇ ਸੁਜਾਨਪੁਰ ਹਲਕਾ 001 ਨੰਬਰ ਔਰ ਜਿਹੜੀ ਕਨਸਟੀਟੂਐਂਸੀ ਹੈ ਇਹਦੇ ਵਿੱਚ ਲਗਾਤਾਰ ਜਿਹੜੀਆਂ ਪਿਛਲੇ 3 ਟਰਮਸ ਤੋਂ ਬੀਜੇਪੀ ਕਾਬਿਜ਼ ਹੈ। ਨਿਵਰਤਮਾਨ ਵਿਧਾਇਕ ਦਿਨੇਸ਼ ਸਿੰਘ ਬੱਬੂ ਇੱਥੇ ਵਿਧਾਇਕ ਰਹੇ ਨੇ ਔਰ ਉਹਨਾਂ ਦੇ ਕੰਮਕਾਜ ਬਾਰੇ ਔਰ ਨਵੀਂ ਜਿਹੜੀ ਪਾਰਟੀ ਕਿਹੜੀ ਬਣਨ ਜਾ ਰਹੀ ਹੈ, ਸਰਕਾਰ ਕੀ ਰੁਖ ਰਹੇਗਾ, ਇਹਦੇ ਤੇ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ। ਕਾਂਗਰਸ ਪੰਜਾਬ ਦੇ ਵਿੱਚ ਸੱਤਾ ਵਿੱਚ ਰਹੀ ਹੈ, ਕੀ ਕੁਝ ਗਲਤੀਆਂ ਰਹੀਆਂ ਔਰ ਕੀ ਕੁਝ ਖੋਇਆ ਪਾਇਆ ਕਾਂਗਰਸ ਨੇ, ਇਹਦੇ ਤੇ ਵੀ ਗੱਲਬਾਤ ਜਾਰੀ ਰੱਖਾਂਗੇ। ਇਸ ਵੇਲੇ ਅਸੀਂ ਸੁਜਾਨਪੁਰ ਦੇ ਘਾਹ ਮੰਡੀ ਦੇ ਵਿੱਚ ਖੜੇ ਹਾਂ ਔਰ ਇਸ ਮਾਰਕੀਟ 'ਚ ਅਸੀਂ ਗੱਲਬਾਤ ਕਰਨਾ ਜਾਰੀ ਰੱਖਾਂਗੇ। ਆਪਣਾ ਨਾਮ ਦੱਸੋ। ਹਾਂਜੀ, ਮੇਰਾ ਨਾਮ ਵਿਪਨ ਸ਼ਰਮਾ ਜੀ। ਅੱਜ ਜਿਹੜੀ ਕਾਂਗਰਸ ਦੀ ਪਹਿਲੀ ਸੂਚੀ ਸੰਭਾਵਿਤ ਜਿਹੜੀ ਉਹਨਾਂ ਨੇ ਕੱਢੀ ਆ, ਉਹਦੇ ਵਿੱਚ ਪਠਾਨਕੋਟ ਤੇ ਨਾ ਹੀ ਸੁਜਾਨਪੁਰ ਨਾ ਹੀ ਭੋਆ, ਇਹਨਾਂ ਵਿੱਚ ਕੋਈ ਵੀ ਉਮੀਦਵਾਰ ਜਿਹੜਾ ਉਹ ਐਲਾਨਿਆ ਨਹੀਂ ਗਿਆ। ਕੀ ਮੰਨਦੇ ਹੋ, ਦੇਰੀ ਕਿਉਂ ਕਰ ਰਹੇ ਹੋ? ਇਹ ਤੇ ਕਾਂਗਰਸ ਵਰਕਿੰਗ ਕਮੇਟੀ ਦਾ ਹੀ ਕੰਮ ਹੈਗਾ ਕਿ ਉਹ ਕਿਸ ਤਰ੍ਹਾਂ ਟਿਕਟਾਂ ਦਿੰਦੇ ਨੇ। ਵੈਸੇ ਜਿਹੜੀ ਸੁਜਾਨਪੁਰ ਕਨਸਟੀਟੂਐਂਸੀ ਦੀ ਹੈ, ਮੇਰੀ ਉਮਰ 67 ਕੁ ਸਾਲ ਹੈਗੀ ਹੈ। ਇੱਥੇ ਪੁਰੀ ਸਾਹਿਬ ਦਾ ਬਹੁਤ ਜ਼ਿਆਦਾ ਜਨਾਧਾਰ ਰਿਹਾ ਔਰ ਉਹਨਾਂ ਦੇ ਲੜਕੇ ਨੇ ਨਰੇਸ਼ਪੁਰੀ ਜੀ, ਉਹਨਾਂ ਨੂੰ ਟਿਕਟ ਮਿਲਦੀ ਹੈ ਤੇ ਕਾਂਗਰਸ ਜਿੱਤਦੀ ਹੈ।
ਪਰ ਤੁਹਾਨੂੰ ਲੱਗਦਾ ਹੈ ਕਿਤੇ ਨਾ ਕਿਤੇ ਰਘੁਨਾਥ ਸਾਹਿਬ ਪੁਰੀ ਦੀ ਜਿਹੜੀ ਲੈਗੇਸੀ ਸੀਗੀ ਉਹਦੇ ਤੇ ਨਰੇਸ਼ ਪੁਰੀ ਉਹਨਾਂ ਖਰੇ ਨਹੀਂ ਉਤਰੇ, ਉਹਨਾਂ ਨੇ ਲੋਕਾਂ ਨਾਲ ਉਹਨਾਂ ਦਾ ਜਿਹੜਾ ਸੰਪਰਕ ਹੈ ਉਹ ਬਣਾਏ ਨਹੀਂ ਰੱਖ ਸਕੇ। ਸੰਪਰਕ ਉਹਨਾਂ ਦਾ ਬਿਲਕੁਲ ਬਣਿਆ ਦਾ ਹੈ, ਸਿਰਫ ਉਹਨਾਂ ਨੂੰ ਟਿਕਟ ਤੋਂ ਇਗਨੋਰ ਕੀਤਾ ਜਾਂਦਾ ਹੈ। ਦੇਖੋ ਮੈਡਮ ਜੀ, ਅਗਰ ਮੈਂ ਗਵਰਨਮੈਂਟ ਮੁਲਾਜ਼ਮ ਰਿਟਾਇਰ ਹੋਏ ਦਾ, ਅਗਰ ਮੈਂ ਡਿਊਰਿੰਗ ਸਰਵਿਸ ਮਰ ਜਾਵਾਂ ਤੇ ਮੇਰੇ ਬੱਚੇ ਨੂੰ ਨੌਕਰੀ ਮਿਲਦੀ ਹੈ। ਮੈਨੂੰ ਸਮਝ ਲੱਗਦੀ ਕਾਂਗਰਸ ਦੀ ਕੀ ਸੋਚ ਹੈਗੀ ਹੈ, ਉਹਨਾਂ ਨੇ ਕਿਉਂ ਉਹਨਾਂ ਨੂੰ ਟਿਕਟ ਦਿੱਤੀ। 2 ਵਾਰੀ ਉਹਨਾਂ ਨੂੰ ਇਗਨੋਰ ਕੀਤਾ ਗਿਆ, ਉਹਨਾਂ ਨੇ ਮਜਬੂਰੀ ਨਾਲ ਫਿਰ ਆਜ਼ਾਦ ਇਲੈਕਸ਼ਨ ਲੜਿਆ। ਉਹ ਬੜਾ ਅੱਛਾ ਕੰਮ ਕਰਦੇ ਪਏ ਨੇ, ਉਹਨਾਂ ਦਾ ਜਨਾਧਾਰ ਵੀ ਹੈਗਾ। ਇਸ ਵਾਰ ਤੁਹਾਨੂੰ ਕੀ ਲੱਗਦਾ ਹੈ ਕਿ ਕਾਂਗਰਸ ਜਿਹੜੀ ਆ ਭਰੋਸਾ ਦਿਖਾਏਗੀ ਨਰੇਸ਼ ਪੁਰੀ ਤੇ? ਹਾਂ ਬਿਲਕੁਲ ਦਿਖਾਏਗੀ, ਬਿਲਕੁਲ ਦਿਖਾਣਾ ਚਾਹੀਦਾ ਹੈ। ਜੇਕਰ ਕਿਸੇ ਕਾਰਨ ਉਹਨਾਂ ਨੂੰ ਇਸ ਵਾਰ ਵੀ ਟਿਕਟ ਨਹੀਂ ਮਿਲਦੀ ਤੇ ਕੀ ਸਟੈਂਡ ਨਰੇਸ਼ ਪੁਰੀ ਉਹਨਾਂ ਦੇ ਪ੍ਰਸ਼ੰਸਕ ਹੋਣ ਦੇ ਨਾਤੇ ਤੁਸੀਂ ਕੀ ਕਹਿਣਾ ਚਾਹੋਗੇ, ਕੀ ਕਰਨਾ ਚਾਹੋਗੇ? ਦੇਖੋ ਜੀ, ਅਗਰ ਕਾਂਗਰਸ ਦੀ ਟਿਕਟ ਨਰੇਸ਼ ਪੁਰੀ ਨੂੰ ਨਹੀਂ ਮਿਲਦੀ ਤੇ ਫਿਰ ਬੀਜੇਪੀ ਜਾਂ ਐਨੀ ਅਦਰ ਪਾਰਟੀ ਫਿਰ ਜੇਤੂ ਹੈ। ਸਿਰਫ ਇੱਕ ਨਰੇਸ਼ ਪੁਰੀ ਇਸ ਤਰ੍ਹਾਂ ਦਾ ਸ਼ਖਸ ਹੈਗਾ ਜਿਹੜਾ ਬੀਜੇਪੀ ਨੂੰ ਮਾਤ ਦੇ ਕੇ ਕਾਂਗਰਸ ਦੀ ਜਿੱਤ ਕੇ ਕਾਂਗਰਸ ਦੀ ਟਿਕਟ ਉਹਨਾਂ ਦੀ ਝੋਲੀ 'ਚ ਪਾ ਸਕਦਾ। ਜੇ 5 ਸਾਲਾਂ ਦਾ ਜਿਹੜਾ ਪਿਛਲਾ ਰਿਕਾਰਡ ਦੇਖੀਏ, ਜਿਹੜੇ ਨਿਵਰਤਮਾਨ ਵਿਧਾਇਕ ਨੇ ਦਿਨੇਸ਼ ਸਿੰਘ ਬੱਬੂ, ਉਹਨਾਂ ਨੂੰ 5 ਦੇ ਵਿੱਚੋਂ ਕਿੰਨੇ ਨੰਬਰ? 5 ਚੋਂ ਨੰਬਰ ਦੇਣੇ ਨਹੀਂ, ਠੀਕ ਹੈ 2 ਨੰਬਰ ਦੇ ਦਿਓ। ਹਾਂ, ਤੇ ਜੇ ਤੁਹਾਨੂੰ ਪੰਜਾਬ ਦੀ ਸਰਕਾਰ ਜਿਹੜੀ ਰਹੀ ਹੈ ਕਾਂਗਰਸ, ਉਹਨਾਂ ਨੂੰ 5 ਦੇ ਵਿੱਚੋਂ ਨੰਬਰ ਦੇਣੇ ਪੈਣ, ਕਿੰਨੇ ਨੰਬਰ ਤੁਸੀਂ ਦਿਓਗੇ? ਜਿਹੜੀ ਕੈਪਟਨ ਸਰਕਾਰ ਰਹੀ ਉਹਨੇ ਤੇ ਕੋਈ ਕੰਮ ਨਹੀਂ ਕੀਤਾ। ਮੈਂ ਜਿਸ ਤਰ੍ਹਾਂ ਮੁਲਾਜ਼ਮ ਹੈਗਾ, ਸਾਡੀਆਂ ਡੀਏ ਦੀਆਂ ਕਿਸ਼ਤਾਂ ਕਾਫੀ ਜ਼ਿਆਦਾ ਬੰਦ ਕੀਤੀ ਦੀਆਂ, ਉਹਨਾਂ ਨੇ ਕੁਝ ਨਹੀਂ ਦਿੱਤਾ। ਉਹਨਾਂ ਨੂੰ 0 ਹੀ ਮਿਲਣਾ ਚਾਹੀਦਾ ਜੀ। ਤੁਹਾਨੂੰ ਲੱਗਦਾ ਹੈ ਕਿ ਚੰਨੀ ਸਾਹਿਬ ਜਿਹੜੇ ਕਹਿੰਦੇ 36000 ਮੁਲਾਜ਼ਮ ਅਸੀਂ ਪੱਕੇ ਕਰਤੇ, ਹੋਰ ਵੀ ਜਿਹੜੇ ਵਾਅਦੇ ਉਹਨਾਂ ਨੇ ਐਲਾਨ ਕਰਦੇ ਰਹੇ ਨੇ, ਉਹ ਸੱਚ ਨੇ ਜਾਂ ਸਿਰਫ ਦਿਖਾਵੇ? ਨਹੀਂ, ਚੰਨੀ ਸਾਹਿਬ ਨੇ ਪੰਜਾਬ ਵਾਸਤੇ ਫਿਲਹਾਲ ਉਹ ਐਲਾਨ ਹੀ ਕਰ ਸਕਦੇ ਸੀ, ਕਿਉਂਕਿ ਉਹਨਾਂ ਨੂੰ ਟਾਈਮ ਬਹੁਤ ਘੱਟ ਮਿਲਿਆ ਸੀ। ਹਾਂਜੀ, ਤੇ ਮੇਰੇ ਹਿਸਾਬ ਨਾਲ ਚੰਨੀ ਸਾਹਿਬ ਫੇਰ ਵੀ ਠੀਕ ਚੀਫ ਮਿਨਿਸਟਰ ਨੇ। 4.5 ਸਾਲ ਜੇ ਤੁਸੀਂ ਕਹਿੰਦੇ ਹੋ ਕਿ ਕੈਪਟਨ ਸਾਹਿਬ ਨੇ ਕੋਈ ਕੰਮ ਨਹੀਂ ਕੀਤਾ, ਤੇ ਦੁਬਾਰਾ ਤੁਹਾਡੀ ਵੋਟ ਜਿਹੜੀ ਉਹ ਕਾਂਗਰਸ ਨੂੰ ਹੀ ਜਾਏਗੀ? ਸਾਡੀ ਕਾਂਗਰਸ ਨੂੰ ਜਾਏਗੀ। ਹਾਂਜੀ, ਹਾਂ। ਬਹੁਤ ਬਹੁਤ ਧੰਨਵਾਦ ਗੱਲ ਕਰਨ। ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਵਿਧਾਨ ਸਭਾ ਚੋਣਾਂ 2022 ਬਿਲਕੁਲ ਤਰੀਕ ਜਿਹੜੀ ਹੈ ਉਹ ਤੈਅ ਹੋ ਚੁੱਕੀ ਹੈ, VOTING ਦੀ ਤਰੀਕ ਆ ਚੁੱਕੀ ਹੈ। ਕੀ ਕਹਿਣਾ ਤੁਹਾਡਾ ਇਲੈਕਸ਼ਨਸ ਦੇ ਬਾਰੇ? ਕਿਹੜੀ ਪਾਰਟੀ ਬਣਾਏਗੀ? ਆਪਾਂ ਇਦਾਂ ਹੀ ਚਾਹੁੰਦੇ ਹਾਂ ਕਿ ਇਸ ਵਾਰੀ ਸਾਡੇ ਹਲਕਾ ਸੁਜਾਨਪੁਰ ਦੇ ਵਿੱਚੋਂ ਬਿੱਟੂ ਪ੍ਰਧਾਨ ਜੀ ਜਿੱਤਣ ਤੇ ਉਹ ਯੂਥ ਨੂੰ ਅੱਗੇ ਪ੍ਰੋਗਰੈਸ, ਯੂਥ ਨੂੰ ਅੱਗੇ ਵਧੇ, ਐਜੂਕੇਸ਼ਨ ਵਿੱਚ ਵੀ ਵਾਧਾ ਪਏ ਤੇ ਸਾਡੇ ਆਪਾਂ ਇਹੀ ਚਾਹੁੰਦੇ ਹਾਂ ਕਿ ਇਸ ਵਾਰੀ ਤਕੜੀ ਜਿੱਤੇ। ਜਿਹੜਾ ਬੀਜੇਪੀ ਨੇ ਕਦੀ ਭਰੋਸਾ ਨਹੀਂ ਜਤਾਇਆ, ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ, ਸ਼੍ਰੋਮਣੀ ਅਕਾਲੀ ਦਲ ਨੇ ਇਸ ਵਾਰ ਭਰੋਸਾ ਜਤਾਇਆ। ਤੁਹਾਨੂੰ ਲੱਗਦਾ ਹੈ ਕਿ ਲੋਕਾਂ ਦਾ ਜਨਾਧਾਰ, ਲੋਕਾਂ ਦੀ ਵੋਟ ਜਿਹੜੀ ਹੈ ਉਹਨਾਂ ਨੂੰ ਮਿਲੇਗੀ? ਹਾਂਜੀ, ਬਿਲਕੁਲ ਲੱਗਦਾ ਜੀ। ਅਕਾਲੀ ਦਲ ਇਹੋ ਜਿਹੇ ਕੋਈ 2 ਕੰਮ ਜਿਹੜੇ ਸੁਜਾਨਪੁਰ ਕਨਸਟੀਚੁਐਂਸੀ ਵਿੱਚ ਤੁਸੀਂ ਚਾਹੁੰਦੇ ਹੋ ਕਿ ਬਿੱਟੂ ਪ੍ਰਧਾਨ ਜੇ ਜਿੱਤਦੇ ਨੇ ਉਹ ਤੋਂ ਕਰਵਾਉਣ? ਜੀ, ਇੱਕ ਤੇ ਐਜੂਕੇਸ਼ਨ ਤੇ ਇੱਕ ਯੂਥ ਇੰਪਾਵਰਮੈਂਟ ਹੋਏ, ਯੂਥ ਨੂੰ ਵਧਾਵਾ ਮਿਲੇ ਅੱਗੇ ਹਰ ਚੀਜ਼ 'ਚ। ਕਿ ਬਿੱਟੂ ਪ੍ਰਧਾਨ ਤੋਂ ਅਸੀਂ ਇਹੀ ਚਾਹੁੰਦੇ ਹਾਂ ਕਿ ਐਜੂਕੇਸ਼ਨ ਪੋਲਿਸੀ ਸਹੀ ਹੋਏ, ਯੂਥ ਅੱਗੇ ਵਧੇ, ਬਸ ਇਹੀ ਚਾਹੁੰਦੇ ਹਾਂ ਜੀ। ਤੇ ਤੁਹਾਨੂੰ ਲੱਗਦਾ ਹੈ ਕਿ ਕੈਂਡੀਡੇਟ ਜਿਹੜੇ ਆਪਣੀ ਟਿਕਟ ਨਹੀਂ ਬਚਾ ਸਕੇ ਔਰ ਕਈ ਸਾਲਾਂ ਤੋਂ ਟਰਾਈ ਕਰ ਰਹੇ ਨੇ ਕਿ ਟਿਕਟ ਮਿਲੇ, ਉਹ ਯੂਥ ਲਈ, ਤੁਹਾਡੇ ਲਈ ਕੰਮ ਕਰਨਗੇ? ਤੁਹਾਨੂੰ ਕਿੰਨਾ ਇਹ ਭਰੋਸਾ ਜਿਹੜਾ ਹੈ ਉਹ? ਬਿਲਕੁਲ ਸਾਨੂੰ ਪੂਰਾ ਭਰੋਸਾ ਹੈ ਬਿੱਟੂ ਪ੍ਰਧਾਨ ਜੀ ਤੇ ਕਿ ਉਹ ਸਾਡੇ ਵਾਸਤੇ ਬਹੁਤ ਕੁਝ ਕਰਨਗੇ, ਬਹੁਤ ਜ਼ਿਆਦਾ ਕਰਨਗੇ। ਤੇ ਜਿੱਤਦੇ ਕਿੰਨੇ ਜਿਹੜੇ ਪਿਛਲੇ ਵਿਧਾਇਕ ਰਹੇ ਨੇ, ਨਿਵਰਤਮਾਨ ਵਿਧਾਇਕ ਦਿਨੇਸ਼ ਸਿੰਘ ਬੱਬੂ, ਉਹਨਾਂ ਦੇ ਕਾਰਜਕਾਲ ਨੂੰ ਜੇ ਨੰਬਰ ਦੇਣੇ ਹੋਣ 5 ਸਾਲਾਂ ਦੇ ਵਿੱਚ ਕਿੰਨਾ ਕੰਮ ਉਹਨਾਂ ਨੇ ਕਰਾਇਆ? ਨਹੀਂ, ਉਹਨਾਂ ਨੇ ਵੀ ਕਾਫੀ ਕੰਮ ਕਰਵਾਇਆ ਹੈਗਾ ਜੀ। ਆਪਾਂ ਕਿਸੇ ਨੂੰ ਉਹ ਨਹੀਂ ਕਰਦੇ, ਪਰ ਆਪਾਂ ਇਹੀ ਚਾਹੁੰਦੇ ਹਾਂ ਕਿ ਸਾਡਾ ਇਸ ਵਾਰੀ ਹਲਕੇ ਸੁਜਾਨਪੁਰ ਦੇ ਵਿੱਚੋਂ ਬਿੱਟੂ ਪ੍ਰਧਾਨ ਜਿੱਤਣ, ਕਿਉਂਕਿ ਸਾਨੂੰ ਉਹਨਾਂ 'ਤੇ ਪੂਰਾ ਭਰੋਸਾ ਹੈਗਾ ਕਿ ਉਹਨਾਂ ਨੇ ਇਸ ਤੋਂ ਵੀ ਜ਼ਿਆਦਾ ਹੁਣ ਪ੍ਰੋਗਰੈਸ ਕਰਾਂਗੇ। ਇੱਕ ਸਵਾਲ ਮੇਰਾ ਹੋਰ ਕਿ ਜਿਹੜੇ ਦਿਨੇਸ਼ ਸਿੰਘ ਬੱਬੂ ਨੇ, ਉਹਨਾਂ ਦਾ ਹਮੇਸ਼ਾ ਤੋਂ ਹੀ ਇੱਕ ਇਹ ਗੱਲ ਰਹੀ ਹੈ ਕਿ ਮੇਰੀ ਸਰਕਾਰ ਨਹੀਂ ਹੈ, ਪਿੱਛੇ ਸਰਕਾਰ ਕਾਂਗਰਸ ਦੀ, ਇਸ ਕਰਕੇ ਮੈਂ ਹਲਕੇ ਦਾ ਕੋਈ ਕੰਮ ਕਰਵਾ ਨਹੀਂ ਸਕਿਆ। ਤੇ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿਹੜੇ ਜਿੱਤਦੇ ਨੇ, ਬਿੱਟੂ ਪ੍ਰਧਾਨ ਜੇ ਜਿੱਤਦੇ ਵੀ ਨੇ, ਤੇ ਜੇ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਨਹੀਂ ਬਣ ਪਾਉਂਦੀ ਤਾਂ ਤੁਹਾਨੂੰ ਲੱਗਦਾ ਕੰਮ ਕਰਵਾਉਣਗੇ? ਜੀ, ਇਹ ਤੇ ਬਾਅਦ ਦੀ ਗੱਲ ਆ। ਫਿਲਹਾਲ ਤੇ ਅਸੀਂ ਕੁਝ ਬੋਲ ਨਹੀਂ ਸਕਦੇ ਕਿਸੇ ਹੋਰ ਪਾਰਟੀ ਮਤਲਬ ਕੀ ਕਰੇਗੀ ਕੀ ਨਹੀਂ, ਉਹ ਤੇ ਜਿੱਤਣ ਤੋਂ ਬਾਅਦ ਹੀ ਉਹਨਾਂ ਨੇ ਕਰਨਾ ਹੈ ਜੋ ਕਰਨਾ ਹੋਏਗਾ। ਤੁਹਾਨੂੰ ਕੌਨਫੀਡੈਂਸ ਹੈ? ਸਾਨੂੰ ਕੌਨਫੀਡੈਂਸ ਹੈਗਾ ਜੀ। ਨਾਮ ਦੱਸੋ। ਦੀਪਕ ਜੀ, ਕੀ ਕਹਿਣਾ ਚਾਹੁੰਦੇ ਹੋ? ਬਸ ਇਹ ਕਹਿਣਾ ਚਾਹੁੰਦੇ ਵੀ ਜਿਹੜਾ ਸਾਡੀ ਡਿਵੈਲਪਮੈਂਟ ਨਹੀਂ ਹੋਈ ਸਾਡੇ ਕਨਸਟੀਚੁਐਂਸੀ ਦੀ, ਸਾਰਿਆਂ ਨਾਲੋਂ ਵੱਡਾ ਮੁੱਦਾ ਇੱਥੇ ਜੀ ਬੱਸ ਸਟੈਂਡ ਦਾ। ਦੂਸਰਾ ਜਿਹੜਾ ਫਲਾਈਓਵਰ ਨਹੀਂ ਬਣ ਰਿਹਾ ਜੀ, ਉੱਥੇ ਜੀ ਅੱਧਾ ਘੰਟਾ 2 ਘੰਟੇ ਰੁਕੇ ਰਹਿੰਦੇ ਆ। ਕਿਸੇ ਨੇ ਮੰਨ ਲਓ ਐਂਬੂਲੈਂਸ ਜਾਣੀ ਆ, ਉਹਨਾਂ ਨੂੰ ਕਾਫੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਬੱਚਿਆਂ ਨੇ ਸਕੂਲ ਜਾਣਾ, ਉਹ ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਦਿਨੇਸ਼ ਸਿੰਘ ਬੱਬੂ 3 ਟਰਮਸ ਤੋਂ ਲਗਾਤਾਰ ਵਿਧਾਇਕ ਚੁਣੇ ਜਾਂਦੇ ਨੇ, ਕੀ ਲੱਗਦਾ ਤੁਹਾਨੂੰ? ਉਹ ਹਮੇਸ਼ਾ ਕਹਿੰਦੇ ਨੇ ਕਿ ਸਰਕਾਰ ਮੇਰੀ ਨਹੀਂ ਸੀਗੀ, ਇਸ ਕਰਕੇ ਮੈਂ ਕੰਮ ਨਹੀਂ ਕਰਵਾ ਪਾਇਆ। ਦੇਖੋ ਜੀ, ਗੱਲ ਸਰਕਾਰ ਦੀ ਨਹੀਂ ਹੁੰਦੀ, ਵੋਟਾਂ ਤੇ ਅਸੀਂ ਉਹਨਾਂ ਨੂੰ ਪਾਈਆਂ ਸੀ ਨਾ,
ਤੇ ਕੌਂਸਟੀਚੁਐਂਸੀ ਸੁਜਾਨਪੁਰ ਦੇ ਉਹ ਐਮਐਲਏ ਬਣੇ ਸੀ। ਉਹਨਾਂ ਨਾਲ ਰਿਸਪੌਂਸਿਬਿਲਟੀ ਹੁੰਦੀ ਹੈ ਵੀ ਇਹ ਸਾਡੇ ਸ਼ਹਿਰ ਦਾ ਕੰਮ ਕਰਵਾਉਣ, ਨਾ ਉਹਨਾਂ ਨੇ ਕੋਈ ਕੰਮ ਕਰਵਾਇਆ ਨਾ ਕੁਝ ਕੀਤਾ। ਕੀ ਲੱਗਦਾ ਤੁਹਾਨੂੰ ਪੰਜਾਬ 'ਚ ਸਰਕਾਰ ਕਿਹਦੀ ਆ ਰਹੀ ਹੈ? ਪੰਜਾਬ 'ਚ ਸਰਕਾਰ ਕਿਹਦੀ ਹਾਲੇ ਤਾਂ ਕੁਝ ਪਤਾ ਨਹੀਂ ਜੀ ਕਿਹਦੀ ਆਣੀ ਹੈ, ਬਟ ਮੇਰੇ ਹਿਸਾਬ ਨਾਲ ਸਾਡੇ ਸ਼ਹਿਰ ਦੇ ਲੋਕਲ ਉਮੀਦਵਾਰ ਜਿਹੜੇ ਰਾਜਕੁਮਾਰ ਗੁਪਤਾ ਜੀ ਹੈ ਨਾ, ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣਾ ਤਾਂ ਕਿ ਉਹ ਸਾਡੇ ਕੌਂਸਟੀਚੁਐਂਸੀ ਦਾ ਕੰਮ ਕਰਾ ਸਕਣ। ਇਹ ਜਿਹੜਾ ਸਾਡਾ ਬੱਸ ਸਟੈਂਡ ਦਾ ਮੁੱਦਾ ਆ, ਇਹ ਜਿਹੜੇ ਛੋਟੇ ਮੋਟੇ ਮੁੱਦੇ ਸਾਰੇ ਕਰਵਾਉਣੇ, ਐਜੂਕੇਸ਼ਨ, ਹੌਸਪੀਟੈਲਿਟੀ, ਹੌਸਪੀਟਲ ਸਭ ਕੁਝ ਅਸੀਂ ਇੰਪਰੂਵਮੈਂਟ ਕਰਵਾਉਣੇ। ਤੁਹਾਨੂੰ ਲੱਗਦਾ ਇੰਨਾ ਬੇਸ ਜਿਹੜਾ ਹੈ ਰਾਜਕੁਮਾਰ ਗੁਪਤਾ ਲਈ ਸੁਜਾਨਪੁਰ ਦੇ ਵਿੱਚ ਹੈਗਾ? ਕਿਉਂਕਿ ਧਾਰ ਦੀ ਜੇ ਅਸੀਂ ਗੱਲ ਕਰੀਏ ਉਹ ਵੀ ਬਹੁਤ ਇੱਕ ਕਾਊਂਟ ਕਰਦਾ ਹੈ। ਇਹ ਤੇ ਹੁਣ ਜਦੋਂ ਜਿੱਤਣਗੇ ਉਸ ਬਾਅਦ ਹੀ ਦੱਸਣਗੇ ਸਾਰਾ ਕੁਝ ਵੀ ਕਿਸ ਤਰ੍ਹਾਂ ਕੰਮ ਇਹ ਅੱਗੇ ਵਧਾਉਣਾ ਹੈ। ਬਾਕੀ ਲੋਕਾਂ ਤੇ ਡਿਪੈਂਡ ਕਰਦਾ ਜੀ ਜੋ ਵੀ ਹੈ। ਧੰਨਵਾਦ ਗੱਲ ਕਰਨ ਲਈ। ਮਹਿਲਾਵਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ। ਨਾ ਦੱਸੋ ਜੀ ਆਪਣਾ। ਹਾਂਜੀ, ਅਰਨਾ ਰਾਣੀ। ਜਿਹੜੇ VOTING ਹੋਣੀ ਹੈ 14 ਨੂੰ, ਕੀ ਲੱਗਦਾ ਤੁਹਾਨੂੰ ਕਿਹੜੀ ਸਰਕਾਰ ਜਿਹੜੀ ਬਣੇਗੀ ਤੁਹਾਡੇ ਮੁਤਾਬਿਕ? ਜਿਹੜਾ ਕੰਮ ਚੰਗਾ ਕੰਮ ਕਰੇਗੀ ਉਹ ਹੀ ਬਣੇਗੀ। ਤੁਹਾਡੀ ਵੋਟ ਜਿਹੜੀ ਉਹ ਕਿਹੜੇ ਕੈਂਡੀਡੇਟ ਨੂੰ, ਕੀ ਦੇਖਦੇ ਹੋ ਤੁਸੀਂ ਜਦੋਂ ਵੋਟ ਦਿੰਦੇ ਹੋ? ਕੀ ਸੋਚ ਕੇ ਵੋਟ ਦਿੰਦੇ ਹੋ? ਮਤਲਬ ਇਹੀ ਸੋਚ ਕੇ ਦਿੰਦੇ ਆ ਵੀ ਕੋਈ ਮਤਲਬ ਅੱਛਾ ਆਏ, ਆਦਮੀ ਅੱਛਾ ਆਏ ਤੇ ਅੱਛਾ ਕੰਮ ਕਰੇ। ਜਿਹੜੇ ਪਿਛਲੇ ਵਿਧਾਇਕ ਰਹੇ ਨੇ ਦਿਨੇਸ਼ ਸਿੰਘ ਬੱਬੂ, ਉਹਨਾਂ ਦੇ ਕੰਮ ਤੋਂ ਤੁਸੀਂ ਸੰਤੁਸ਼ਟ ਹੋ? ਕੰਮ ਕਰਵਾਇਆ ਉਹਨਾਂ ਨੇ ਹਲਕੇ ਦੇ ਵਿੱਚ? ਮਤਲਬ ਕਰਵਾਇਆ ਉਹਨਾਂ ਵੀ, ਕਰਵਾਇਆ। 5 ਦੇ ਵਿੱਚੋਂ ਜੇ ਨੰਬਰ ਦੇਣੇ ਹੋਣ, 5 ਨੰਬਰਾਂ ਦੇ ਵਿੱਚੋਂ ਕਿੰਨੇ ਨੰਬਰ ਉਹਨਾਂ ਨੂੰ ਦਿੰਦੇ ਹੋ? ਜਿੰਨਾ ਮਨ ਚਾਹੇ। ਤੁਹਾਡਾ ਕੀ ਮਨ ਕਹਿੰਦਾ? ਮਨ ਕੀ ਕਹਿੰਦਾ ਵੀ ਹੋਣਾ ਚਾਹੀਦਾ, ਆਪਣੇ ਏਰੀਏ ਦੇ ਜਿੱਤਣੇ ਚਾਹੀਦੇ। ਆਪਣੇ ਏਰੀਆ ਦੇ ਲੋਕਲ ਕੈਂਡੀਡੇਟ ਨੂੰ ਮਤਲਬ ਤੁਸੀਂ ਵੋਟ ਕਰੋਗੇ? ਹਾਂਜੀ, ਲੋਕਲ ਕੈਂਡੀਡੇਟ ਨੂੰ ਹੀ ਵੋਟ ਕਰੋਗੇ? ਹਾਂਜੀ ਜੀ, ਬਹੁਤ ਬਹੁਤ ਸ਼ੁਕਰੀਆ ਗੱਲ ਕਰਨ ਲਈ ਜੀ। ਨਾਂ ਦੱਸੋ ਆਪਣਾ। ਵਿਨੋਦ ਕੁਮਾਰ। ਸੁਜਾਨਪੁਰ ਕੌਂਸਟੀਟਿਊਂਸੀ ਦੀ ਗੱਲ ਕਰੀਏ, ਸਿਰਫ ਇੱਕ ਹੀ ਉਮੀਦਵਾਰ ਦਾ ਨਾਂ ਹਾਲੇ ਤੱਕ ਤੈਅ ਹੋਇਆ ਹੈ। ਉਸ ਤੋਂ ਇਲਾਵਾ ਕਿਸੇ ਵੀ ਪਾਰਟੀ ਨੇ ਹਾਲੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਕਿਸ ਤਰ੍ਹਾਂ ਦੇਖਦੇ ਹੋ? ਮੈਡਮ, ਸਾਡੇ ਹਿਸਾਬ ਨਾਲ ਤਾਂ ਲੋਕਲ ਸੁਜਾਨਪੁਰ ਦਾ ਆਦਮੀ ਚਾਹੀਦਾ, ਕਿਉਂਕਿ ਬਿੱਟੂ ਪ੍ਰਧਾਨ ਜੀ ਬਹੁਤ ਵਧੀਆ ਬੰਦੇ ਨੇ। ਅਸੀਂ ਤਾਂ ਉਹਨਾਂ ਨੂੰ ਹੀ ਲਾਈਕ ਕਰਾਂਗੇ ਹਾਲੇ ਤੱਕ। ਤੇ ਜਿਹੜੇ ਪਿਛਲੇ ਵਿਧਾਇਕ ਰਹੇ ਨੇ ਉਹ ਵੀ ਸਾਡੇ ਹਲਕੇ ਦੇ ਸੀਗੇ, ਉਹਨਾਂ ਨੇ ਕੰਮ ਕਰਾਏ? ਮੈਡਮ, ਹੈ ਤਾਂ ਹਲਕੇ ਦੇ ਹੀ, ਪਰ ਸਾਨੂੰ ਵਧੀਆ ਬੰਦਾ ਉਹੀ ਲੱਗਦਾ ਜਿਹੜਾ ਸੁਜਾਨਪੁਰ ਦਾ ਹੋਵੇ, ਜੋ ਕਿ ਬਿੱਟੂ ਪ੍ਰਧਾਨ ਜੀ ਇਸ ਵੇਲੇ ਸਾਨੂੰ ਸਭ ਤੋਂ ਵਧੀਆ ਬੰਦੇ। ਤੁਹਾਨੂੰ ਕੀ ਲੱਗਦਾ ਡਿਵੈਲਪਮੈਂਟ ਕਰਵਾਉਣਗੇ ਬਿੱਟੂ ਪ੍ਰਧਾਨ? ਬਿਲਕੁਲ ਜੀ, ਬਿਲਕੁਲ। ਉਹ ਸਾਰਿਆਂ ਬਾਰੇ ਬਹੁਤ ਜ਼ਿਆਦਾ ਸੋਚਦੇ ਨੇ ਤੇ ਸਭ ਤੋਂ ਵਧੀਆ ਬੰਦੇ ਲੱਗਦੇ ਨੇ। ਬਹੁਤ ਬਹੁਤ ਧੰਨਵਾਦ ਗੱਲ ਕਰਨ ਲਈ। ਨਾਂ ਦੱਸੋ ਜੀ ਆਪਣਾ। ਮੇਰਾ ਨਾਮ ਰਾਮ ਪ੍ਰਕਾਸ਼। ਇਲੈਕਸ਼ਨ ਦੀ ਤਾਰੀਖ ਤੈਅ ਹੋ ਚੁੱਕੀ ਹੈ, ਵੋਟ ਤੁਹਾਨੂੰ ਕਿਹੜੀ ਪਾਰਟੀ ਨੂੰ ਜਾਣਾ? ਸਾਡੇ ਤੇ ਹਲਕੇ ਤੋਂ ਦੇਖੋ ਜੀ, ਜੇ ਤੇ ਦੇਖਿਆ ਜਾਵੇ ਤੇ ਪਿਛਲੇ ਸਾਲ ਜਿੱਦਾਂ ਨਰੇਸ਼ਪੁਰੀ ਜੀ ਖੜੇ ਸੀ ਸਾਡੇ ਹਲਕੇ 'ਚ, ਤੇ ਉਹਨਾਂ ਨੇ 29,000 ਸਮਥਿੰਗ ਵੋਟਾਂ ਇੱਥੋਂ ਮਿਲ ਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਹਨਾਂ ਨੇ ਆਜ਼ਾਦ ਉਮੀਦਵਾਰ ਤੇ ਮਤਲਬ ਕਿ ਲੋਕਾਂ ਦੀ ਜੇ ਦੇਖਿਆ ਜਾਵੇ ਤਾਂ ਸੁਜਾਨਪੁਰ ਦੇ ਲੋਕਾਂ ਦੀ ਪਸੰਦ ਹੋਈ ਹੈ। ਜੇ ਉਹਨਾਂ ਨੂੰ 29,000 ਆਜ਼ਾਦ ਦੇ ਤੌਰ ਤੇ ਮਿਲ ਗਏ ਤਾਂ ਜੇ ਉਹ ਪਾਰਟੀ ਟਿਕਟ ਦਿੰਦੀ ਆ ਤਾਂ ਨੈਚੁਰਲੀ। ਪਰ ਕਾਂਗਰਸ ਤੇ ਵਿਸ਼ਵਾਸ ਹੀ ਨਹੀਂ ਜਤਾ ਰਹੀ। ਪਿਛਲੇ 2 ਟਰਮ ਤੋਂ ਇਹੀ ਹੋ ਰਿਹਾ ਹੈ, ਉਹਨਾਂ ਨੂੰ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਉਣਾ ਪੈ ਰਿਹਾ। ਜੇਕਰ ਗੱਲ ਕਰੀਏ ਦਿਨੇਸ਼ ਸਿੰਘ ਬੱਬੂ ਦੀ, ਉਹਨਾਂ ਦਾ ਜਿਹੜਾ ਕਾਰਜਕਾਲ ਹੈ, ਉਹਨਾਂ ਨੂੰ 5 ਦੇ ਵਿੱਚੋਂ ਕਿੰਨੇ ਨੰਬਰ? 5 ਚੋਂ ਕੋਈ ਨੰਬਰ ਨਹੀਂ। ਸੁਜਾਨਪੁਰ ਦੇ ਹਲਕੇ ਦਾ ਕੋਈ ਵਿਕਾਸ ਨਹੀਂ ਉਹਨਾਂ ਦੇ ਕਾਰਜਕਾਲ ਦਾ। ਤੇ 0 ਨੰਬਰ ਦੇ ਰਹੇ ਹੋ? ਬਿਲਕੁਲ ਜੀ। ਤੇ ਜੇ ਪੰਜਾਬ ਸਰਕਾਰ ਦੀ ਗੱਲ ਕਰੀਏ, ਕਿੰਨੇ ਨੰਬਰ 5 ਦੇ ਵਿੱਚੋਂ? ਪੰਜਾਬ ਸਰਕਾਰ ਨੂੰ 5 ਵਿੱਚੋਂ 1 ਜਾਂ 2 ਨੰਬਰ ਤੋਂ ਜ਼ਿਆਦਾ ਨਹੀਂ। 1 ਜਾਂ 2 ਨੰਬਰ। ਕਾਂਗਰਸ ਨੂੰ ਤੁਸੀਂ ਸਪੋਰਟ ਕਰਦੇ ਹੋ, ਫਿਰ ਵੀ 1 ਜਾਂ 2 ਨੰਬਰ? ਕਿਉਂਕਿ ਇਹ ਕੰਮ ਕਾਰਜਕਾਲ ਬੇਸ਼ੱਕ ਹੋਇਆ ਕੈਪਟਨ ਅਮਰਿੰਦਰ ਸਿੰਘ ਜਿੱਦਾਂ ਜੀ 4.5 ਸਾਲ ਉਹਨਾਂ ਨੇ ਕੁਝ ਨਹੀਂ ਕੀਤਾ, ਤੇ ਜਸਟ ਉਹਨਾਂ 3 ਮਹੀਨਿਆਂ ਮਤਲਬ ਕਿ ਸਾਡੇ ਚਰਨਜੀਤ ਸਿੰਘ ਚੰਨੀ CM ਪੰਜਾਬ, ਉਹਨਾਂ ਨੇ ਜੋ ਅਨਾਉਂਸਮੈਂਟ ਕੀਤੀਆਂ ਉਹਨਾਂ ਵਿੱਚੋਂ ਵੀ ਅਜੇ 1-2 ਹੀ ਪੂਰੀਆਂ ਆਈਆਂ, ਬਾਕੀ ਤਾਂ ਉਸੇ ਤਰ੍ਹਾਂ ਹੀ ਅਜੇ ਅਨਾਉਂਸਮੈਂਟ ਦੇ ਉੱਪਰ ਹੀ। ਤੇ ਇਹ ਇੱਕ ਅਲਾਰਮਿੰਗ ਸਿਚੁਏਸ਼ਨ ਕਾਂਗਰਸ ਦੇ ਲਈ, ਕਿਉਂਕਿ ਜਿਹੜੇ ਸਮਰਥਕ ਨੇ ਉਹ ਵੀ ਮੰਨਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੰਮ ਜਿਹੜੇ ਨਹੀਂ ਕਰਵਾਏ ਨੇ, ਇਸ ਕਰਕੇ 1 ਜਾਂ 2 ਨੰਬਰ ਜਿਹੜੇ ਸਮਰਥਕ ਨੇ ਕਾਂਗਰਸ ਪਾਰਟੀ ਦੇ, ਉਹ ਵੀ 1 ਜਾਂ 2 ਨੰਬਰ ਹੀ ਦੇ ਰਹੇ ਨੇ। ਸੁਜਾਨਪੁਰ ਨਗਰ ਕੌਂਸਲ ਦੇ ਪੂਰਵ ਅਧਿਕਸ਼ ਰੂਪਲਾਲ ਜੀ ਇਸ ਵੇਲੇ ਸਾਡੇ ਨਾਲ ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ। ਧੰਨਵਾਦ ਜੀ, ਥੈਂਕਸ। ਕੀ ਲੱਗਦਾ ਤੁਹਾਨੂੰ ਇਸ ਵਾਰ ਦੇ ਜਿਹੜੇ ਚੁਣਾਵ ਨੇ 2022 ਦੀ ਵਿਧਾਨ ਸਭਾ ਚੋਣਾਂ, ਤੁਹਾਡੀ ਪਾਰਟੀ ਕਿਸ ਲੈਵਲ ਤੇ ਇਸ ਵੇਲੇ ਖੜੀ ਹੈ? ਸਾਡੀ ਪਾਰਟੀ ਬਹੁਤ ਹੀ ਵਧੀਆ ਲੈਵਲ ਤੇ ਖੜੀ ਹੈ, ਔਰ ਸਾਨੂੰ ਕੋਈ ਇਸ ਚੀਜ਼ ਦੀ ਚਿੰਤਾ ਨਹੀਂ। ਇਲੈਕਸ਼ਨ ਜਿਹੜੇ ਆ ਅਸੀਂ ਵਧੀਆ ਕੰਮ ਕੀਤਾ। ਪੰਜਾਬ ਸਰਕਾਰ ਇਸ ਵੇਲੇ ਕਾਂਗਰਸ ਦੀ ਹੈ, ਮਗਰ ਸਾਡੇ ਜਿਹੜੇ ਇੱਥੇ ਦੇ ਵਿਧਾਇਕ ਨੇ ਉਹਨਾਂ ਨੇ ਸਰਕਾਰ ਨਹੀਂ ਹੋਣ ਦੇ ਬਾਵਜੂਦ ਹੀ ਬਹੁਤ ਵਧੀਆ ਕੰਮ ਕੀਤਾ, ਔਰ ਵਧੀਆ ਕੰਮ ਕਰ ਰਹੇ ਨੇ। ਲੋਕਾਂ ਦੇ ਵਿੱਚ ਜਿਹੜਾ ਵਿਧਾਇਕ ਰਵੇ ਉਹ ਸਮਝ ਲਓ ਕਿ ਲੋਕਾਂ ਵਾਸਤੇ ਅੱਛਾ ਹੈ। ਪਰ ਕਈ ਵਾਰ ਉਹਨਾਂ ਨੇ ਇੰਟਰਵਿਊਜ਼ ਦੇ ਵਿੱਚ ਇਹ ਕਿਹਾ ਹੈ, ਜਦੋਂ ਵੀ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਵੀ ਤੁਸੀਂ ਡਿਵੈਲਪਮੈਂਟ ਦੇ ਕੰਮ ਕਿਉਂ ਨਹੀਂ ਕਰਵਾ ਪਾਏ, ਉਹਨਾਂ ਦਾ ਇੱਕ ਹੀ ਜਵਾਬ ਹੁੰਦਾ ਕਿ ਮੇਰੀ ਸਰਕਾਰ ਨਹੀਂ ਸੀ।
ਪਿੱਛੇ ਕਾਂਗਰਸ ਦੀ ਸਰਕਾਰ ਹੈ, ਇਸ ਕਰਕੇ ਮੈਂ ਕੰਮ ਨਹੀਂ ਕਰਵਾਇਆ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਾਰ ਇੱਕ ਵਾਰ ਫਿਰ ਜਨਤਾ ਨੂੰ ਕਿਉਂ ਉਹਨਾਂ ਤੇ ਵਿਸ਼ਵਾਸ ਕਰਨਾ ਚਾਹੀਦਾ? ਜੇ ਕਾਂਗਰਸ ਦੀ ਸਰਕਾਰ ਫਿਰ ਆਂਦੀ ਹੈ ਰਾਜ ਦੇ ਵਿੱਚ ਤੇ ਉਹਨਾਂ ਦਾ ਫਿਰ ਰਟਾਇਆ ਜਵਾਬ ਹੋਵੇਗਾ। ਦੇਖੋ ਜੀ, ਜਿਹੜੇ ਵਿਕਾਸ ਦੇ ਕੰਮਾਂ ਦੀ ਗੱਲ ਹੈ, ਜਿਹੜਾ ਵੀ ਫੰਡ ਸਾਡੇ ਮਾਨਨੀय MP ਸੰਨੀ ਜੀ ਨੂੰ ਵੱਲੋਂ ਮਿਲਦਾ ਪਿਆ ਹੈ, ਉਹ ਵੀ ਲੋਕਾਂ ਨੂੰ, ਉਹ ਪੰਚਾਇਤਾਂ ਨੂੰ ਦਿੱਤਾ ਹੈ। ਜਿਹੜੀ ਦੂਸਰੀ ਵਿਕਾਸ ਦੀ ਗੱਲ ਹੋ ਰਹੀ ਹੈ, ਜਿੰਨਾ ਵੀ ਵਿਕਾਸ ਇਸ ਵੇਲੇ ਹੋ ਰਿਹਾ ਹੈ, ਚਾਹੇ ਉਹ ਪਿੰਡਾਂ ਦੇ ਅੰਦਰ ਹੋਵੇ, ਚਾਹੇ ਉਹ ਕੌਂਸਲ ਦੇ ਅੰਦਰ ਹੋਵੇ, ਪੰਜਾਬ ਸਰਕਾਰ ਵੱਲੋਂ 14ਵੇਂ ਸੈਂਟਰ ਸਰਕਾਰ ਵੱਲੋਂ 14ਵੇਂ ਔਰ 15ਵੇਂ ਵਿੱਤ ਦੇ ਇੰਨੇ ਕੁ ਪੈਸੇ ਪਿੰਡਾਂ ਦੇ ਵਿੱਚ ਦਿੱਤੇ ਨੇ, ਜਿਹੜੇ ਕਿ ਪੰਜਾਬ ਸਰਕਾਰ ਨੇ ਇਹ ਦੱਸੇ ਪੰਜਾਬ ਸਰਕਾਰ ਕਿ ਅਸੀਂ ਪਿੰਡਾਂ ਦੇ ਵਿੱਚ ਕਿੰਨੇ ਪੈਸੇ ਡਿਵੈਲਪਮੈਂਟ ਲਈ ਦਿੱਤੇ ਆ। ਜਿਹੜਾ ਵੀ ਪਿੰਡਾਂ ਦੇ ਅੰਦਰ ਵਿਕਾਸ ਹੋ ਰਿਹਾ ਉਹ ਸੈਂਟਰ ਸਰਕਾਰ ਵੱਲੋਂ BJP ਹੀ ਕਰਾ ਰਹੀ ਹੈ। ਔਰ ਇਹਨਾਂ ਆਪਣੇ ਮਾਨਨੀय ਪ੍ਰਧਾਨ MLA ਦਿਨੇਸ਼ ਸਿੰਘ ਬੱਬੂ ਜੀ, ਉਹਨਾਂ ਦਾ ਵੀ ਸਹਿਯੋਗ, ਬਹੁਤ ਵੱਡਾ ਸਹਿਯੋਗ ਹੈ। ਜੇ ਸਾਡੀ ਸੈਂਟਰ ਸਰਕਾਰ ਹੈ ਤੇ ਇੱਥੇ BJP ਦਾ ਹੀ MLA ਆ, ਇਹ ਕੰਮ ਵੀ BJP ਹੀ ਕਰਵਾ ਰਹੀ ਹੈ। ਜਿੱਦਾਂ ਵਿਧਾਇਕ ਦਿਨੇਸ਼ ਸਿੰਘ ਬੱਬੂ ਨੇ ਹਮੇਸ਼ਾ ਨਿਵਰਤਮਾਨ ਵਿਧਾਇਕ ਨੇ, ਉਹਨਾਂ ਲਈ ਕਿਹਾ ਜਾਂਦਾ ਹੈ ਕਿ ਉਹ ਲੋਕਾਂ ਦੇ ਨਾਲ ਮਿਲ ਜੁਲ ਕੇ ਰਹਿੰਦੇ ਨੇ, ਉਹਨਾਂ ਨੂੰ ਬੜੇ ਅਪਰੋਚੇਬਲ ਨੇ। ਤੁਹਾਨੂੰ ਲੱਗਦਾ ਹੈ ਕਿ MP ਜਿਹੜੇ ਨੇ ਉਨੇ ਅਪਰੋਚੇਬਲ ਨਹੀਂ ਹੈ, ਉਹਨਾਂ ਦਾ ਨੁਕਸਾਨ ਉਹਦਾ ਇਸ ਵਾਰ ਪਾਰਟੀ ਨੂੰ ਚੁਕਾਉਣਾ? ਦੇਖੋ ਜੀ, ਦੇਖੋ ਜਿਹੜੇ MP ਸਾਹਿਬ ਦੀ ਗੱਲ ਆਈ ਹੈ, MP ਸਾਹਿਬ ਵੀ ਆਉਂਦੇ ਆ, ਇਹ ਤੇ ਇੱਕ ਸਾਡੇ ਵਿਰੋਧੀ ਜਿਹੜੇ ਆ ਨਾ, ਇੱਕ ਮੁੱਦਾ ਜਿਹਾ ਬਣਾ ਲੈਂਦੇ ਆ ਜੀ, ਆਉਂਦੇ ਨਹੀਂ ਉਹ ਆਉਂਦੇ ਆ। MP ਉਹਨਾਂ ਦੇ ਜਿਹੜੇ ਕੰਮ ਨੇ, ਉਹ ਤੁਹਾਨੂੰ ਪਤਾ ਕਿ MP ਪਿੰਡਾਂ 'ਚ ਨਹੀਂ ਘੁੰਮਦੇ, ਚੌਂਕਾਂ 'ਚ ਨਹੀਂ ਆਉਂਦੇ। ਉਹਦੇ ਵਾਸਤੇ ਸਾਡੇ MLA ਮਾਨੀ MLA ਬੈਠੇ ਨੇ, ਪਾਰਟੀ ਵਰਕਰ ਨੇ। ਜਿੰਨਾ ਵੀ ਕੰਮ ਹੈ, ਜੋ ਵੀ ਕੰਮ ਹੈਗਾ, ਜਿਹੜਾ ਮਿਲਦਾ, ਅਸੀਂ ਪਾਰਟੀ ਦਫ਼ਤਰ ਆਪਣਾ ਪਠਾਨਕੋਟ ਜਿਹੜਾ ਵੋਟ ਤੇ ਚੌਕ ਤੇ ਜਾ ਕੇ ਮੰਗੇ ਸੀਗੇ ਜਦੋਂ ਆਏ ਸੀ। ਦੇਖੋ ਜੀ, ਬਹੁਤ ਜੋਗ 'ਚ ਮੰਗਣ ਨੂੰ ਅਸੀਂ ਬੈਠੇ ਆ ਨਾ, ਜਿੱਥੇ ਜਿਹੜੇ MP ਦਾ ਕੰਮ ਆ, ਸਾਨੂੰ ਕੰਮ ਦੱਸਣ, ਜਿਹੜਾ ਵੀ ਕੰਮ ਅਸੀਂ ਕਰਵਾਉਂਦੇ ਔਰ ਕਰਵਾ ਵੀ ਰਹੇ ਹਾਂ। ਤੇ ਵਿਸ਼ਵਾਸ ਹੈ ਤੁਹਾਨੂੰ ਕਿ BJP ਦਾ ਕਮਲ ਫਿਰ ਖਿਲੇਗਾ? ਬਿਲਕੁਲ ਖਿਲੇਗਾ, 100% ਖਿਲੇਗਾ। ਭਾਰਤੀ ਜਨਤਾ ਪਾਰਟੀ ਨੇ ਕੰਮ ਕੀਤਾ, ਸੁਜਾਨਪੁਰ 'ਚ ਵੀ ਕੀਤਾ, ਔਰ ਪੰਜਾਬ ਦੇ ਅੰਦਰ ਇਸ ਵੇਲੇ ਤਾਂ ਪੂਰੇ ਪੰਜਾਬ ਦੇ ਵਿੱਚ ਆਪਣਾ ਇਲੈਕਸ਼ਨ ਲੜਨਾ, ਔਰ ਪੂਰੀ ਅਸੀਂ ਆਪਣੀ ਪੂਰੀ ਤਾਕਤ ਦੇ ਨਾਲ ਇਲੈਕਸ਼ਨ ਲੜਨਾ। BJP ਦਾ ਜਿਹੜਾ ਕੈਂਡੀਡੇਟ ਜੋ ਵੀ ਹੋਏਗਾ, ਹਾਲੇ ਤੱਕ ਉਹਦਾ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ। ਜਿਹੜਾ ਵੀ ਕੈਂਡੀਡੇਟ ਹੋਗਾ, ਉਹਦੀ ਜਿਹੜੀ ਮੁਕਾਬਲਾ ਸਿੱਧਾ ਕਿਹਦੇ ਨਾਲ ਮੰਨਦੇ ਹੋ? ਸ਼੍ਰੋਮਣੀ ਅਕਾਲੀ ਦਲ ਦੇ ਰਾਜਕੁਮਾਰ ਗੁਪਤਾ ਨਾਲ ਮੰਨਦੇ ਹੋ ਜਾਂ ਕਾਂਗਰਸ ਦੇ ਨਾਲ? ਦੇਖੋ ਜੀ, ਇੱਥੇ ਦਾ ਜਿਹੜਾ ਮੁਕਾਬਲਾ ਹਮੇਸ਼ਾ BJP ਕਾਂਗਰਸ ਦਾ ਰਿਹਾ। ਤੇ ਆਮ ਆਦਮੀ ਪਾਰਟੀ ਦਾ ਕੀ ਕਹਿਣਾ? ਇਸ ਵਾਰੀ ਹਵਾ ਜਿਹੜੀ ਹੈ ਉਹ ਚੱਲ ਰਹੀ ਹੈ। ਹਵਾ ਕਿਤੇ ਹੋਰ ਥੇ ਪਾਸੇ ਹੋਏਗੀ, ਸਿਆਮਪੁਰ 'ਚ ਤੇ ਨਹੀਂ। ਧੰਨਵਾਦ ਗੱਲ ਕਰਨ ਲਈ। ਤੇ ਵਿਧਾਨ ਸਭਾ ਚੋਣਾਂ ਸੁਜਾਨਪੁਰ ਦੇ ਵਿੱਚ ਸਾਡੀ ਜਿਹੜੀ ਗੱਲਬਾਤ ਹੈ ਉਹ ਲਗਾਤਾਰ ਜਾਰੀ ਹੈ ਲੋਕਾਂ ਨਾਲ। ਨਾਂ ਦੱਸੋ ਜੀ ਆਪਣਾ। ਮੇਰਾ ਨਾਮ ਹੈ ਜੀ ਸੰਜੀਵ। ਚੁਣਾਵ ਦੀ ਤਾਰੀਖ ਜਿਹੜੀ ਆ ਤੈਅ ਹੋ ਚੁੱਕੀ ਹੈ, ਕੀ ਕਹਿਣਾ ਤੁਹਾਡਾ? ਸੁਜਾਨਪੁਰ ਦੇ ਵਿੱਚ ਕਿਹੜੀ ਪਾਰਟੀ ਆ ਰਹੀ ਹੈ? ਮੈਨੂੰ ਵੈਸੇ ਚੁਣਾਵਾਂ 'ਚ ਜਾਂ ਇਸ ਪੋਲੀਟੀਸ਼ੀਅਨ 'ਚ ਘੱਟ ਇੰਟਰਸਟ ਹੈ ਜੀ। ਆਪਣੇ ਬਿਜ਼ਨਸ ਮਾਈਂਡਡ ਬੰਦੇ ਆ, ਬਿਜ਼ਨਸ ਕਰੀਦਾ ਤੇ ਘਰ ਚੱਲ ਜੀਦਾ। ਹੁਣ ਬਾਕੀ ਜਿਹੜਾ ਡਿਜ਼ਰਵ ਕਰਦਾ ਉਹਨੂੰ ਮਿਲਣਾ ਚਾਹੀਦਾ। ਤੁਹਾਨੂੰ ਕੀ ਲੱਗਦਾ ਕਿਹੜਾ ਕੈਂਡੀਡੇਟ ਹੈ ਜਿਹੜਾ ਡਿਜ਼ਰਵ ਕਰਦਾ ਹੈ? ਸੁਜਾਨਪੁਰ ਦੀ ਹੀ ਜੇ ਗੱਲ ਕਰੀਏ, ਸੁਜਾਨਪੁਰ ਦੇ ਹਿਸਾਬ ਨਾਲ ਸਾਡੇ ਪੁਰੀ ਸਾਹਿਬ ਡਿਜ਼ਰਵ ਕਰਦੇ ਆ, ਜਿਹੜੇ ਕਾਫੀ ਦੇਰ ਤੋਂ ਪਾਰਟੀ ਸੇਵਾ ਕਰ ਰਹੇ ਆ। ਹੋਰ ਕਿਹੜਾ ਆ? ਹਰ ਵਾਰੀ ਸੁਜਾਨਪੁਰ ਦੇ ਵਿੱਚ ਕਾਂਗਰਸ ਦੀ ਆਪਸੀ ਜਿਹੜੀ ਕਲਾ ਹੈ ਉਹਦੇ ਕਾਰਨ ਟਿਕਟ ਜਿਹੜੀ ਆ ਉਹ ਜਦੋਂ ਦਿੱਤੀ ਜਾਂਦੀ ਹੈ, ਬਾਅਦ 'ਚ ਲੜਾਈ ਹੋ ਜਾਂਦੀ ਹੈ ਤੇ ਫਿਰ BJP ਜਿਹੜਾ ਉਹਦਾ ਕ੍ਰੈਡਿਟ ਤੁਹਾਨੂੰ ਲੱਗਦਾ ਹੈ ਕਿ BJP ਨੂੰ ਮਿਲਦਾ? ਵੈਸੇ ਮੈਨੂੰ ਪੋਲੀਟੀਕਲ ਨੌਲੇਜ ਘੱਟ ਹੈ, ਕਿਹਨੂੰ ਕ੍ਰੈਡਿਟ ਮਿਲਦਾ ਕਿਹਨੂੰ ਨਹੀਂ ਮਿਲਦਾ, ਇਸ ਚੀਜ਼ ਦਾ ਮੈਂ ਧਿਆਨ ਹੀ ਘੱਟ ਦਿੰਦਾ। ਤੁਹਾਡੇ ਮੁਤਾਬਿਕ ਕਿਹੜੀ ਜਿਹੜੀ ਪਾਰਟੀ ਆ ਉਹਨੇ ਸੁਜਾਨਪੁਰ ਦੇ ਵਿੱਚ ਕੰਮ ਕਰਵਾਇਆ ਔਰ ਕਿਹੜੀ ਕਰਵਾ ਸਕਦੀ? ਸੁਜਾਨਪੁਰ ਦੀ ਪਾਰਟੀ ਕੰਮ ਠੀਕ ਹੀ ਹੋ ਰਿਹਾ। ਹੁਣ ਮਿਊਨਿਸਪੈਲਿਟੀ ਕਮੇਟੀ ਦੇ ਬਹੁਤ ਸ਼ਾਨਦਾਰ ਕੰਮ ਹੋ ਰਿਹਾ, ਹੁਣ ਕੰਮ ਹਰ ਪਾਸੇ ਲੱਗੇ ਰਹੇ। ਇਹ ਪਾਰਟੀ ਜੀ ਵਿਧਾਇਕ ਦੀ ਗੱਲ ਕਰੀਏ, ਜਿਹੜੇ ਪਿਛਲੇ ਵਿਧਾਇਕ ਦਿਨੇਸ਼ ਸਿੰਘ ਬੱਬੂ ਰਹੇ ਨੇ, ਉਹਨਾਂ ਨੇ ਕੰਮਕਾਜ ਤੋਂ ਸੰਤੁਸ਼ਟ ਹੋ ਤੁਸੀਂ ਪੂਰੀ ਤਰ੍ਹਾਂ? ਮੈਂ ਜੀ ਇਸ ਪਾਸੇ ਨੌਲੇਜ ਹੀ ਘੱਟ ਹੈ ਮੇਰੀ, ਮੈਂ ਕੀ ਦੱਸਾਂ, ਮੈਂ ਕੁਝ ਦੱਸ ਨਹੀਂ ਪਾਣਾ ਤੁਹਾਨੂੰ ਇਸ ਚਲੀ, ਕਿਉਂਕਿ ਮੇਰੇ ਤੇ ਨੌਲੇਜ ਘੱਟ ਹੈ, ਮੈਂ ਘੱਟ ਹੀ ਗੱਲ ਇੰਟਰਸਟ ਲੈਣਾ ਇਸ ਪੋਲਿਟਿਕਸ। ਧੰਨਵਾਦ ਗੱਲ ਕਰਨ ਲਈ। ਕੀ ਨਾਂ ਤੁਹਾਡਾ? ਹਾਂਜੀ ਮੈਡਮ ਜੀ, ਮੇਰਾ ਨਾਮ ਸੁਖਵਿੰਦਰ ਸਿੰਘ ਸੁੱਖੀ। ਹਾਂਜੀ ਦੱਸੋ, ਚੁਣਾਵ ਦੇ ਚੋਣਾਂ ਜਿਹੜੀਆਂ ਆ ਰਹੀਆਂ ਨੇ, ਤਰੀਕ ਤੈਅ ਹੋ ਚੁੱਕੀ ਹੈ, ਕਿਹੜੀ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ? ਮੈਡਮ ਜੀ, ਆਪਣੇ ਸ਼ਹਿਰ ਦੇ ਵਿੱਚ ਜ਼ਿਆਦਾ ਜੋ ਰੌਲਾ ਆ ਉਹ ਤੇ ਅਕਾਲੀ ਦਲ ਦਾ ਹੀ ਹੈ, ਜੋ ਸਾਡੇ ਕੈਂਡੀਡੇਟ ਖਲੋਤੇ ਆ ਬਿੱਟੂ ਪ੍ਰਧਾਨ ਜੀ। ਹਾਂਜੀ, ਤੇ ਸਾਨੂੰ ਉਹਦੇ ਤੋਂ ਉਮੀਦਾਂ ਵੀ ਬਹੁਤ ਆ, ਤੇ ਸਾਨੂੰ ਇੰਨਾ ਆ ਕਿ ਉਹ ਸਾਡੀ ਸੁਣਨਗੇ ਜ਼ਰੂਰ। ਰਾਜਕੁਮਾਰ ਗੁਪਤਾ ਬਿੱਟੂ ਪ੍ਰਧਾਨ, ਉਹਨਾਂ ਨੂੰ ਟਿਕਟ ਹੀ ਨਹੀਂ ਦਿੱਤੀ ਗਈ ਸੀ ਪਿਛਲੇ ਕਈ ਚੁਣਾਵਾਂ ਤੋਂ, ਉਹ ਇਹ ਕੋਸ਼ਿਸ਼ ਕਰ ਰਹੇ ਸੀਗੇ। ਹੁਣ ਸ਼੍ਰੋਮਣੀ ਅਕਾਲੀ ਦਲ ਦੀ ਤਰਫ ਤੋਂ ਉਹਨਾਂ ਨੂੰ ਟਿਕਟ ਮਿਲੀ ਹੈ। ਤੁਹਾਨੂੰ ਲੱਗਦਾ ਤੁਹਾਡੇ ਕੰਮ ਜਿਹੜੇ ਉਹ ਕਰਾ ਸਕਦੇ ਨੇ? ਹਾਂਜੀ ਮੈਡਮ ਜੀ,
ਉਹਦੇ ਉਹਨਾਂ ਨੂੰ ਟਿਕਟ ਮਿਲੀ ਹੈ, ਉਹਦੇ 'ਚ ਕੋਈ ਇਹੋ ਜਿਹਾ ਕੋਈ ਉਹਦੇ 'ਚ ਗੱਲਬਾਤ ਹੈ ਉਹਦੇ ਬੰਦੇ ਦੇ ਵਿੱਚ, ਹੈ ਨਾ। 35 ਸਾਲ ਉਹਨਾਂ ਨੇ ਰਾਜਨੀਤੀ ਕੀਤੀ ਹੈ, ਪ੍ਰੈਜ਼ੀਡੈਂਟ ਵੀ ਰਹੇ ਆਪਣੇ ਸਿਆਸਤ ਦੇ ਵਿੱਚ। ਕਿਹੜੇ 2 ਕੰਮ ਸੁਜਾਨਪੁਰ ਦੇ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਬਿੱਟੂ ਪ੍ਰਧਾਨ ਜੇ ਬਣਦੇ ਨੇ ਤੇ ਉਹ ਕਰਵਾਉਣਗੇ? ਪਹਿਲਾਂ ਤੇ ਮੈਨੂੰ ਜਿੱਥੇ ਤੱਕ ਲੱਗਦਾ ਆਪਣੇ ਸ਼ਹਿਰ ਦਾ ਸੁਧਾਰ ਕਰਨਗੇ, ਹੈ ਨਾ। ਫਿਰ ਉਸ ਤੋਂ ਬਾਅਦ ਉੱਪਰ ਦੀ ਧਾਰ ਵਾਲੀ ਸਾਈਡ ਉਧਰ ਵੀ ਥੋੜਾ ਉਹਨਾਂ ਵੀ ਡਿਵੈਲਪਮੈਂਟ ਥੋੜਾ ਜਿਹਾ ਦੇਣਗੇ ਉਹ। ਹਾਂਜੀ, ਬਹੁਤ ਬਹੁਤ ਧੰਨਵਾਦ ਗੱਲ ਹਾਂਜੀ, ਠੀਕ ਹੈ ਜੀ। ਨਾਂ ਦੱਸੋ ਜੀ। ਮੇਰਾ ਨਾਮ ਸੈਮੂਅਲ ਹੈ ਤੇ ਸਾਡੀ ਸੁਜਾਨਪੁਰ ਦੇ ਵਿੱਚ ਸਭ ਤੋਂ ਵੱਡੀ ਸੁਜਾਨਪੁਰ ਰੋਂਦਾ ਪਿਆ, ਬਿਖਲਾਉਂਦਾ ਪਿਆ, ਸੀਵਰ ਤੱਕ ਕੋਈ ਨਹੀਂ ਬਣਾਉਂਦਾ ਪਿਆ। ਗਲੀ ਇਸ ਬਾਰੇ ਤੁਸੀਂ ਕੀ ਕਹਿੰਦੇ ਹੋ ਕਿ ਕਿਹੜੀ ਪਾਰਟੀ ਜਿਹੜੀ ਹੈ ਉਹ ਸਰਕਾਰ ਬਣਾ ਸਕਦੀ ਹੈ? ਪਾਰਟੀ ਆਪਣੀ ਕਾਂਗਰਸ ਹੈਗੀ ਤੇ ਉਹੀ ਬਣਾਏਗੀ। ਜਿਹੜੀ ਸਰਕਾਰ ਕਾਂਗਰਸ ਦੀ ਪਿਛਲੀ ਗਲਤੀਆਂ ਹੈ ਕਿ ਮੰਨਦੇ ਹੋ ਤੁਸੀਂ ਗਲਤੀਆਂ ਹੋਈਆਂ ਨੇ ਕਾਂਗਰਸ ਸਰਕਾਰ ਕੋਲੋਂ, ਪਿਛਲੀ ਜਿਹੜੀ ਸਰਕਾਰ ਰਹੀ ਹੈ? ਆ ਪਿਛਲੀ ਕੈਪਟਨ ਸਾਹਿਬ ਨੇ ਪਹਿਲੇ ਵਾਅਦੇ ਕੀਤੇ ਸੀ ਤੇ ਲੋਕਡਾਊਨ ਦੇਗਾ ਉਹ ਕੀ ਕਹਿੰਦੇ ਨੇ ਤੇ ਦੁਬਾਰਾ ਕਾਂਗਰਸ ਦੀ ਸਰਕਾਰ ਹੀ ਤੁਸੀਂ ਕਹਿ ਰਹੇ ਹੋ ਕਿ ਆਏਗੀ, ਗਲਤੀਆਂ ਵੀ ਕੀਤੀਆਂ ਫਿਰ ਵੀ ਤੁਸੀਂ ਕਹਿ ਰਹੇ ਹੋ ਨਹੀਂ। ਕੈਪਟਨ ਚੰਗਾ ਨਹੀਂ ਸੀ, ਕੈਪਟਨ ਨੇ ਬੜੇ ਵਾਅਦੇ ਝੂਠੇ ਕੀਤੇ ਸਾਰਿਆਂ ਨਾਲ ਤੇ ਜਦੋਂ 5 ਸਾਲ ਰਾਜ ਕੀਤਾ ਇੱਕ ਵਾਅਦਾ ਨਹੀਂ ਪੂਰਾ ਕੀਤਾ ਤੁਹਾਨੂੰ ਕੀ ਲੱਗਦਾ ਕਿਹੜਾ ਚਿਹਰਾ ਜਿਹੜਾ ਹੈ ਉਹ ਕਾਂਗਰਸ ਦਾ ਆਏਗਾ ਤੇ ਕੰਮ ਕਰਵਾਏਗਾ? ਚੰਨੀ ਸਾਹਿਬ। ਚੰਨੀ ਕੰਮ ਕਰਵਾਉਣਗੇ? ਹਾਂ, ਚੰਨੀ ਕੰਮ ਕਰਵਾਉਣਗੇ। ਤੇ ਜੇ ਲੋਕਲ ਲੀਡਰ ਦੀ ਗੱਲ ਕਰੀਏ, ਕਾਂਗਰਸ ਦਾ ਉਮੀਦਵਾਰ ਜਿਹੜਾ ਮਰਜ਼ੀ ਹੋਵੇ, ਤੁਸੀਂ ਕਾਂਗਰਸ ਨੂੰ ਸਪੋਰਟ ਕਰੋਗੇ? ਨਹੀਂ, ਇੱਥੇ ਨਰੇਸ਼ਪੁਰੀ ਨੂੰ ਟਿਕਟ ਮਿਲੇ ਉਹ ਸਾਰਾ ਸੁਜਾਨਪੁਰ ਦਾ ਵਿਕਾਸ ਕਰਾਏਗਾ। ਉਹ ਸਾਰਾ ਸੁਜਾਨਪੁਰ ਬਿਖਲਾਉਂਦਾ ਪਿਆ, ਰੋਂਦਾ ਪਿਆ। ਜਿਹੜੇ ਪਿਛਲੇ ਵਿਧਾਇਕ ਨੇ ਰਹੇ ਨੇ ਨਿਵਰਤਮਾਨ ਵਿਧਾਇਕ ਦਿਨੇਸ਼ ਸਿੰਘ ਬੱਬੂ, ਉਹਨਾਂ ਨੂੰ ਤੁਸੀਂ ਕਿੰਨੇ ਨੰਬਰ 5 ਦੇ ਵਿੱਚੋਂ ਕਿੰਨੇ ਨੰਬਰ ਦਿੰਦੇ ਹੋ? ਨਹੀਂ, ਬੱਬੂ ਨੇ ਕੋਈ ਸੁਜਾਨਪੁਰ ਦੀ ਡਿਵੈਲਪਮੈਂਟ ਕੀਤੀ ਨਹੀਂ। 5 ਵਾਰੀ ਜਿੱਤਿਆ ਉਹਨੇ, ਸੁਜਾਨਪੁਰ ਦੀ ਡਿਵੈਲਪਮੈਂਟ ਕੀਤੀ ਹੈ ਨਹੀਂ ਬਿਲਕੁਲ। ਨਾ ਦੱਸੋ ਜੀ ਆਪਣਾ। ਦੀਦਾਰ ਸਿੰਘ ਮੇਰਾ ਨਾਮ ਹੈ ਜੀ। ਚੁਣਾਵ ਜਿਹੜੇ ਸਿਰ ਤੇ ਨੇ, ਵੋਟਾਂ ਪੈਣੀਆਂ ਨੇ, ਕੀ ਲੱਗਦਾ ਤੁਹਾਨੂੰ ਕਿਹੜੀ ਪਾਰਟੀ ਸਰਕਾਰ ਬਣਾ ਰਹੀ ਹੈ? ਉਹ ਸਰਕਾਰ ਦੇ ਹਾਲੇ ਤੱਕ ਕੋਈ ਡਿਸੀਜਨ ਨਹੀਂ ਹੋਇਆ ਵੀ ਕਿਹੜਾ ਨੇਤਾ ਆਉਣਾ ਕਿਹੜਾ ਨਹੀਂ ਆਉਣਾ, ਤੇ ਡਿਸੀਜਨ ਨੇਤੇ ਦਾ ਪਤਾ ਲੱਗੇਗਾ ਲੱਗਦਾ ਤੁਹਾਨੂੰ ਟਿਕਟ ਮਿਲਦੀ ਹੈ ਕਿਹਨੂੰ ਨਹੀਂ ਮਿਲਦੀ, ਉਹਦੇ ਬਾਅਦ ਹੀ ਪਤਾ ਲੱਗੇਗਾ ਵੀ ਕਿਹੜਾ ਜਿੱਤਣਾ ਕਿਹੜਾ ਨਹੀਂ ਜਿੱਤਣਾ। ਪਿਛਲੀ ਸਰਕਾਰ ਪੰਜਾਬ ਦੀ ਜਿਹੜੀ ਸਰਕਾਰ ਰਹੀ ਹੈ ਕਾਂਗਰਸ ਦੀ ਸਰਕਾਰ, ਉਹਨੂੰ 5 ਦੇ ਵਿੱਚੋਂ ਕਿੰਨੇ ਨੰਬਰ ਤੁਸੀਂ ਦਿੰਦੇ ਹੋ? ਉਹ ਨੰਬਰ ਕੀ ਦੇਣੇ ਦਿੱਤਾ ਕਿਸੇ ਨੂੰ ਕੁਝ ਨਹੀਂ, 2-4 ਨੰਬਰ ਲੈ ਲਓ ਜਿਹੜੇ ਲੈਣੇ ਆ। 5 ਦੇ ਵਿੱਚੋਂ ਫਿਰ ਵੀ 2-4 ਨੰਬਰ ਦੇ ਰਹੇ ਹੋ? ਉਹ ਪੰਜਾਂ ਦੇ ਵਿੱਚ ਦੋ ਲਾ ਲਓ ਤੁਸੀਂ, ਉਹ ਜਾਂ 3 ਲਾ ਲਓ। ਤੇ ਜਿਹੜੇ ਨਿਵਰਤਮਾਨ ਵਿਧਾਇਕ ਨੇ ਦਿਨੇਸ਼ ਸਿੰਘ ਬੱਬੂ, ਉਹਨਾਂ ਦਾ ਕਾਰਜਕਾਲ ਤੇ ਦੇਖੀਏ 5 ਸਾਲਾਂ ਦੇ ਕਿੰਨੇ ਨੰਬਰ ਤੁਸੀਂ ਦਿੰਦੇ ਹੋ? ਕਾਰਜਕਾਲ ਤਾਂ ਬੱਬੂ ਦੇ ਕੋਲ ਕੁਝ ਹੈ ਹੀ ਨਹੀਂ, ਵਿਚਾਰੇ ਕੋਲ ਤਾਂ ਕੱਲਾ ਸੀਟ ਵਾਲਾ, ਉਹਨੇ ਕੀ ਦੇਣਾ ਸੀ ਤੁਹਾਨੂੰ? ਨਾ ਕੋਈ ਲੈਣਾ ਨਾ ਕੋਈ, ਉਹਦੇ ਪੱਲੇ ਕੁਝ ਨਹੀਂ। ਜਿਹੜੀ ਸਰਕਾਰ ਹੈ ਜਿਹੜੀ ਸਰਕਾਰ ਹੈ ਨਾ ਜੀ, ਜ਼ਿੰਮੇਵਾਰੀ ਉਹਦੀ ਹੈ। ਚੰਗਾ ਹੁੰਦਾ ਉਹਦੀ ਆ, ਮਾੜਾ ਹੁੰਦਾ ਉਹਦੀ ਆ। ਇਹ ਨੰਬਰਾਂ ਵਾਲੀ ਕੋਈ ਗੱਲ ਨਹੀਂ ਹੁੰਦੀ, ਜੋ ਵੀ ਕਰੇਗਾ ਉਹ ਸਹੀ ਕਰੇਗਾ, ਨਹੀਂ ਤੇ ਉਹਨੂੰ ਮਿਲੇਗਾ ਨੰਬਰ, ਤੇ ਜਿਹੜਾ ਨਹੀਂ ਕਰੇਗਾ ਉਹ ਘਰ ਬੈਠੇਗਾ, ਕੋਈ ਨਹੀਂ ਮਿਲੇਗਾ। ਮੁਕਾਬਲਾ ਤੁਹਾਨੂੰ ਕੀ ਲੱਗਦਾ ਹੈ ਸਰਕਾਰ ਕਾਂਗਰਸ ਤੇ ਬੀਜੇਪੀ ਦੇ ਵਿੱਚ ਹੈ ਜਾਂ ਆਮ ਆਦਮੀ ਪਾਰਟੀ ਇਸ ਵਾਰ ਮੁਕਾਬਲੇ ਦੇ ਵਿੱਚ ਹੈ? ਦੇਖੋ ਜੀ, ਮੈਂ ਤੁਹਾਨੂੰ ਪਹਿਲੇ ਕਹਿ ਚੁੱਕਿਆ, ਜ਼ਿਲ੍ਹੇ ਟਿਕਟ ਡਿਕਲੇਅਰ ਹੋਏਗੀ, ਕਿਹਨੂੰ ਮਿਲੀ ਹੈ ਟਿਕਟ ਕਿਹਨੂੰ ਨਹੀਂ ਮਿਲੀ, ਤਾਂ ਹੀ ਪਤਾ ਲੱਗੇਗਾ। ਇਹ ਤਾਂ ਕੋਈ ਨਹੀਂ ਕਹਿ ਸਕਦੇ ਕੁਝ। ਬਹੁਤ ਬਹੁਤ ਧੰਨਵਾਦ। ਗੱਲ ਕਰ ਲਓ। ਮੇਰਾ ਨਾਮ ਚਰਨਜੀਤ ਸਿੰਘ ਹੈ ਜੀ। ਕੀ ਕਹਿਣਾ ਜਿਹੜੇ ਇਸ ਚੁਣਾਵ ਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਜਿਹੜੀ ਸਾਡੀ ਪਿਛਲੀ ਸਰਕਾਰ ਰਹੀ ਹੈ ਕਾਂਗਰਸ ਸਰਕਾਰ, ਉਹਨੇ ਕੁਝ ਵੀ ਨਹੀਂ ਕੀਤਾ, ਖਾਸ ਕਰ ਕਿਸਾਨਾਂ ਲਈ ਤਾਂ ਕੁਝ ਨਹੀਂ ਕੀਤਾ, ਕਿਉਂਕਿ 1960 ਰੁਪਏ ਰੇਟ ਸੀਗਾ ਝੋਨੇ ਦਾ ਮੰਡੀ ਵਿੱਚ, ਜਿਹਦੇ ਵਿੱਚ ਸਾਨੂੰ 1900 ਰੁਪਇਆ ਮਿਲਿਆ। 60 ਰੁਪਏ ਉਹ ਜਿਹੜੇ ਆ ਆੜਤੀ ਖਾ ਗਏ ਜਾਂ ਕੌਣ ਖਾ ਗਿਆ, ਸਾਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈਗੀ। ਦੂਸਰਾ ਜਿਹੜਾ ਰੋਜ਼ਗਾਰ ਦੇ ਉੱਪਰ ਹੈ, ਰੋਜ਼ਗਾਰ ਪੰਜਾਬ ਸਰਕਾਰ ਨੇ ਕੁਝ ਨਹੀਂ ਕੀਤਾ। ਜੋ ਉਹਨਾਂ ਵੀ ਕੀਤਾ ਚੰਨੀ ਸਾਹਿਬ ਨੇ, ਹੁਣ ਉਹ ਸਾਹਿਬ ਸਿਰਫ ਅਨਾਉਂਸਮੈਂਟ ਹੀ ਕੀਤੀ ਹੈ, ਕੰਮ ਕੋਈ ਨਹੀਂ ਕੀਤਾ। ETT ਟੀਚਰ ਬੇਰੁਜ਼ਗਾਰ ਹੈ, 5 ਸਾਲ ਦੇ ਵਿੱਚ ਕੋਈ ਉਹਦੀ ਰਿਕੁਆਇਰਮੈਂਟ ਨਹੀਂ ਹੋਈ, ਸਭ ਪੈਂਡਿੰਗ ਪਈਆਂ। 2364 ਵੈਕੈਂਸੀ ਜਿਹੜੀ ਹੈ ਉਹ ਜਿਹੜੀ ਆਪਣੇ ਕੋਰਟ ਵਿੱਚ ਹੈ। ਉਸ ਤੋਂ ਬਾਅਦ 6635 ਹੈਗੀ ਹੈ ਇੱਕ, ਉਹ ਵੀ ਕੋਰਟ 'ਚ ਹੈ। ਉਸ ਤੋਂ ਬਾਅਦ ਉਹਨਾਂ ਇੱਕ 6000 ਕੱਢੀ ਸੀਗੀ ਲਗਭਗ, ਉਹ ਵੀ ਮਤਲਬ ਕਿ ਅਜੇ ਉਹਦੀ ਕੋਈ ਅਨਾਉਂਸਮੈਂਟ ਨਹੀਂ ਆਈ। ਰੋਜ਼ਗਾਰ ਬਿਲਕੁਲ ਜ਼ੀਰੋ ਹੈ। ਦੂਸਰਾ ਸਾਡੇ ਸੁਜਾਨਪੁਰ ਦੇ MLA ਸਾਹਿਬ ਬਹੁਤ ਵਧੀਆ ਕੰਮ ਕਰਦੇ ਨੇ। ਸਾਡੀ ਲਾਸਟ ਪਿੰਡ ਹੈਗਾ ਲੰਜੇਰ, ਜਾਂ ਸੈਕਿੰਡ ਲਾਸਟ ਪਿੰਡ ਹੈ ਲੰਜੇਰ, ਇਧਰੋਂ ਫੁੱਲਪਿਆਰਾ ਉਧਰੋਂ ਲੰਜੇਰ, ਉੱਥੇ 7 ਦਿਨ ਪਾਣੀ ਨਹੀਂ ਸੀ ਆਇਆ। ਕਾਂਗਰਸ ਦੇ 4-5 ਜਿਹੜੇ MLA ਬਣਦੇ ਆ ਇੱਥੇ, ਦੱਸਦੇ ਆ ਵੀ ਆਪਾਂ MLA ਆ, ਉਹਨਾਂ ਕੋਈ ਕੰਮ ਨਹੀਂ ਕੀਤਾ। MLA ਸਾਹਿਬ ਨੂੰ ਫੋਨ ਆਇਆ ਉੱਥੋਂ ਦੀ, ਕਿਉਂਕਿ ਮੈਂ ਐਵੇਂ ਗਿਆ ਸੀਗਾ ਕੋਈ ਲੋਕਲ ਕੰਮ, ਆਪਣੇ ਕੰਮ ਵਾਸਤੇ। ਉਹਨਾਂ ਬਜ਼ੁਰਗਾਂ ਨੇ ਮੈਨੂੰ ਦੱਸਿਆ ਵੀ ਅਸੀਂ MLA ਸਾਹਿਬ ਨੂੰ ਫੋਨ ਕੀਤਾ, ਦਿਨੇਸ਼ ਸਿੰਘ ਬੱਬੂ ਜੀ ਨੂੰ, ਉਹਨਾਂ 2 ਘੰਟੇ ਵਿੱਚ ਲੰਜੇਰ ਪਿੰਡ ਵਿੱਚ ਪਾਣੀ ਸਪਲਾਈ ਬਹਾਲ ਕਰਤੀ। ਇਸ ਕਰਕੇ ਜਿਹੜੀ ਪਿਛਲੀ ਜਿਹੜੀ ਸਰਕਾਰ ਹੈ ਉਹ ਬਿਲਕੁਲ ਹੀ ਜ਼ੀਰੋ। ਇੱਥੇ ਬਜ਼ੁਰਗ ਬੈਠੇ ਆ, ਕਹਿੰਦੇ ਵੀ 5 'ਚ 2 ਨੰਬਰ ਦੇਣਾ, ਮੇਰੇ ਹਿਸਾਬ ਨਾਲ ਤੇ ਉਹ ਜ਼ੀਰੋ ਹੀ ਹੈਗੇ ਆ। ਥੈਂਕ ਯੂ। ਤੇ ਕਾਂਗਰਸ ਨੂੰ ਤੁਸੀਂ 0 ਨੰਬਰ ਦੇ ਰਹੇ ਹੋ। ਫੈਕਟਸ ਤੇ ਤੁਸੀਂ ਗੱਲ ਕੀਤੀ ਹੈ, ਔਰ ਫੈਕਟ ਜਿਹੜੇ ਚੰਨੀ ਸਾਹਿਬ ਵੀ ਬਹੁਤ ਬੋਲ ਰਹੇ ਨੇ ਕਿ 36000 ਮੁਲਾਜ਼ਮ ਅਸੀਂ ਪੱਕੇ ਕਰਤੇ, ਇਹ ਕਰ ਦਿੱਤਾ, ਉਹ ਕਰ ਦਿੱਤਾ, ਕੀ ਕਹਿਣਾ ਤੁਹਾਡਾ? ਮੈਡਮ ਚੰਨੀ ਸਾਹਿਬ ਦੱਸਣ ਤੁਸੀਂ ਕਿੱਥੇ ਕੀਤੇ ਆ?
ਜਿਹੜੇ 36000 ਕੀਤੇ ਆ ਉਹ ਕਿਹੜੇ ਬੰਦੇ ਹੈਗੇ ਆ, ਕੋਈ ਪਬਲਿਕ ਨੂੰ ਤਾਂ ਦੱਸਿਆ ਜਾਏ ਨਾ ਵੀ ਕਿਹੜੇ ਬੰਦੇ ਹੈਗੇ ਆ। ਉਹ ਉਹਨਾਂ ਨੇ ਜਿਹੜੀ ਅਨਾਉਂਸਮੈਂਟ ਕੀਤੀ ਹੈਗੀ ਆ, ਮੈਨੂੰ ਨਹੀਂ ਲੱਗਦਾ ਕੋਈ ਰੀਅਲ ਵਿੱਚ ਹੈਗਾ। ਟੀਚਰ ਬੇਰੁਜ਼ਗਾਰ ਫਿਰਦੇ ਪਏ ਆ, ਆਪਣੇ ਤੁਹਾਡੇ ਮੈਡੀਕਲ ਡਿਪਾਰਟਮੈਂਟ ਦੇ ਧਰਨੇ ਤੇ ਬੈਠੇ ਸੀਗੇ। ਆਮ ਆਦਮੀ ਪਾਰਟੀ ਜਿਹੜੀ ਹੈ ਉਹ ਗਰੰਟੀਆਂ ਦੇ ਰਹੀ ਹੈ ਕਿ ਇਹ ਜਿਹੜੇ ਸਾਰੇ ਮੁੱਦੇ ਨੇ ਸੋਲਵ ਕਰਾਂਗੇ। ਕੀ ਲੱਗਦਾ ਤੁਹਾਨੂੰ? ਮੈਮ 22000 ਟੀਚਰ ਜਿਹੜੇ ਆ ਦਿੱਲੀ ਵਿੱਚ ਪੈਂਡਿੰਗ ਪਿਆ, ਉਹ ਕੱਚਾ ਆ, ਪੱਕੇ ਨਹੀਂ ਹੈਗੇ ਆ। ਉਹ ਕਿੱਥੇ ਪੱਕੇ ਕਰ ਲਏ ਉਹਨਾਂ ਨੇ? ਪੰਜਾਬ ਵਾਲਿਆਂ ਨੂੰ ਕਿਹਨੂੰ ਲੱਡੂ ਦੇਣ ਪਏ ਆ? ਠੀਕ ਹੈ, ਇਹ ਸਭ ਗਲਤ ਹੈਗਾ ਤੇ ਲੋਕ ਇਹਨਾਂ ਦੇ ਚੱਕਰਾਂ ਵਿੱਚ ਨਾ ਫਸਣ ਤੇ ਵਧੀਆ ਰਹਿਣਗੇ। ਨਰੇਲਾ ਵੀ ਸਭ ਤੋਂ ਵੱਡੀ ਅਨਾਜ ਮੰਡੀ ਆ, ਉਹ ਸਾਰੀ ਉਹ ਗਰਕ ਕਰਤੀ ਉਹਨਾਂ ਨੇ ਕੇਜਰੀਵਾਲ ਸਾਹਿਬ ਨੇ। ਇਸ ਕਰਕੇ ਕਿਸਾਨ ਭਰਾ ਨਾ ਉਸ ਪਾਸੇ ਜਾਣ ਜਿਹੜਾ ਕੰਮ ਨਹੀਂ ਹੋ ਸਕਦਾ, ਚੰਗੇ ਪਾਸੇ ਜਾਓ। ਆਪਣੇ ਜਿਹੜੇ ਪਹਿਲੀ ਲੀਡਰਸ਼ਿਪ ਹੈ ਉਹਨਾਂ ਨੂੰ ਦੇਖੋ, ਉਹਨਾਂ ਵਿੱਚੋਂ ਚੰਗੇ ਬੰਦੇ ਚੁਣੋ। ਕੇਜਰੀਵਾਲ ਸਾਹਿਬ ਜਿਹੜੇ ਹੈਗੇ ਆ ਉਹ IT ਪ੍ਰੋਫੈਸ਼ਨਲ ਹੈਗੇ ਆ, ਉਹਨਾਂ ਨੂੰ ਕੀ ਪਤਾ ਜ਼ਿਮੀਦਾਰੀ ਕੀ ਚੀਜ਼ ਹੈ। ਕਿਤੇ ਫਸ ਜਾਣਗੇ ਸਾਰੇ ਦੇ ਸਾਰੇ ਬੰਦੇ ਜ਼ਿਮੀਦਾਰ ਆਪਣੇ। ਓਕੇ, ਥੈਂਕ ਯੂ। ਬਹੁਤ ਬਹੁਤ ਧੰਨਵਾਦ ਗੱਲ ਕਰਨ ਲਈ। ਔਰ ਫੈਕਟਸ ਤੇ ਗੱਲ ਕਰ ਰਹੇ ਨੇ। ਅੱਜ ਸੁਜਾਨਪੁਰ ਦੇ ਵਿੱਚ ਅਸੀਂ ਲੋਕਾਂ ਦੇ ਵਿਚਾਰ ਜਾਣਦੇ ਔਰ ਹਵਾ ਜਿਹੜੀ ਹੈ ਉਹਦਾ ਰੁਖ ਕੀ ਹੈ ਇਹ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਸੁਜਾਨਪੁਰ ਦੇ ਪਿੰਡਾਂ ਦੇ ਅਸੀਂ ਗੱਲ ਕਰਾਂਗੇ ਸਾਡੇ ਅਗਲੇ ਪਾਰਟ ਦੇ ਵਿੱਚ, ਤੇ ਧਾਰ ਜਿਹੜਾ ਏਰੀਆ ਹੈ ਉਹ ਵੀ ਅਸੀਂ ਕਵਰ ਕਰਾਂਗੇ, ਜਿਹਦੇ ਵਿੱਚ ਲੋਕਾਂ ਤੋਂ ਜਾਣਾਂਗੇ ਕਿ ਪਿਛਲੀ ਸਰਕਾਰ ਜਿਹੜੀ ਰਹੀ ਹੈ ਉਹਦਾ ਰਿਪੋਰਟ ਕਾਰਡ 5 ਦੇ ਵਿੱਚੋਂ ਕਿੰਨੇ ਨੰਬਰ। ਹਾਲਾਂਕਿ ਇੱਥੇ ਤੇ 5 ਦੇ ਵਿੱਚੋਂ 2 1 0 ਨੰਬਰ ਹੀ ਦਿਸਦਾ ਮਿਲਦਾ ਹੋਇਆ ਦਿਸ ਰਿਹਾ ਹੈ। ਸਹਿਯੋਗੀ ਅਮਿਤ ਦੇ ਨਾਲ ਨਿਸ਼ਾ ਪ੍ਰਭਾ, ਟੁਡੇ ਹੈਡਲਾਈਨਸ।